ਅਕਾਲ। ਮੈਂ ਸਪਾਲ ਚਾਰਲੀ ਹਮੇਸ਼ਾ ਦੀ ਤਰ੍ਹਾਂ ਅਸੀਂ ਸ਼ੋਅ ਲੈ ਕੇ ਹਾਜ਼ਰ ਹੁੰਦੇ ਐਵਰੀ ਟਿਊਜ਼ਡੇ 11 ਤੋਂ 12। ਬੜੀ ਸੰਗਤ ਜੁੜਦੀ ਹੈ। ਆਈ ਡੋਂਟ ਵੇਸਟ ਟਾਈਮ, ਮੈਂ ਆਪਣੀ ਗੱਲਾਂ ਨਹੀਂ ਕਰਨੀਆਂ। ਇੰਪੋਰਟੈਂਟ ਚੀਜ਼ਾਂ ਡਾਕਟਰ ਰਾਜ ਜੀ ਆਉਂਦੇ ਨੇ ਜੋ ਪ੍ਰੋਫੈਸ਼ਨਲ, ਬੜੀ ਸੰਗਤ ਉਹਨਾਂ ਨੂੰ ਰਿੰਗ ਕਰਦੀ, ਬੜੇ ਆਪਣੇ ਇਲਾਜ ਕਰਾ ਰਹੇ ਨੇ ਅਤੇ ਮੈਂ ਉਹਨਾਂ ਨੂੰ ਵੈਲਕਮ ਕਰਕੇ ਅਸੀਂ ਸ਼ੋਅ ਜਾਰੀ ਰੱਖਦੇ ਹਾਂ। ਮੈਂ ਪਹਿਲਾਂ ਟੈਲੀਫੋਨ ਨੰਬਰ ਦੱਸਦਾ ਜੋ ਸਕਰੀਨ 'ਤੇ ਵੀ ਆ ਰਿਹਾ 0121 551 1001। ਥੈਂਕ ਯੂ। ਤੁਸੀਂ ਜਦੋਂ ਮਰਜ਼ੀ ਸ਼ੋਅ ਦੇ ਦਰਮਿਆਨ ਕਾਲ ਕਰਿਓ ਤਾਂ ਕਿ ਤੁਹਾਡਾ ਕਾਲ ਜਿਹੜਾ ਆਈਦਰ ਸਟੂਡੀਓ ਪੁੱਟ ਹੋ ਸਕਦਾ ਜਾਂ ਉਹ ਕਾਲ ਲੌਗ ਡਾਕਟਰ ਨੂੰ ਦਿੱਤੀ ਜਾਏਗੀ। ਜੀ ਡਾਕਟਰ ਜੀ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲਾਂ ਤਾਂ ਮੈਂ ਤੁਹਾਨੂੰ ਤੁਹਾਡਾ ਬਹੁਤ ਸ਼ੁਕਰਾਨਾ ਕਰਦਾ ਹਾਂ। ਡਾਕਟਰ ਜੀ ਨਾ ਬੜੀ ਐਫਰਟ ਕਰਕੇ ਬੜੀ ਦੂਰੋਂ ਆਉਂਦੇ ਨੇ। ਦੇਖੋ ਇੱਕ ਬੜੀ ਵੱਡੀ ਗੱਲ ਹੈ, ਕਾਲ ਚੜ੍ਹਨੇ ਦੇ ਉੱਪਰ ਡਾਕਟਰ ਜੀ ਜੁੜੇ ਨੇ, ਤੁਹਾਡੀ ਸੇਵਾ ਕਰਦੇ ਨੇ। ਬੜਾ ਪਹਿਲੇ ਟਾਈਮ ਸਾਰਾ ਦੁਨੀਆ ਨੇ, ਅਸੀਂ ਹੁਣ ਇੰਗਲੈਂਡ ਦੀ ਗੱਲ ਕਰੀਏ, ਬੜੇ ਪਹਿਲੇ ਟਾਈਮ 'ਚ ਬੜਾ ਕਹਿਰ ਆਇਆ ਸਭ ਦੁਨੀਆ ਦੇ ਵਿੱਚ ਬਿਮਾਰੀ ਦਾ, ਕਰੋਨਾ ਵਾਇਰਸ ਦਾ। ਅੱਛਾ ਲੱਗਦਾ ਕਿ ਡਾਕਟਰ ਜੀ ਟੀ ਵੀ 'ਤੇ ਆਉਂਦੇ, ਸਾਨੂੰ ਪਤਾ ਜੇ ਬਿਮਾਰੀ ਹੈਗੀ ਸਾਡੇ ਕੋਈ ਸਾਥ ਹੈਗਾ। ਡਾਕਟਰ ਜੀ ਬੜਾ ਕੌਨਫੀਡੈਂਸ ਹੁੰਦਾ ਉਹਦਾ। ਹਾਂਜੀ, ਕੋਈ ਪ੍ਰੋਬਲਮ ਨਹੀਂ ਭਾਜੀ। ਦੇਖੋ ਜਿਹਨੂੰ ਵੀ ਕੋਈ ਸਲਾਹ ਚਾਹੀਦੀ ਆ ਅਸੀਂ ਦੇਣ ਨੂੰ ਤਿਆਰ ਹਾਂ। ਬਿਲਕੁਲ ਭਾਜੀ, ਬਿਲਕੁਲ। ਪਤਾ ਕਿ ਜਦੋਂ ਤੁਸੀਂ ਪਤਾ ਹੀ ਲੱਗੇ ਨਾ ਤੁਸੀਂ ਅਵੇਲੇਬਲ ਹੈਗੇ ਬੰਦੇ ਦਾ, ਉਹ ਬੜਾ ਜਿਹੜੀ ਉਹ ਦਿਮਾਗ 'ਚ ਵਰੀ ਹੁੰਦੀ ਹੈ, ਅੱਧੀ ਰਹਿ ਜਾਂਦੀ ਹੋ। ਹਾਂ ਸਹੀ ਗੱਲ ਆ ਭਾਜੀ, ਹੌਸਲਾ ਵੱਧ ਜਾਂਦਾ। ਹੌਸਲਾ ਵੱਧ ਜਾਂਦਾ ਜਦੋਂ ਕੋਈ ਹੁੰਦਾ ਵੀ ਤੁਸੀਂ ਉਹਨੂੰ ਫੋਨ ਕਰਕੇ ਸਲਾਹ ਲੈ ਸਕਦੇ ਆ ਤੇ ਥੋੜੀ ਬਹੁਤੀ ਗੱਲ ਕਰਨ ਨਾਲ ਇਹ ਆਟੋਮੈਟਿਕਲੀ ਹੌਸਲਾ ਬੰਦੇ ਦਾ ਵੱਧ ਜਾਂਦਾ ਹੈ। ਜਦੋਂ ਤੁਸੀਂ ਇਕੱਲੇ ਬੈਠੇ ਘਰ ਡਿਪਰੈਸ਼ਨ 'ਚ ਚੱਲ ਜਾਂਦੇ ਆ ਤਾਂ ਤੁਹਾਡਾ ਹੌਸਲਾ ਘਟ ਜਾਂਦਾ ਹੈ। ਬਿਲਕੁਲ ਬਿਲਕੁਲ ਭਾਜੀ, ਮੇਰੇ ਵਰਗਾ ਹੌਸਲਾ ਦਿਓ ਤਾਂ ਕੋਈ ਫਰਕ ਨਹੀਂ ਪੈਣਾ ਲੋਕਾਂ ਨੂੰ। ਐਟਲੀਸਟ ਤੁਹਾਨੂੰ ਦੇਖ ਕੇ ਲੋਕ ਖੁਸ਼ ਹੁੰਦੇ ਨੇ। ਡਾਕਟਰ ਸਾਹਿਬ ਆਪਾਂ ਪਹਿਲਾਂ ਜਿਹੜੀ ਮੁੱਦੇ 'ਤੇ ਗੱਲ ਕਰਨੀ ਬਾਅਦ 'ਚ ਕਰਾਂਗੇ। ਮੈਂ ਚਾਹਾਂਗਾ ਤੁਸੀਂ ਹੁਣ ਲੋਕਡਾਊਨ ਹੋ ਰਿਹਾ, ਪਹਿਲੀ ਗੱਲ ਤਾਂ ਕਿਉਂਕਿ ਸੈਕਿੰਡ ਟਾਈਮ ਹੋ ਰਿਹਾ, ਲੋਕੀ ਐਕਸਪੈਕਟ ਨਹੀਂ ਸੀ ਕਰਦੇ। ਦੋ ਰਿਊਮਰ ਸੀਗੇ ਕਿ ਹੋ ਸਕਦਾ ਹੈ। ਹੁਣ ਕਾਫੀ ਲੋਕ ਪੈਨਿਕ 'ਚ ਜਾ ਰਹੇ ਨੇ, ਜਿਹੜੇ ਸਪੈਸ਼ਲੀ ਇਕੱਲੇ ਰਹਿੰਦੇ ਨੇ ਨਾ ਭਾਜੀ, ਟਾਈਮ ਪਾਸ ਕਰਨਾ ਬੜਾ ਮੁਸ਼ਕਿਲ ਹੈ। ਆਪਣੀ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖ ਸਕਦੇ ਹੋ? ਹਾਂਜੀ, ਸੋ ਭਾਜੀ ਪਹਿਲੀ ਗੱਲ ਤਾਂ ਇਹ ਆ ਭਈ ਉਹ ਫਿਕਰ 'ਚ ਨਾ ਜਾਣ। ਹਾਂਜੀ, ਕਿ ਜਦੋਂ ਤੁਸੀਂ ਫਿਕਰ ਕਰਨ ਲੱਗ ਪੈਂਦੇ ਆ ਉਹ ਫਿਰ ਤੁਹਾਡੇ ਕੋਈ ਨਾ ਕੋਈ ਬਿਮਾਰੀ ਹੋਰ ਪੈਦਾ ਹੋ ਜਾਂਦੀ ਆ। ਹਾਂਜੀ, ਤੁਸੀਂ ਘਬਰਾਹਟ 'ਚ ਚਲੇ ਜਾਂਦੇ ਜਾਂ ਤੁਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਆ ਅਤੇ ਫਿਰ ਹੋਰ ਉਹਦੇ ਨਾਲ ਕੋਈ ਨਾ ਕੋਈ ਹੋਰ ਬਿਮਾਰੀ ਜੁੜ ਜਾਂਦੀ ਆ। ਸੋ ਪਹਿਲੀ ਗੱਲ ਤਾਂ ਹਰ ਵੇਲੇ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਆ। ਹਾਂਜੀ, ਕਿਤੇ ਨਾ ਕਿਤੇ ਜ਼ਰੂਰ ਹੈਲਪ ਮਿਲ ਜਾਂਦੀ ਆ, ਕਿਉਂਕਿ ਕਿਸੇ ਤਰ੍ਹਾਂ ਦੀ ਹੈਲਪ ਤੁਹਾਨੂੰ ਚਾਹੀਦੀ ਆ। ਵੋਲੰਟਰੀ ਆਰਗੇਨਾਈਜੇਸ਼ਨ ਹੈਗੇ ਆ, ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਤੁਹਾਡੀ ਜ਼ਰੂਰ ਹੈਲਪ ਕਰਨਗੇ। ਅਤੇ ਕੋਈ ਨਾ ਕੋਈ ਆਰਟੀਕਲ ਤੁਹਾਨੂੰ ਚਾਹੀਦਾ ਹੈ ਜਾਂ ਕੋਈ ਫੈਮਿਲੀ ਮੈਂਬਰ ਜਾਂ ਕੋਈ ਫਰੈਂਡ ਜਾਂ ਕੋਈ ਵੋਲੰਟਰੀ ਆਰਗੇਨਾਈਜੇਸ਼ਨ ਜ਼ਰੂਰ ਤੁਹਾਨੂੰ ਪਹੁੰਚਾਏਗੀ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਆ। ਸੋ ਘਬਰਾਉਣ ਦੀ ਲੋੜ ਨਹੀਂ ਹੈਗੀ। ਅਤੇ ਦੂਸਰੀ ਗੱਲ ਇਹ ਵੀ ਤੁਸੀਂ ਪੈਨਿਕ ਨਾ ਕਰੋ। ਹਾਂਜੀ, ਕਿਉਂਕਿ ਜੇ ਤੁਸੀਂ ਡਰੀ ਜਾਂਦੇ ਆ ਫਿਰ ਤੁਸੀਂ ਤਾਂ ਰਹਿ ਜਾਂਦੇ ਆ। ਹਾਂਜੀ, ਪਰ ਇੱਦਾਂ ਹੈਗਾ ਵੀ ਤੁਸੀਂ ਕੇਅਰਫੁਲ ਰਹੋ, ਜ਼ਰੂਰ ਸੈਂਸੀਬਲ ਪ੍ਰੀਕੋਸ਼ਨ ਲਓ। ਹਾਂਜੀ, ਸੋ ਜੇ ਤੁਹਾਨੂੰ ਜਾਣਾ ਪੈਂਦਾ ਬਾਹਰ ਤਾਂ ਤੁਸੀਂ ਆਪਣਾ ਪ੍ਰੀਕੋਸ਼ਨ ਲਓ, ਜਾਂ ਗਲਵਸ ਪਾ ਲਓ ਜਾਂ ਮਾਸਕ ਬੰਨ੍ਹ ਲਓ। ਅਤੇ ਇਹ ਸੈਂਸੀਬਲ ਚੀਜ਼ਾਂ ਹੈਗੀਆਂ, ਕਰਨੀਆਂ ਚਾਹੀਦੀਆਂ ਆ। ਪਰ ਐਵੇਂ ਡਰੀ ਜਾਣਾ ਜਿਹੜਾ ਉਹ ਵੀ ਗਲਤ ਆ ਜੀ। ਕਿਉਂਕਿ ਦੇਖੋ ਹੁਣ ਗਵਰਨਮੈਂਟ ਨੇ ਤਾਂ ਜੋ ਕਰਨਾ ਉਹ ਨਹੀਂ ਕਰਨਾ ਹੀ ਆ, ਉਹ ਆਪਾਂ ਰੋਕ ਨਹੀਂ ਸਕਦੇ। ਅਤੇ ਹੈਗਾ ਕਾਫੀ ਗੁੱਡ ਚਾਂਸ ਹੈਗਾ ਵੀ ਇਹ ਮਹੀਨੇ ਤੋਂ ਵੀ ਵੱਧ ਹੋਏਗਾ। ਲੋਕ ਮੈਂ ਕਹਿਣ ਲੱਗਾ ਸੀ ਇੱਕ ਪਾਸੇ ਤੁਹਾਨੂੰ ਅਸੀਂ ਤਸੱਲੀ ਵੀ ਦੇ ਰਹੇ ਹਾਂ, ਦੂਜੇ ਪਾਸੇ ਥੋੜਾ ਡਰਾ ਵੀ ਰਿਹਾ ਕਿ ਸ਼ਾਇਦ ਐਕਸਟੈਂਡ ਹੋ ਜਾਵੇ। ਹਾਂ, ਸੋ ਇਹ ਗੁੱਡ ਚਾਂਸ ਹੈਗਾ ਵੀ ਐਕਸਟੈਂਡ ਹੋ ਜਾਏਗਾ। ਅਤੇ ਪਰ ਪ੍ਰੋਬਲਮ ਇਹ ਹੈ, ਪਰ ਲੋਕੀ ਜਦੋਂ ਖੋਲ੍ਹ ਦਿੱਤਾ ਸੀ ਲੋਕਡਾਊਨ ਨੂੰ, ਲੋਕੀ ਸੈਂਸੀਬਲ ਨਹੀਂ ਰਹੇ। ਬਿਲਕੁਲ। ਹਾਂਜੀ, ਉਹਨੇ ਬਿਲਕੁਲ ਪ੍ਰੀਕੋਸ਼ਨ ਨਹੀਂ ਕੋਈ ਲਏ। ਅਤੇ ਖਾਸ ਕਰਕੇ ਜਿਹੜੇ ਲੋਕੀ ਪੱਬਾਂ ਵਿੱਚ ਜਾਂਦੇ ਸੀ ਜਾਂ ਰੈਸਟੋਰੈਂਟਾਂ ਵਿੱਚ ਜਾਂਦੇ ਸੀ ਅਤੇ ਉੱਥੇ ਕੋਈ ਪ੍ਰੀਕੋਸ਼ਨਸ ਨਹੀਂ ਸੀਗੇ, ਅਤੇ ਇੱਕਦਮ ਇੱਕ ਦੂਸਰੇ ਦੇ ਨਜ਼ਦੀਕ ਬੈਠ ਕੇ ਉਹ ਵਾਇਰਸ ਜਿਹੜੀ ਇੱਕ ਦੂਜੇ ਨੂੰ ਟ੍ਰਾਂਸਫਰ ਹੋ ਗਈ ਆ। ਬਿਲਕੁਲ ਬਿਲਕੁਲ। ਅਤੇ ਚਲੋ ਜਿਹੜੇ ਹੈਲਥੀ ਹੈਗੇ ਆ, ਯੰਗ ਹੈਗੇ ਆ, ਉਹਨਾਂ ਨੂੰ ਫਿਰ ਵੀ ਘੱਟ ਪ੍ਰੋਬਲਮ ਆਉਂਦਾ ਆ। ਪਰ ਜਿਨ੍ਹਾਂ ਦੀ ਸਿਹਤ ਪਹਿਲਾਂ ਹੀ ਖਰਾਬ ਆ ਉਹਨਾਂ ਲਈ ਜ਼ਿਆਦਾ ਨੁਕਸਾਨ ਹੁੰਦਾ ਆ, ਉਹਨਾਂ ਲਈ ਜ਼ਿਆਦਾ ਸੀਰੀਅਸ ਬਿਮਾਰੀ ਹੁੰਦੀ ਆ। ਸੋ ਆਪਣਾ ਬਚਾਅ ਕਰਨਾ ਚਾਹੀਦਾ ਅਤੇ ਦੂਸਰੇ ਦਾ ਵੀ ਬਚਾਅ ਕਰੋ ਤੁਸੀਂ। ਕਿਉਂਕਿ ਜੇ ਤੁਸੀਂ ਛਿੱਕ ਮਾਰਦੇ ਆ ਜਾਂ ਤੁਸੀਂ ਖੰਘਦੇ ਆ, ਫਿਰ ਉਹ ਜਿਹੜੇ ਡ੍ਰੌਪਲੇਟ, ਮਾਈਕਰੋ ਡ੍ਰੌਪਲੇਟਸ ਨਿਕਲਦੇ ਮੂੰਹ 'ਚੋਂ, ਉਹ ਗਾਹਾਂ ਹੋਰ ਕਿਸੇ ਨੂੰ ਟ੍ਰਾਂਸਫਰ ਹੋ ਸਕਦੇ ਆ। ਸੋ ਇਸੇ ਕਰਕੇ ਮਾਸਕ ਪਾਉਣੀ ਚਾਹੀਦੀ ਆ। ਭਾਜੀ ਛਿੱਕ ਦੀ ਗੱਲ ਕਰਦੇ ਹੋ, ਅੱਜ ਕੱਲ੍ਹ ਛਿੱਕ ਤੋਂ ਤਾਂ ਦੁਨੀਆ ਇੰਨੀ ਡਰਦੀ ਹੈ, ਜੇ ਕਦੀ ਕੁੱਤਾ ਵੀ ਛਿੱਕ ਮਾਰਦਾ ਤਾਂ ਵੀ ਦੁਨੀਆ ਦੌੜ ਜਾਂਦੀ ਹੈ ਕਿ ਯਾਰ ਕਿਤੇ ਕੁੱਤੇ ਨੂੰ ਤਾਂ ਨਹੀਂ ਲੱਗ ਗਈ। ਹਾਲੇ ਕੋਈ ਇੱਦਾਂ ਦਾ ਕੇਸ ਆਇਆ ਤਾਂ ਨਹੀਂ ਹੈ ਕਿ ਜਾਨਵਰਾਂ 'ਚ ਗਈ ਹੈ, ਪਰ ਫਿਰ ਵੀ ਲੋਕਾਂ ਦਾ ਡਰ। ਇੱਕ ਗੱਲ ਡਾਕਟਰ ਸਾਹਿਬ ਨੇ ਬਹੁਤ ਅੱਛੀ ਕਹੀ ਹੈ ਨਾ। ਦੇਖੋ ਅਸੀਂ ਕਹਿ ਦਿੰਦੇ ਹਾਂ, ਕਹਿਣਾ ਬੜਾ ਸਖਾਲਾ, ਕਰਨਾ ਔਖਾ ਹੁੰਦਾ। ਸਭ ਤੋਂ ਪਹਿਲਾਂ ਨਾ ਤੁਸੀਂ ਡਾਕਟਰ ਸਾਹਿਬ ਅਸੀਂ ਕਹਿ ਦਿੰਦੇ ਹਾਂ, ਦੇਖੋ ਕਿਸੇ ਦਾ ਥੋੜ੍ਹਾ ਜਿਹਾ ਸਿਰ ਦੁਖਣ ਲੱਗ ਗਿਆ, ਉਹਨੂੰ ਥੋੜ੍ਹਾ ਜਿਹਾ ਲੱਗਿਆ ਮੈਂ ਗਰਮ ਹੈਗਾ, ਬੰਦਾ ਇੱਕਦਮ ਪੈਨਿਕ ਕਰ ਜਾਂਦਾ ਕਿ ਪਤਾ ਨਹੀਂ ਕੀ ਹੋਏਗਾ। ਹਾਂਜੀ, ਦਸ ਰਾਜ ਪੈਨਿਕ ਕਰਨੇ ਦੀ ਲੋੜ ਨਹੀਂ ਹੈਗੀ।
ਹਾਂਜੀ ਕਿਉਂਕਿ ਤੁਹਾਨੂੰ ਮਾਈਲਡ ਕੋਲਡ ਹੋ ਸਕਦਾ, ਮਾਈਲਡ ਕੋਈ ਫਲੂ ਵੀ ਹੋ ਸਕਦਾ, ਉਹਦੇ ਨਾਲ ਤੁਹਾਡਾ ਟੈਂਪਰੇਚਰ ਅਪ ਥੋੜ੍ਹਾ ਜਿਹਾ ਹੋ ਜਾਂਦਾ। ਸੋ ਇੱਕਦਮ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਵੇਟ ਕਰੋ। ਜੇ ਤੁਹਾਨੂੰ ਕੋਈ ਸੀਰੀਅਸ ਸਿੰਪਟਮ ਡਿਵੈਲਪ ਹੁੰਦਾ, ਪਈ ਸਾਹ ਚੜ੍ਹਨ ਲੱਗ ਪੈਂਦਾ ਆ, ਤਾਂ ਫਿਰ ਤੁਸੀਂ ਡਾਕਟਰ ਨੂੰ ਜ਼ਰੂਰ ਕੰਟੈਕਟ ਕਰੋ। ਇੱਕ ਜ਼ਰੂਰੀ ਹੈਗਾ, ਦੇਖੋ ਆਪਣਾ ਜਦੋਂ ਤੁਸੀਂ ਘਰ ਲੋਕਡਾਊਨ ਹੈ, ਤੁਹਾਨੂੰ ਪਤਾ ਜਿਹੜੀ ਮੈਜੋਰਿਟੀ ਤੁਹਾਡੇ ਟੈਲੀਫੋਨ ਦੇ ਸਰਵਿਸ ਪ੍ਰੋਵਾਈਡਰ ਹੈ, ਅੱਜ ਕੱਲ੍ਹ ਲੈਂਡਲਾਈਨਾਂ ਸਾਰੇ ਫ੍ਰੀ ਹੁੰਦੇ ਆ। ਆਲਵੇਜ਼ ਕੀਪ ਇਨ ਟੱਚ ਵਿਦ ਯੋਰ ਫੈਮਿਲੀ ਫਰੈਂਡਸ ਦੇ ਨਾਲ ਗੱਲਬਾਤ ਕਰੋ, ਕੰਟੈਕਟ ਵਿੱਚ ਰਹੋ। ਕੋਈ ਵੀ ਥੋੜੀ ਬਹੁਤੀ ਮੁਸੀਬਤ ਹੁੰਦੀ ਹੈ, ਕੋਈ ਨਾ ਕੋਈ ਤੁਹਾਨੂੰ ਗਾਈਡ ਕਰ ਸਕਦਾ ਹੈ। ਬਾਕੀ ਬਹੁਤ ਇੰਪੋਰਟੈਂਟ ਗੱਲ ਜੋ ਡਾਕਟਰ ਰਾਜ ਨੇ ਦੱਸਿਆ, ਰਾਜ ਛੁੱਟੀਆਂ ਦੇ ਜਿਹੜੇ ਲੋਕਡਾਊਨ ਦੇ ਥਰੂ ਡਾਕਟਰ ਜੀ ਅਵੇਲੇਬਲ ਹੈਗੇ ਨੇ, ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੈ। ਜਦੋਂ ਪਤਾ ਲੱਗਦਾ ਕਿ ਇੱਕ ਬੜਾ ਐਕਸਪੀਰੀਅੰਸ ਬੰਦਾ ਮੈਡੀਸਿਨ ਦੇ ਵਿੱਚ ਤੁਹਾਡੇ ਕੋਲ ਖੜਾ ਹੈਗਾ ਨਾ, ਡਾਕਟਰ ਜੀ ਇੱਕ ਬੜੀ ਇੰਪੋਰਟੈਂਟ ਗੱਲ ਹੈ, ਮੈਂ ਫੇਰ ਕਹਿੰਦਾ ਚਾਹਾਂ, ਤੁਹਾਨੂੰ ਪਤਾ ਕਿ ਜਿਹੜੇ NHS ਇਜ਼ ਰੀਅਲੀ ਓਵਰ ਵਰਕ ਹੋ ਗਏ ਨੇ, ਉਹਨਾਂ ਦਾ ਲੋਡ ਇੰਨਾ ਹੋ ਗਿਆ ਕਿ ਕੈਪੈਸਿਟੀ ਵੀ ਫੁੱਲ ਹੋ ਗਈ ਉਹਨਾਂ ਦੀ। ਦੈਟਸ ਵਾਈ ਇਹਨਾਂ ਨੇ ਕੀਤਾ ਲੋਕਡਾਊਨ। ਬੜੇ ਲੋਕਾਂ ਦੀ ਇਨਫੈਕਸ਼ਨ ਹੋ ਰਹੀ ਹੈ ਤੇ ਹਸਪੀਟਲ ਕੋਪ ਨਹੀਂ ਕਰ ਸਕਦੇ। ਹੁਣ ਉੱਥੇ NHS ਅੱਗੇ ਬੜੇ ਵੱਡਾ ਗਰੁੱਪ ਹੈਗਾ, ਥਰੂ UK ਦੇ ਵਿੱਚ ਡਾਕਟਰ ਸਾਹਿਬ ਇਕੱਲੇ ਨੇ, ਇਹਨਾਂ ਦਾ ਕਿਹੜਾ ਕੋਈ ਵੱਡੀ ਕੰਪਨੀ ਹੈ, ਇਹ ਇਕੱਲੇ ਡੀਲ ਕਰਦੇ ਨੇ, ਲੇਕਿਨ ਫਿਰ ਵੀ ਮੈਦਾਨ 'ਚ ਖੜੇ ਨੇ, ਕਹਿੰਦੇ ਨੇ 1.25 ਲੱਖ ਸਿੱਖ ਹੁੰਦਾ ਹੈ ਉਹਦੇ ਬਰਾਬਰ। ਜੋ ਉਹਨਾਂ ਦੀ ਕੋਸ਼ਿਸ਼ ਹੋਗੀ ਕਰਨਗੇ, ਪਰ ਐਟਲੀਸਟ ਇਜ਼ ਦੇਅਰ। ਪਲੀਜ਼ ਆਪਣਾ ਬਿਲਕੁਲ ਤੁਸੀਂ ਅੱਛੀ ਤਰ੍ਹਾਂ ਰਹੋ, ਫਿਕਰ ਨਾ ਕਰੋ। ਅਕਾਲ ਚੈਨਲ ਵਾਚ ਕਰਿਆ ਕਰੋ। ਆਪਣਾ ਜੋ ਵੀ ਪ੍ਰੋਗਰਾਮ ਅੱਛਾ ਲੱਗਦੇ ਨੇ ਤੁਸੀਂ ਉੱਥੇ ਧਿਆਨ ਲਾਣਾ ਸ਼ੁਰੂ ਕਰੋ। ਸਵੇਰ ਸ਼ਾਮ ਬਾਣੀ ਸੁਣੋ, ਸਾਡੇ ਪਾਠ ਹੁੰਦਾ ਹੈ, ਸੁਖਮਨੀ ਸਾਹਿਬ ਦਾ ਪਾਠ, ਰਸਤਾ ਪਾਠ ਹੁੰਦਾ। ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਟਾਈਮ ਪਾਸ ਕਰ ਸਕਦੇ ਹੋ। ਬੜਾ ਮੌਕਾ ਲੱਗਦਾ। ਜਦੋਂ ਲੋਕਡਾਊਨ ਸੀ ਲੋਕਾਂ ਨੂੰ ਕਿੱਥੇ ਟਾਈਮ ਲੱਗਦਾ ਸੀ ਡਾਕਟਰ ਜੀ? ਹਾਂਜੀ ਦੈਟਸ ਰਾਈਟ ਯਾ। ਚਲੋ ਐਦਾਂ ਹੈਗਾ ਪਈ, ਲੋਕੀ ਹੁਣ ਜੇ ਘਰ ਬੈਠੇ ਆ, ਉਹ ਆਪਣੇ ਕੋਈ ਹੋਰ ਵੀ ਕੰਮ ਆਪਣੇ ਕਰ ਸਕਦੇ ਜਿਹੜੇ ਰੁਕੇ ਸੀ। ਜੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਡਰ ਕੇ ਬੈਠੇ ਰਹਿਣਾ, ਬਸ ਸਕਰੀਨ ਦੇ ਨਾਲੇ ਜੁੜੇ ਰਹਿਣਾ। ਤੁਹਾਡਾ ਕੋਈ ਡੈਕੋਰੇਸ਼ਨ ਦਾ ਕੰਮ ਹੈਗਾ ਉਹ ਕਰ ਲਓ, ਤੁਹਾਡੇ ਗਾਰਡਨ ਦਾ ਕੋਈ ਕੰਮ ਹੈਗਾ ਉਹ ਕਰ ਲਓ। ਤੇ ਜ਼ਰੂਰੀ ਥੋੜ੍ਹਾ ਜਿਹਾ ਫਰੈਸ਼ ਏਅਰ ਲੈਣਾ ਵੀ ਜ਼ਰੂਰੀ ਆ। ਇਹ ਵੀ ਤੁਸੀਂ ਘਰ ਤੋਂ ਬਾਹਰ ਨਿਕਲੋ ਹੀ ਨਾ, ਬਾਹਰ ਨਿਕਲੋ ਗਾਰਡਨ ਵਿੱਚ, ਥੋੜ੍ਹਾ ਜਿਹਾ ਪਾਰਕ ਵਿੱਚ, ਤੇ ਫਰੈਸ਼ ਏਅਰ ਜ਼ਰੂਰ ਲਓ। ਹਾਂ ਬਿਲਕੁਲ, ਇੱਦਾਂ ਨਹੀਂ ਕਿ ਬਾਰੀਆਂ ਬੂਹੇ ਬੰਦ ਕਰਨੇ ਨੇ, ਖੋਲੋ ਬਾਰੀਆਂ, ਹਵਾ ਆਉਂਦੋ, ਗਾਰਡਨ 'ਚ ਜਾਓ, ਆਪਣੇ ਤੁਸੀਂ ਫ੍ਰੀਲੀ ਫਿਰ ਸਕਦੇ ਹੋ, ਉਹਦਾ ਕੋਈ ਡਰ ਨਹੀਂ ਹੈ। ਹਾਂਜੀ ਡਾਕਟਰ ਸਾਹਿਬ, ਮੈਂ ਇੱਕ ਤੁਹਾਨੂੰ ਕੰਪਲੀਮੈਂਟ ਦਿੰਦਾ। ਲਾਸਟ ਟਾਈਮ ਤੁਸੀਂ ਦੱਸਿਆ ਸੀ ਨਾ ਨੈਕ ਦਾ, ਬੜੇ ਲੋਕੀ ਟਰਾਈ ਕਰਨ ਦੇ ਵਿੱਚ, ਦੇ ਰੀਅਲੀ ਟਰਾਈਂਗ ਇਟ। ਮੈਨੂੰ ਫੋਨ ਨਹੀਂ ਆਇਆ ਕਿ ਫਰਕ ਪਿਆ, ਕਿ ਕਿਉਂਕਿ ਹਫਤਾ ਹੀ ਹੋਇਆ ਹਲੇ, ਤੇ ਆਈ ਥਿੰਕ ਕਾਫੀ ਲੋਕਾਂ ਨੂੰ ਉਹ ਚੀਜ਼ ਤਾਂ ਨਾ ਅੱਛੀ ਦਿਲ ਨੂੰ ਲੱਗੀ, ਤੇ ਦੇ ਡੂਇੰਗ ਇਟ। ਅੱਛਾ, ਤੁਸੀਂ ਕੀਤਾ ਸੀ ਟਰਾਈ? ਮੈਂ ਵੀ ਕੀਤਾ ਸੀ, ਸੱਚੀ ਕਹਿੰਦਾ ਪਿਆ। ਅੱਜ ਦੇ ਤੇ ਤੁਸੀਂ ਦੇਖਿਆ ਨਾ ਵੀ ਧੌਣ ਫਲੈਕਸੀਬਲ ਜ਼ਿਆਦਾ ਹੋ ਜਾਂਦੀ ਹੈ, ਧੌਣ ਫਿਰ ਜ਼ਿਆਦਾ ਮੁੜਦੀ ਹੈ ਨਾ। ਬਿਲਕੁਲ ਬਿਲਕੁਲ। ਹਾਂ ਮੈਂ ਲਾਸਟ ਟਾਈਮ ਵੀ ਕਹਿ ਰਿਹਾ ਸੀ, ਮੈਂ ਕਿਹਾ ਨਹੀਂ, ਮੈਂ ਕਿਹਾ ਬੁਰਾ ਲੱਗਦਾ, ਪਰ ਮੈਂ ਕਹਿ ਦਿੰਦਾ। ਮੈਂ ਕਿਹਾ ਸੀ ਨਾ, ਤੁਸੀਂ ਇਹਦੇ 'ਚ ਕੋਈ ਡਰ ਨਹੀਂ ਹੈਗਾ, ਤੁਸੀਂ ਘਰ ਬੈਠ ਕੇ ਕਰ ਸਕਦੇ ਹੋ। ਕੋਈ ਇੱਦਾਂ ਨਹੀਂ ਕਿ ਸੁਪਰਵਿਜ਼ਨ ਚਾਹੀਦੀ ਹੈ, ਪਰ ਇੱਦਾਂ ਨਾ ਹੋਵੇ ਤੁਸੀਂ ਹੱਥ ਪਿੱਛੇ ਪਾਇਆ ਤੇ ਉਂਗਲਾਂ ਫਸ ਜਾਣ। ਫਿਰ ਕੋਈ ਦਰਵਾਜ਼ੇ ਤੇ ਆਵੇ ਤਾਂ ਤੁਸੀਂ ਦਰਵਾਜ਼ਾ ਨਾ ਖੋਲ ਪਾਵੋ। ਨਹੀਂ ਇੱਦਾਂ ਨਹੀਂ ਹੈ, ਤਾਂ ਸਿਰਫ ਮਜ਼ਾਕ ਹੈਗਾ। ਕਿਉਂਕਿ ਜਦੋਂ ਤੁਸੀਂ ਹੱਥ ਪਿੱਛੇ ਕਰਦੇ ਹੋ, ਪ੍ਰੋਪਰ ਸੇਫਟੀ ਹੈ। ਤੁਸੀਂ ਬੈਠ ਕੇ ਕਰਨਾ, ਜਾਂ ਬੈੱਡ ਤੇ ਬੈਠੇ ਹੋ ਜਾਂ ਚੇਅਰ ਤੇ ਬੈਠੇ ਹੋ, ਇੱਦਾਂ ਦੀ ਕੋਈ ਡਰ ਨਹੀਂ ਹੈਗਾ। ਤੇ ਉਹ ਭਾਜੀ ਫਰਕ ਪੈਂਦਾ ਵੈਸੇ। ਨਾਲ ਕੋਈ ਸਟ੍ਰੇਨ ਤਾਂ ਹੈ ਨਹੀਂ, ਸਟ੍ਰੇਨ ਕਰਨ ਦੀ ਲੋੜ ਨਹੀਂ ਹੈ। ਤੇ ਤੁਸੀਂ ਜੈਂਟਲੀ ਧੌਣ ਨੂੰ ਮੂਵ ਕਰਨਾ ਹੈ, ਕੱਲੇ ਧੌਣ ਕਰਨੀ ਹੈ, ਬੈਠੇ ਕਰਦੇ ਹੋ ਤੁਸੀਂ, ਕੋਈ ਡਿੱਗਣ ਦਾ ਡਰ ਨਹੀਂ ਹੈਗਾ, ਕੁਛ ਏਦਾਂ ਨਹੀਂ ਹੈਗਾ, ਕੋਈ ਡਰ ਨਹੀਂ। ਹਾਂਜੀ, ਇਹ ਤਾਂ ਇੱਕ ਐਕਸਪੈਰੀਮੈਂਟ। ਅਗਰ ਤੁਸੀਂ ਕੋਈ ਘਰ ਪਿਆ, ਘਰਾਂ ਦੇ ਵਿੱਚ ਜਿਨ੍ਹਾਂ ਵੀ ਸਟਾਰਟ ਕੀਤਾ ਸੀ, ਪਲੀਜ਼ ਡੂ ਕਾਲ ਇਨ, ਦੱਸਿਓ ਕਿ ਥੋੜਾ ਬਹੁਤਾ ਫਰਕ ਪਿਆ ਕਿ ਨਹੀਂ। 2-3 ਦਫਾ ਦਿਨ 'ਚ ਕਰੋ, ਏਦਾਂ ਥੋੜੀ ਇੱਕ ਦਫਾ ਕਰ ਲਿਆ ਫਿਰ ਭੁੱਲ ਗਏ 2-3 ਦਿਨ। ਹਾਂਜੀ, ਧੌਣ ਥੋੜੀ ਜਿਹੀ ਫਲੈਕਸੀਬਲ ਹੋ ਜਾਂਦੀ। ਬਿਲਕੁਲ ਬਿਲਕੁਲ ਬਿਲਕੁਲ। ਥੈਂਕ ਯੂ ਡਾਕਟਰ ਜੀ। ਹੁਣ ਅੱਜ ਕੀ ਮੁੱਦਾ ਹੈਗਾ ਸੀ, ਕਿਹਦਾ ਡਿਸਕਸ? ਹਾਂਜੀ, ਆਪਾਂ ਅੱਜ ਹਾਰਟ ਤੇ ਕੰਟੀਨਿਊ ਕਰ ਰਹੇ ਹਾਂ। ਮੈਨੂੰ ਲੱਗਦਾ ਬੜੀ ਚੰਗੀ ਗੱਲ ਹੈ। ਸਾਰੇ ਨਾਲ ਵੱਡੀ ਮੁਸੀਬਤ ਇੱਥੇ ਹੀ ਹੈ ਨਾ, ਦਿਲ ਦੀ। ਰਾਈਟ, ਹੈਗਾ ਨੰਬਰ 1 ਪ੍ਰੋਬਲਮ ਆ ਸਾਰੇ ਕੰਟਰੀ ਵਿੱਚ, ਤੇ USA ਵਿੱਚ ਵੀ ਨੰਬਰ 1 ਤੇ ਪ੍ਰੋਬਲਮ ਆ। ਤੇ ਇੱਥੇ ਆਪਾਂ ਥੋੜਾ ਜਿਹਾ ਹੋਰ ਧਿਆਨ ਦਿੰਦੇ ਹਾਂ। ਠੀਕ ਹੈ। ਤੇ ਸੋ ਪਿਛਲੀ ਵਾਰੀ ਆਪਾਂ ਕਾਫੀ ਡਿਸਕਸ ਕੀਤਾ ਸੀ ਵੀ ਹਾਰਟ ਦਾ ਸਟਰਕਚਰ ਕਿੱਦਾਂ ਹੁੰਦਾ ਆ, ਤੇ ਬਿਮਾਰੀਆਂ ਕਿੱਦਾਂ ਸ਼ੁਰੂ ਹੁੰਦੀਆਂ। ਭਾਜੀ ਇਟ ਵਾਸ ਨਾਈਸ ਜਿਹੜਾ ਤੁਸੀਂ ਡਾਇਗਰਾਮ ਦਿਖਾਇਆ ਸੀ ਨਾ, ਕਿ ਕਿਸ ਤਰ੍ਹਾਂ ਖੂਨ ਜਾਂਦਾ, ਕਿੱਧਰੋਂ ਜਾਂਦਾ, ਕੀ ਹੁੰਦਾ, ਬੜਾ ਅੱਛਾ। ਐਟਲੀਸਟ ਹਰ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਕਿ ਸਿਸਟਮ ਕਿੱਦਾਂ ਵਰਕ ਆਊਟ ਹੁੰਦਾ। ਹਾਂ ਬਿਲਕੁਲ ਜੀ, ਉਹ ਥੋੜੀ ਜਿਹੀ ਅੰਡਰਸਟੈਂਡਿੰਗ ਜ਼ਿਆਦਾ ਹੋ ਜਾਂਦੀ ਹੈ ਵੀ ਕਿੱਦਾਂ ਹਾਰਟ ਜਿਹੜਾ ਉਹ ਇੱਕ ਪੰਪ ਆ, ਵੀ ਉਹ ਸਾਰੀ ਬੋਡੀ ਵਿੱਚ ਖੂਨ ਨੂੰ ਸਰਕੂਲੇਟ ਕਿੱਦਾਂ ਕਰਦਾ ਆ, ਤੇ ਉਹਦੇ ਜਿਹੜੇ ਕੰਪਾਰਟਮੈਂਟ ਆ ਉਹ ਕਿੱਦਾਂ ਇੱਕ ਦੂਸਰੇ ਦੇ ਨਾਲ ਐਗਜ਼ੈਕਟਲੀ ਇਨ ਟਾਈਮ ਕੰਮ ਕਰਦੇ ਆ। ਤੇ ਉਹਦੇ ਵਿੱਚ ਜਿਹੜੀਆਂ ਵਾਲਵਸ ਫਿੱਟ ਹੋਈਆਂ ਆ, ਵੀ ਉਹ ਫਿਰ ਪਿਛਾਂ ਨੂੰ ਨਹੀਂ ਖੂਨ ਨੂੰ ਜਾਣ ਦਿੰਦੇ। ਬਿਲਕੁਲ ਬਿਲਕੁਲ। ਸੋ ਵੈਰੀ ਇੰਪੋਰਟੈਂਟ ਦਿਸ ਥਿੰਗਸ। ਤੇ ਜਦੋਂ ਫਿਰ ਹਾਰਟ ਡਿਜ਼ੀਜ਼ ਹੋ ਹੀ ਜਾਂਦੀ ਕੋਈ, ਤੇ ਉਹਦਾ ਚਾਂਸ ਹੁੰਦਾ ਵੀ ਉਹ ਹਾਰਟ ਫੇਲੀਅਰ 'ਚ ਚਲੇ ਜਾਂਦਾ ਪੇਸ਼ੈਂਟ। ਤੇ ਹਾਰਟ ਫੇਲੀਅਰ ਦਾ ਮਤਲਬ ਇਹ ਸਿਰਫ ਨਾ ਹੁੰਦਾ ਵੀ ਜਿਹੜਾ ਹਾਰਟ ਆ ਉਹ ਪੂਰਾ ਐਫੀਸ਼ੀਐਂਟਲੀ ਨਹੀਂ ਪੰਪ ਕਰ ਰਿਹਾ, ਸਹੀ ਨਹੀਂ ਪੰਪ ਕਰ ਰਿਹਾ। ਹਾਂਜੀ, ਤੇ ਉਹ ਸਿਰਫ ਇੰਨਾ ਹੀ ਇਹਦਾ ਮਤਲਬ ਆ।
ਤੇ ਇਸ ਕਰਕੇ ਫਿਰ ਬੰਦੇ ਨੂੰ ਸਾਹ ਚੜ੍ਹਨ ਲੱਗ ਪੈਂਦਾ ਹੈ। ਹਾਂਜੀ, ਕਿਉਂਕਿ ਪੂਰੀ ਆਕਸੀਜਨ ਨਹੀਂ ਮਿਲਦੀ ਹੈਗੀ ਤੇ ਸਾਹ ਚੜ੍ਹਨ ਲੱਗ ਪੈਂਦਾ ਹੈ, ਜਾਂ ਥਕਾਵਟ ਮਹਿਸੂਸ ਕਰਦਾ ਬੰਦਾ ਬਹੁਤ, ਤੇ ਹੋ ਸਕਦਾ ਵੀ ਉਹਨਾਂ ਦੇ ਗਿੱਟੇ ਵੀ ਸੁੱਜ ਜਾਂਦੇ ਆ, ਕਿਉਂਕਿ ਉਹ ਪੂਰਾ ਪੰਪ ਨਹੀਂ ਹੁੰਦਾ ਤੇ ਫਲੂਇਡ ਜਿਹੜੀ ਆ ਉਹ ਫੇਫੜਿਆਂ ਵਿੱਚ ਰੁਕਣ ਲੱਗ ਪੈਂਦੀ ਆ। ਹਾਂਜੀ, ਤੇ ਕਰਕੇ ਪੂਰਾ ਸਰਕੂਲੇਸ਼ਨ ਨਹੀਂ ਹੁੰਦਾ, ਕਰਕੇ ਉਹ ਪੰਪ ਜਿਹੜਾ ਹੈ ਪੂਰਾ ਨਹੀਂ ਪੰਪ ਕਰ ਰਿਹਾ ਤੁਹਾਡਾ ਹਾਰਟ ਜਿਹੜਾ, ਤੇ ਉਹ ਫਿਰ ਐਕਸਟ੍ਰੈਮਿਟੀਜ਼ ਵਿੱਚ ਜਿਹੜੇ ਦੂਰ ਆ ਹਾਰਟ ਤੋਂ ਪਾਰਟਸ, ਉੱਥੇ ਜੇ ਪੈਰਾਂ ਵਿੱਚ ਜਾਂ ਗਿੱਟਿਆਂ ਵਿੱਚ ਸੋਜ ਪੈ ਜਾਂਦੀ ਆ। ਹਾਂਜੀ, ਪਾਣੀ ਰੁਕ ਜਾਂਦਾ ਤੇ ਹੋ ਸਕਦਾ ਵੀ ਉਹਨਾਂ ਦੇ ਦਿਲ ਜਿਹੜਾ ਕੁਝ ਧੜਕਣ ਵੀ ਲੱਗ ਪੈਂਦਾ, ਪੈਲਪੀਟੇਸ਼ਨ ਵੀ ਹੋਣ ਲੱਗ ਪੈਂਦੀ ਆ। ਸੋ ਇੱਦਾਂ ਦੀਆਂ ਸਿੰਪਟਮਸ ਆ ਜਾਂਦੀਆਂ, ਤੇ ਜੇ ਆਉਂਦੀਆਂ ਤਾਂ ਜ਼ਰੂਰ ਚੈੱਕਅਪ ਕਰਾਉਣਾ ਚਾਹੀਦਾ ਬੰਦੇ ਨੂੰ। ਹਾਂਜੀ, ਪੂਰੇ ਉਹ ਫਿਰ ਤੁਹਾਡੇ ਪੂਰੇ ਚੈੱਕਅਪ ਕਰਨਗੇ, ਜਿੰਨੇ ਵੀ ਟੈਸਟ ਹੁੰਦੇ ਉਹਨਾਂ ਕੋਲ ਸਾਰੇ ਟੈਸਟ ਕਰਕੇ ਦੱਸਣਗੇ ਵੀ ਤੁਹਾਨੂੰ ਕੋਈ ਐਕਚੁਅਲੀ ਹਾਰਟ ਪ੍ਰੋਬਲਮ ਹੈਗਾ। ਭਾਜੀ ਜਿਹੜੀ ਹਾਰਟ ਬੀਟ ਹੁੰਦੀ ਹੈ ਬੜੀ ਫਾਸਟ ਹੋ ਜਾਂਦੀ ਹੈ, ਹਾਂ, ਤੇ ਉਹ ਕਈਆਂ ਦੇ ਤਾਂ ਬੜੀ ਦੇਰ ਤੱਕ ਮੈਂ ਦੇਖਿਆ ਰਹਿੰਦਾ। ਕੋਈ ਇਲਾਜ ਉਹਦਾ ਹੈ ਵੈਸੇ ਉਹਦਾ ਸਿਸਟਮ? ਹਾਂਜੀ, ਇਹ ਐਲੋਪੈਥਿਕ ਸਿਸਟਮ ਵਿੱਚ ਇਹੀ ਆ, ਉਹ ਤੁਹਾਨੂੰ ਬੀਟਾ ਬਲੋਕਰ ਦਵਾਈਆਂ ਦੇਣਗੇ। ਬੀਟਾ ਬਲੋਕਰ ਹੁੰਦੀਆਂ ਉਹ ਜਿਹੜੀ ਐਡਰੇਨਲਿਨ ਹੁੰਦੀ ਆ ਤੁਹਾਡੀ ਬਾਡੀ ਵਿੱਚ, ਇੱਕ ਉਹ ਫਾਸਟ ਕਰਦੀ ਆ ਤੇ ਉਹਨੂੰ ਬਲੋਕ ਕਰਦੇ ਬੀਟਾ ਬਲੋਕਰ। ਹਾਂਜੀ, ਵੀ ਹਾਰਟ ਮਸਲ ਤੇ ਉਹਦਾ ਐਡਰੇਨਲਿਨ ਦਾ ਨਾ ਇਫੈਕਟ ਪਵੇ ਤੇ ਥੋੜ੍ਹਾ ਜਿਹਾ ਸਲੋ ਕਰ ਦਿੰਦੇ ਹਾਰਟ ਨੂੰ, ਪਰ ਉਹਨਾਂ ਦੇ ਆਪਣੇ ਕਈ ਸਾਈਡ ਇਫੈਕਟਸ ਹੁੰਦੇ ਆ। ਹਾਂਜੀ, ਸੋ ਕਈ ਬੀਟਾ ਬਲੋਕਰ ਹੈਗੇ ਆ, ਉਹਨਾਂ ਦਾ ਅਸਰ ਤੁਹਾਡੇ ਫੇਫੜਿਆਂ ਤੇ ਵੀ ਪੈਂਦਾ, ਸਾਈਡ ਇਫੈਕਟ ਹੋ ਜਾਂਦੀ ਆ। ਸੋ ਜੇ ਤੁਹਾਨੂੰ ਕੋਈ ਆਲਰੇਡੀ ਸਾਹ ਦਾ ਪ੍ਰੋਬਲਮ ਹੈਗਾ ਤਾਂ ਉਹ ਤੁਹਾਡਾ ਸਾਹ ਬੀਟਾ ਬਲੋਕਰ ਨਾਲ ਅਨਫੋਰਚੂਨੇਟਲੀ ਰੁਕਣ ਲੱਗ ਪੈਂਦਾ ਹੈ। Really? ਹਾਂ, ਤੇ ਜਿਹੜੇ ਐਕਸਟ੍ਰੈਮਿਟੀਜ਼ ਹੈਗੇ ਆ, ਜਾਂ ਉਂਗਲਾਂ ਆ, ਜਾਂ ਤੁਹਾਡੇ ਪੈਰਾਂ ਦੀਆਂ ਉਂਗਲਾਂ, ਅੰਗੂਠੇ ਆ, ਤੇ ਉਹਨਾਂ ਵਿੱਚ ਖੂਨ ਪੂਰਾ ਨਹੀਂ ਪਹੁੰਚਣ ਦਿੰਦੇ ਉਹ, ਕਰਕੇ ਉਹ ਕੰਸਟ੍ਰਿਕਟ ਕਰ ਦਿੰਦੇ ਉਹਨਾਂ ਨੂੰ, ਤੇ ਉਹ ਵੀ ਫਿਰ ਠੰਡੇ ਰਹਿਣ ਲੱਗ ਪੈਂਦੇ ਆ। ਸੋ ਇਦਾਂ ਦੇ ਕਈ ਸਾਈਡ ਇਫੈਕਟਸ ਹੈਗੇ ਆ ਪੈਲਪੀਟੇਸ਼ਨ ਦੇ ਤੇ ਬੀਟਾ ਬਲੋਕਰਸ ਦੇ। ਪਰ ਪੈਲਪੀਟੇਸ਼ਨ ਕਈ ਲੋਕਾਂ ਨੂੰ ਭਾਜੀ ਆਪਣੇ ਆਪ ਕਰ ਲੈਂਦੇ ਉਹ। ਤੇ ਜਦੋਂ ਪਹਿਲਾਂ ਲੋਕਡਾਊਨ ਸ਼ੁਰੂ ਹੋਇਆ ਸੀ ਮਾਰਚ ਵਿੱਚ, ਤੇ ਉਸ ਵੇਲੇ ਕਿਨੇ YouTube ਤੇ ਪਾ ਦਿੱਤਾ ਵੀ ਤੁਸੀਂ ਜੇ ਲਸਣ ਜ਼ਿਆਦਾ ਖਾਓ ਤੇ ਅਦਰਕ ਜ਼ਿਆਦਾ ਖਾਓ ਤੇ ਤੁਹਾਨੂੰ ਵਾਇਰਸ ਨਾ ਫੜੇਗੀ। ਸੋ ਕਈ ਲੋਕਾਂ ਦੇ ਫੋਨ ਆਏ, ਉਹ ਕਹਿੰਦੇ ਮੇਰਾ ਤਾਂ ਦਿਲ ਬਹੁਤ ਤੇਜ਼ ਚੱਲਦਾ ਆ। ਤੇ ਮੈਂ ਕਿਹਾ ਵੀ ਤੁਸੀਂ ਕੀ ਖਾਂਦੇ ਰਹੇ ਆ? ਉਹ ਕਹਿੰਦੇ ਅਸੀਂ ਲਸਣ ਜ਼ਿਆਦਾ ਖਾਂਦੇ ਰਹੇ ਤੇ ਅਦਰਕ ਜ਼ਿਆਦਾ ਖਾਂਦੇ ਰਹੇ। ਉਹਨਾਂ ਨੂੰ ਫਿਰ ਗਰਮੀ ਹੋ ਗਈ। ਹਾਂਜੀ, ਇਹ ਕਿਉਂਕਿ ਇਹ ਗਰਮ ਬਹੁਤ ਚੀਜ਼ਾਂ ਆ, ਤੇ ਜ਼ਿਆਦਾ ਖਾਣ ਦੇ ਨਾਲ, ਗਰਮ ਚੀਜ਼ਾਂ ਦੇ ਨਾਲ ਤੁਹਾਡਾ ਹਾਰਟ ਜਿਹੜਾ ਫਾਸਟ ਚੱਲਣ ਲੱਗ ਪੈਂਦਾ ਹੈ। ਪਰ ਡਾਕਟਰ ਸਾਹਿਬ ਇੱਕ ਹੋਰ ਗੱਲ ਹੈਗੀ, YouTube ਦੇ ਵਿੱਚ ਲੋਕੀ, ਤੁਹਾਨੂੰ ਨਹੀਂ ਪਤਾ ਕਿਹਨੇ ਪਾਈ ਹੈ, ਉਹਦੇ ਕੋਲ ਮੈਡੀਕਲ ਨੌਲੇਜ ਹੈਗੀ ਕਿ ਨਹੀਂ ਹੈਗੀ। ਕੋਈ ਬੰਦਾ, ਤੁਹਾਨੂੰ ਪਤਾ ਲੋਕੀ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ YouTube ਬੜਾ ਯੂਜ਼ ਕਰਦੇ ਨੇ, ਫਿਰ ਉਹ ਇੱਕ ਉਹਨਾਂ ਨੂੰ ਪਪੂਲਰ ਹੋਣ ਲਈ ਵੀ ਕਰਦੇ ਨੇ ਕਿ ਸਾਡਾ ਨਾਮ ਹੋਏਗਾ, ਕਿ ਮੇਰੀ ਕਲਿੱਪ ਆਉਂਦੀ ਹੈ, ਮੈਂ ਤੁਹਾਨੂੰ ਹਰ ਇੱਕ ਹਫ਼ਤੇ ਭੇਜਾਂਗਾ। ਕਿ ਉਹ ਕਿਤੋਂ ਦੇਖ ਦੁੱਖ ਕੇ ਪੜ੍ਹ ਕੇ ਕਲਿੱਪ ਪਾ ਦਿੰਦੇ ਨੇ। ਫਿਰ ਸਾਡੇ ਲੋਕ ਕਹਿੰਦੇ ਨੇ ਕਿ ਉਹਦੇ ਮਗਰ ਲੱਗ ਜਾਂਦੇ ਨੇ, ਹੈ ਕਿ ਤੁਸੀਂ ਜ਼ਿਆਦਾ ਖਾਣਾ ਸ਼ੁਰੂ ਕਰੋ, ਕਿ ਜ਼ਿਆਦਾ ਛੇਤੀ ਇੱਦਾਂ ਥੋੜ੍ਹਾ ਫਰਕ ਪੈਂਦਾ ਉਹਦਾ। ਨਹੀਂ ਜੀ, ਨਹੀਂ। ਇਹ ਦੇਖੋ ਬਹੁਤ ਵੱਡਾ ਪ੍ਰੋਬਲਮ ਹੈ YouTube ਜਿਹੜੀ ਆ, ਇਹ ਤੇ ਬਹੁਤ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਜਿਹੜੀ ਬਿਲਕੁਲ ਗਲਤ ਆ। ਬਿਲਕੁਲ। ਹਾਂਜੀ, ਤੇ ਅਨਸੇਫ ਵੀ ਹੋ ਸਕਦੀ ਆ ਤੁਹਾਡੇ ਲਈ। ਤੇ ਇਦਾਂ ਨਹੀਂ, ਤੁਹਾਨੂੰ ਚਾਹੀਦਾ ਵੀ ਜੇ ਕੋਈ ਵੀ ਤੁਸੀਂ ਉਹ ਕਲਿੱਪ ਦੇਖ ਕੇ ਉਹਨਾਂ ਦੀ ਗੱਲ ਪੂਰੀ ਮੰਨ ਲਓ। ਇਹ ਬਹੁਤ ਗਲਤ ਚੀਜ਼ ਆ, ਤੁਹਾਨੂੰ ਕੋਈ ਨਾ ਕੋਈ ਨੁਕਸਾਨ ਵੀ ਪਹੁੰਚ ਸਕਦਾ, ਜਿੱਦਾਂ ਦੇ ਨੁਸਖੇ ਦੱਸਦੇ ਵੀ ਤੁਸੀਂ ਆਹ ਖਾਓ ਜਾਂ ਆਹ ਪੀਓ, ਆਹ ਬਣਾਓ। ਤੇ ਅਨਫੋਰਚੂਨੇਟਲੀ ਲੋਕੀ ਜਿੱਦਾਂ ਤੁਸੀਂ ਕਹਿੰਦੇ ਪਏ ਉਹਨਾਂ ਦੀ ਗੱਲ ਸਹੀ ਮੰਨ ਲੈਂਦੇ ਆ, ਤੇ ਆਪਣੇ ਆਪ ਨੂੰ ਕੋਈ ਨਾ ਕੋਈ ਨੁਕਸਾਨ ਕਰ ਲੈਂਦੇ। ਜਦੋਂ ਵੀ ਤੁਹਾਨੂੰ ਏਦਾਂ ਦੀ ਗੱਲਾਂ ਦੱਸਦੇ ਨੇ, ਉਹ ਕਦੀ ਨਹੀਂ ਦੱਸਦਾ ਕਿ ਤੁਸੀਂ ਦਿਨ 'ਚ ਕਿੰਨੀ ਦਫਾ ਖਾਣਾ, ਕਿੰਨਾ ਖਾਣਾ, ਕਿਉਂਕਿ ਉਹ ਡਿਵਾਈਸ ਨਹੀਂ ਨਾ ਦਿੰਦੇ। ਤੁਸੀਂ ਕੋਈ ਪ੍ਰਸਕ੍ਰਾਈਬ ਕਰਦੇ ਮੈਡੀਕੇਸ਼ਨ ਦੱਸਣਾ ਪੈਂਦਾ ਕਿ ਤੁਸੀਂ ਦਿਨ 'ਚ ਇੱਕ ਗੋਲੀ ਖਾਣੀ ਜਾਂ 2 ਖਾਣੀ ਹੈ। ਤੇ ਸਾਰੇ ਲੋਕੀ ਲੱਗ ਜਾਂਦੇ ਨੇ ਸੁਬਾਹ ਸ਼ਾਮ, ਚਾਹ ਵੀ ਪਾਤਾ ਉਹਨੂੰ, ਉਦਾਂ ਵੀ ਪਾਇਆ ਸਾਰਾ ਕੁਝ। ਉਹ ਕਹਿੰਦੇ ਚੰਗੀ ਚੀਜ਼ ਆ, ਇਹਨੂੰ ਖਾਈ ਸਾਰਾ ਦਿਨ, ਕੋਈ ਨੁਕਸਾਨ ਨਹੀਂ ਹੈਗਾ। ਤੇ ਦੇਖੋ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਵੀ ਬਹਿਨੀਆਂ ਆ, ਜੇ ਤੁਸੀਂ ਉਹਦਾ ਜ਼ਿਆਦਾ ਵਰਤੋ ਤੁਹਾਨੂੰ ਨੁਕਸਾਨ ਵੀ ਕਰ ਸਕਦੀਆਂ ਆ। ਬਿਲਕੁਲ। ਸੋ ਅਦਰਕ ਬਹੁਤ ਵਧੀਆ ਚੀਜ਼ ਆ। ਹਾਂਜੀ, ਐਂਟੀ ਇਨਫਲੈਮੇਟਰੀ ਆ ਇਹ, ਪਰ ਜੇ ਤੁਸੀਂ ਜ਼ਿਆਦਾ ਖਾਂਦੇ ਆ ਫਿਰ ਤੁਹਾਨੂੰ ਗਰਮੀ ਕਰੇਗਾ। ਭਾਜੀ ਇਹ ਤਾਂ ਅਸੀਂ ਗੱਲ ਕਰਦੇ ਹਾਂ ਦਾ ਕਿ ਕੋਈ ਵੀ ਚੀਜ਼ ਤੁਸੀਂ ਲੈ ਲਓ, which is shocking to know, ਅਗਰ ਤੁਸੀਂ ਬੰਦਾ ਪਾਣੀ ਪੀਣਾ ਚਾਹੀਦਾ, ਜੇ ਪਾਣੀ ਵੀ ਤੁਸੀਂ ਜ਼ਿਆਦਾ ਪੀਓ ਉਹ ਵੀ ਨੁਕਸਾਨ ਕਰਦਾ ਹੈ। ਹਾਂ, ਦੈਟਸ ਰਾਈਟ। ਕਈ ਲੋਕੀ ਤਾਂ ਦੇ ਤੇਰੇ ਦੇ ਪਤਾ ਨਹੀਂ ਦੋ ਕਿੰਨੇ ਪਾਈਂਟ ਪੀ ਜਾਂਦੇ ਨੇ। ਹਾਂਜੀ, ਜੇ ਤੁਸੀਂ ਕੋਈ ਵੀ ਚੀਜ਼ ਜ਼ਿਆਦਾ ਵਰਤਦੇ ਆ ਤੇ ਉਹਦਾ ਨੁਕਸਾਨ ਹੋ ਸਕਦਾ। ਹਿਸਾਬ ਦੀ ਚੀਜ਼ ਰੱਖਣੀ ਚਾਹੀਦੀ ਆ। ਤੇ ਖਾਸ ਕਰਕੇ ਜਿੱਦਾਂ ਚੀਜ਼ਾਂ ਅਦਰਕ, ਲਸਣ, ਇਹ ਐਕਚੁਅਲੀ ਫੂਡ ਆਈਟਮਸ ਹੈਗੇ ਆ, ਪਰ ਇਹਨਾਂ ਦੀ ਮੈਡੀਸਨਲ ਵੈਲਿਊ ਆ ਇਹਨਾਂ ਦੀ। ਹਾਂਜੀ, ਤੇ ਇਹ ਤਾਂ ਸਾਡੇ ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਚੱਲ ਰਹੇ ਇੰਡੀਆ ਵਿੱਚ। ਤੇ ਉਹ ਜਿਹੜੇ ਰਿਸ਼ੀ ਸੀਗੇ ਉਹਨੀ ਐਡਵਾਈਜ਼ ਕੀਤਾ ਵੀ ਦੇਖੋ ਇਹ ਤੁਹਾਡੀ ਸਿਹਤ ਲਈ ਬਹੁਤ ਅੱਛੀਆਂ ਚੀਜ਼ਾਂ ਆ, ਤੇ ਅਸੀਂ ਉਹ ਵਿੱਚ ਹੁਣ ਐਜ਼ ਫੂਡ ਇਨਕੋਪਰੇਟ ਕਰ ਲਏ ਉਹ। ਹਾਂਜੀ, ਤੇ ਸਾਡੀ ਹੁਣ ਆਦਤ ਬਣ ਗਈ ਵੀ ਜ਼ਿਆਦਾ ਵਰਤਣੀ ਉਹ ਚੀਜ਼। ਤੇ ਹਰੇਕ ਘਰ 'ਚ ਹੁਣ ਜਦੋਂ ਤੁੜਕੇ ਲੱਗਦੇ ਆ
ਤੇ ਉਹ ਜ਼ਿਆਦਾ ਲਸਣ ਵਰਤਦੇ ਵਧੀਆ ਚੀਜ਼ ਆ ਜਾਂ ਸਵਾਦ ਜ਼ਿਆਦਾ ਬਣਦਾ ਆ। ਅਦਰਕ ਜ਼ਿਆਦਾ ਪਾ ਲਓ, ਮਿਰਚਾਂ ਜ਼ਿਆਦਾ ਪਾ ਲਓ, ਪਰ ਉਹ ਜ਼ਿਆਦਾ ਪਾਉਣ ਨਾਲ ਤੁਹਾਡੇ ਮਿਹਦੇ ਖਰਾਬ ਹੋ ਜਾਂਦੇ ਆ। ਹਾਂਜੀ, ਤੇ ਬੋਡੀ ਤੇ ਨੁਕਸਾਨ ਹੁੰਦਾ ਕਰਕੇ ਉਹਦੀ ਮੈਡੀਸਨਲ ਵੈਲਿਊ ਹੈ। ਭਾਜੀ ਜਦੋਂ ਵੀ ਕੋਈ ਚੀਜ਼ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ, ਤੁਸੀਂ ਕੋਈ ਨਿਊਜ਼ ਸੁਣਦੇ ਹੋ ਝੂਠੀ ਹੈ ਸਹੀ ਹੈ ਸਾਨੂੰ ਨਹੀਂ ਪਤਾ ਹੁੰਦਾ, ਅਸੀਂ ਮੰਨ ਕੇ ਨਾ ਫਟਾਫਟ ਜਿਹੜੀ ਕਲਿੱਪ ਆਉਂਦੇ ਅੱਗੇ ਫਾਰਵਰਡ ਕਰ ਦਿੰਦੇ ਆ ਭਾਜੀ। ਅਸੀਂ ਉਹਨੂੰ ਉਹਦੇ ਤੇ ਨਾ ਚੈੱਕ ਨਹੀਂ ਕਰਦੇ, ਉਹਨੂੰ ਤੁਸੀਂ ਫਾਈਂਡ ਆਊਟ ਕਰੋ। ਅੱਗੇ ਸਾਡੀ ਇੰਨੀ ਇਨਸਾਨ ਦੀ ਫਿਤਰਤ ਫਟਾਫਟ ਆਪਣੇ 200-300 ਬੰਦਿਆਂ ਨੂੰ ਭੇਜਤਾ, ਉਹਨੇ ਗਾਹਾਂ ਭੇਜ ਦਿੱਤੀ। ਉਹ ਐਂਡ 'ਚ ਜਿਹੜੀ ਨਿਊਜ਼ ਉਹ ਸਹੀ ਨਹੀਂ ਔਰ ਗਲਤ ਹੁੰਦੀ ਹੋ। ਹਾਂਜੀ, ਦੈਟਸ ਰਾਈਟ। ਤੇ ਜਿਹੜੇ ਖਾਣ ਵਾਲੀ ਤੁਸੀਂ YouTube ਚੀਜ਼ਾਂ ਦੇਖਦੇ ਹੋ, ਮੇਬੀ ਉਹਨਾਂ ਦਾ ਫਾਇਦਾ ਹੋਏਗਾ ਥੋੜਾ ਬਹੁਤਾ, ਪਰ ਉਹਦੇ ਤੁਸੀਂ ਖੁਦ ਫੋਨ ਤੇ ਅੱਜ ਫੋਨ ਦੇ ਉੱਪਰ ਸਾਰਾ ਕੁਝ ਹੈਗਾ ਭਾਜੀ। ਫੋਨ ਤੇ ਸਭ ਕੁਝ ਆਉਂਦਾ, ਸਭ ਕੁਝ ਹੈਗਾ। ਜੋ ਮਰਜ਼ੀ ਤੁਸੀਂ ਸਾਈਡ ਇਫੈਕਟ ਪਤਾ ਕਰ ਲਓ, ਕਿੰਨਾ ਖਾ ਸਕਦੇ ਕਿੰਨਾ ਨਹੀਂ ਖਾ ਸਕਦੇ। ਥੋੜਾ ਜਿਹਾ ਜਦੋਂ ਤੁਸੀਂ ਬਿਮਾਰੀ 'ਚ ਜਾਂਦੇ ਹੋ, ਆਪਣਾ ਇਲਾਜ ਲਈ ਡਾਕਟਰ ਨਾਲ ਚੈੱਕ ਕਰੋ, ਜਾਂ ਤੁਸੀਂ ਖੁਦ ਆਪਣਾ ਫੋਨ ਤੇ ਚੈੱਕ ਕਰੋ ਕਿ ਮੈਂ ਨਾ ਖਾ ਸਕਦਾ ਕਿ ਨਹੀਂ ਖਾ ਸਕਦਾ। ਬੜੀ ਇੰਪੋਰਟੈਂਟ ਚੀਜ਼ ਹੈ। ਅਸੀਂ ਆਪਣੇ ਸਿਸਟਮ ਨੂੰ ਉਦੋਂ ਹੀ ਖਰਾਬ ਕਰ ਦਿੰਦੇ ਹਾਂ ਭਾਜੀ। ਹਾਂਜੀ, ਇਦਾਂ ਹੀ ਆ। ਤੇ ਇੱਕ ਹੋਰ ਆਈਟਮ ਆਇਆ YouTube ਤੇ, ਉਹ ਕਹਿੰਦੇ ਵੀ ਹਿੰਗ ਵਰਤੋ। ਅੱਛਾ, ਹਿੰਗ ਬਹੁਤ ਹੀ ਗਰਮ ਜ਼ਿਆਦਾ ਹੁੰਦੀ ਆ, ਤੇ ਕਈ ਲੋਕਾਂ ਨੇ ਹਿੰਗ ਖਾ ਕੇ ਆਪਣੇ ਆਪ ਨੂੰ ਗਰਮੀ ਕਰ ਲਈ। ਹਾਂਜੀ, ਸੋ ਯੂ ਹੈਵ ਟੂ ਬੀ ਕੇਅਰਫੁਲ ਅਬਾਊਟ ਥੀਸ ਥਿੰਗਸ। ਭਾਜੀ ਹੁਣ ਆਪਾਂ ਵਾਪਸ ਹਾਰਟ ਤੇ ਜਾਈਏ। ਹਾਂਜੀ, ਬੜਾ ਇੰਟਰਸਟਿੰਗ ਤੁਸੀਂ ਦੱਸਿਆ, ਜਦੋਂ ਤੁਹਾਨੂੰ ਹਾਰਟ ਦਾ ਕੁਝ ਏਦਾਂ ਦਾ ਹੁੰਦਾ ਇਹ ਉਹ ਪੈਰ ਤੇ ਸਾਰਿਆਂ ਨੂੰ ਲੌਂਗੈਸਟ ਡਿਸਟੈਂਸ ਦਾ ਹਾਰਟ ਦਾ ਤੇ ਪੈਰਾਂ ਦਾ, ਤੇ ਉੱਥੇ ਕਿਉਂ ਫਰਕ ਪੈਂਦਾ ਜਾ ਕੇ? ਹਾਂਜੀ, ਸੋ ਉੱਥੇ ਫਰਕ ਪੈਂਦਾ ਕਰਕੇ ਉੱਥੇ ਸਭ ਤੋਂ ਬਰੀਕ ਨਾੜੀਆਂ ਉੱਥੇ ਆ ਜੀ। ਹਾਂਜੀ, ਜੇ ਤੁਸੀਂ ਸੋਚ ਲਓ ਵੀ ਰੈੱਡ ਬਲੱਡ ਸੈੱਲ ਕਿੱਡਾ ਹੁੰਦਾ ਨਾ, ਹੁਣ ਮਾੜਾ ਜਿਹਾ ਬਲੱਡ ਨਿਕਲਦਾ ਉਹ 'ਚ ਥਾਊਜ਼ੈਂਡਸ ਆਫ ਬਲੱਡ ਸੈਲਸ ਹੁੰਦੇ ਹਨਾ। ਬਿਲਕੁਲ। ਤੇ ਜੇ ਤੁਸੀਂ ਉਹ ਜਿਹੜੀਆਂ ਮਾਈਕਰੋ ਕੈਪਿਲਰੀਜ਼ ਹੁੰਦੀਆਂ, ਬਹੁਤ ਹੀ ਛੋਟੀਆਂ ਬਰੀਕ ਹੁੰਦੀਆਂ ਨਾ ਤੁਹਾਡੇ ਪੈਰਾਂ ਵਿੱਚ ਜਾਂ ਹੱਥਾਂ ਵਿੱਚ, ਉਹਦੇ ਵਿੱਚ ਹੀ ਤੁਹਾਡਾ ਜਿਹੜਾ ਰੈੱਡ ਬਲੱਡ ਸੈੱਲ ਆ ਉਹ ਇੰਨਾ ਛੋਟਾ, ਉਹ ਸਿੰਗਲ ਫਾਈਲ ਲੰਘ ਸਕਦਾ ਹੈ। ਫਿਰ ਤੁਹਾਨੂੰ ਸਮਝ ਆ ਗਈ ਵੀ ਕਿੰਨੀ ਬਰੀਕ ਹੁੰਦੀ ਉਹ ਨਾੜੀ। ਹਾਂਜੀ, ਸੋ ਬਿਕੋਜ਼ ਇਟਸ ਫਰਦੈਸਟ ਫਰਮ ਦਾ ਹਾਰਟ। ਹਾਂਜੀ, ਉੱਤੇ ਫਿਰ ਇਦਾਂ ਦਾ ਅਸਰ ਹੁੰਦਾ ਹੈ। ਕਮਾਲ ਦੀ ਗੱਲ ਹੈ। ਦੇਖੋ ਤੁਸੀਂ ਕਦੀ ਸੋਚ ਨਹੀਂ ਸਕਦੇ, ਪਰ ਇਟਸ ਨਾਈਸ ਟੂ ਨੋ। ਇਹਦਾ ਮਤਲਬ ਜੇ ਕਿਸੇ ਪੈਰਾਂ 'ਚ ਗਿੱਟਿਆਂ 'ਚ ਸੋਜ ਹੈਗੀ ਹੈ ਤੇ ਦੇ ਨੀਡ ਟੂ ਚੈੱਕ ਇਟ। ਪਰ ਕਈ ਲੋਕਾਂ ਦੇ ਭਾਜੀ ਕਾਫੀ ਦੇਰ ਤੱਕ ਰਹਿੰਦੇ ਹੋ। ਹਾਂਜੀ, ਉਹ ਕਹਿੰਦੇ ਜੇ ਕਿਸੇ ਨੂੰ ਪੁੱਛੋ ਕਹਿੰਦੇ ਮੇਰੀ ਤਾਂ ਹਮੇਸ਼ਾ ਏਦਾਂ ਸੁੱਜੇ ਰਹਿੰਦੇ। ਹਾਂਜੀ, ਚਲੋ ਹੋਰ ਵੀ ਰੀਜ਼ਨ ਹੋ ਸਕਦੇ ਉਹਦੇ। ਅੱਛਾ। ਤੇ ਪਰ ਮੇਨਲੀ ਇਹ ਜ਼ਿਆਦਾ ਇਹ ਹੁੰਦਾ ਵੀ ਤੁਹਾਡਾ ਹਾਰਟ ਪੂਰਾ ਨਹੀਂ ਪੰਪ ਕਰਦਾ, ਤੇ ਫਿਰ ਤੁਹਾਨੂੰ ਇਹ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈ ਜੇ ਤੁਹਾਡੇ ਸੋਜ ਪੈਂਦੀ ਹੋਵੇ। ਤੇ ਕਈ ਦਵਾਈਆਂ ਵੀ ਹੈਗੀਆਂ, ਉਹਨਾਂ ਦਾ ਵੀ ਸਾਈਡ ਇਫੈਕਟ ਹੋ ਜਾਂਦਾ। ਹੁਣ ਬਹੁਤ ਲੋਕੀ ਬਲੱਡ ਪ੍ਰੈਸ਼ਰ ਲਈ ਇੱਕ ਦਵਾਈ ਐਮਲੋਡੋਪਿਨ ਖਾਂਦੇ ਆ। ਹਾਂਜੀ, ਐਮਲੋਡੋਪਿਨ ਦਾ ਇੱਕ ਸਾਈਡ ਇਫੈਕਟ ਕਈ ਵਾਰੀ ਹੋ ਜਾਂਦਾ ਵੀ ਪੈਰਾਂ ਦਾ ਗਿੱਟਿਆਂ ਦੇ ਵਿੱਚ ਪਾਣੀ ਰੁਕਣ ਲੱਗ ਪੈਂਦਾ ਹੈ, ਸਵੈਲਿੰਗ ਹੋ ਜਾਂਦੀ ਆ, ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਾਈਡ ਇਫੈਕਟ ਆ। ਲਾਸਟ ਟਾਈਮ ਗੱਲ ਕੀਤੀ ਸੀ ਨਾ, ਆਪਣਾ ਕਿਸੇ ਦਾ ਕਾਲ ਵੀ ਆਇਆ ਸੀ, ਪੁੱਛ ਰਹੇ ਸੀ ਨਾ। ਦੈਟਸ ਰਾਈਟ। ਹਾਂਜੀ, ਸੋ ਸਵੈਲਿੰਗ ਇਸ ਕਰਕੇ ਵੀ ਹੋ ਸਕਦੀ ਆ। ਤੇ ਕਈਆਂ ਦੇ ਵੈਰੀਕੋਜ਼ ਵੇਨਸ ਹੋ ਜਾਂਦੀਆਂ। ਹਾਂਜੀ, ਵੈਰੀਕੋਜ਼ ਵੇਨਸ ਦੇ ਨਾਲ ਵੀ ਪੂਰਾ ਉਹ ਸਰਕੂਲੇਸ਼ਨ ਨਹੀਂ ਹੁੰਦਾ ਹੈਗਾ, ਫਿਰ ਉਹਨਾਂ ਦੀ ਸਵੈਲਿੰਗ ਹੋਣ ਲੱਗ ਪੈਂਦੀ ਲੱਤਾਂ ਵਿੱਚ। ਤੇ ਕਈ ਦੀ ਕਿਡਨੀਜ਼ ਨਹੀਂ ਪੂਰੀਆਂ ਕੰਮ ਕਰਦੀਆਂ। ਹਾਂਜੀ, ਸੋ ਕਿਡਨੀਜ਼ ਤੁਹਾਨੂੰ ਪਤਾ ਵੀ ਫਿਲਟਰ ਕਰਕੇ ਜ਼ਿਆਦਾ ਪਾਣੀ ਜਿਹੜਾ ਬੋਡੀ ਵਿੱਚ ਉਹ ਐਕਸੈਸ ਵਾਟਰ ਕੱਢਦੀਆਂ, ਤੇ ਜੇ ਉਹ ਨਹੀਂ ਕੰਮ ਕਰਦੀਆਂ ਪੂਰਾ, ਤਾਂ ਵੀ ਤੁਹਾਡੇ ਬੋਡੀ ਵਿੱਚ ਪਾਣੀ ਰੁਕ ਸਕਦਾ। ਸੋ ਜੇ ਤੁਹਾਨੂੰ ਇਦਾਂ ਦਾ ਕੋਈ ਪ੍ਰੋਬਲਮ ਆਉਂਦਾ, ਜ਼ਰੂਰ ਚੈੱਕਅਪ ਕਰਾਉਣਾ ਚਾਹੀਦਾ ਹੈ। ਭਾਜੀ ਤੁਸੀਂ ਪੈਰਾਂ ਦੀ ਗੱਲ ਦੱਸੀ, ਹਾਰਟ ਕਰਕੇ ਜਿਹੜੇ ਡਾਇਬੀਟਿਸ ਹੈਗੇ ਉਹਨਾਂ ਵੀ ਤਾਂ ਪੈਰਾਂ ਦਾ ਸਾਰਾ ਖਿਆਲ ਰੱਖਣਾ ਪੈਂਦਾ। ਬਿਲਕੁਲ ਭਾਜੀ, ਬਹੁਤ ਇੰਪੋਰਟੈਂਟ ਹੈ ਉਹਦੇ ਲਈ। ਉਹਨਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਡਾਇਬੈਟਿਕਸ ਲਈ, ਕਿਉਂਕਿ ਦੇਖੋ ਜਦੋਂ ਉਹਨਾਂ ਦੀਆਂ ਡਾਇਬੈਟਿਕ ਹੋ ਜਾਂਦੇ ਆ ਸ਼ੂਗਰ ਕਰਕੇ, ਜਿੱਦਾਂ ਮੈਂ ਪਹਿਲਾਂ ਸਮਝਾ ਚੁੱਕਾ, ਤੇ ਉਹਨਾਂ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਤੇ ਨਰਵ ਸਿਸਟਮ ਆ ਉਹ ਡੈਮੇਜ ਹੋਣ ਲੱਗ ਪੈਂਦੇ ਆ। ਹਾਂਜੀ, ਤੇ ਉਹ ਡੈਮੇਜ ਹੋਣ ਦੇ ਨਾਲ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਨੰਬਨੈਸ, ਸੁੰਨਾਪਣ ਆਉਣ ਲੱਗ ਪੈਂਦਾ ਹੈ, ਤੇ ਉਹਨਾਂ ਦੇ ਕਈ ਵਾਰੀ ਜਲਣ ਵੀ ਫੀਲ ਹੁੰਦੀ ਹੈ, ਕਈ ਵਾਰੀ ਪੇਨ ਵੀ ਹੁੰਦਾ ਪੈਰਾਂ ਵਿੱਚ। ਤੇ ਇਹ ਉਹੀ ਕਾਰਨ ਉਹਦਾ ਹੈ ਵੀ ਉਹ ਨਰਵਸ ਜਿਹੜੀਆਂ ਜਾਂ ਬਲੱਡ ਵੈਸਲ ਡੈਮੇਜ ਹੋ ਜਾਂਦੇ ਆ, ਤੇ ਉਹਦੇ ਕਰਕੇ ਵੀ ਫਿਰ ਉਹਨਾਂ ਦੀ ਸਵੈਲਿੰਗ ਵੀ ਹੋ ਸਕਦੀ ਆ। ਤੇ ਇਦਾਂ ਵੀ ਜਦ ਉਹਨਾਂ ਕੇ ਸੱਟ ਲੱਗ ਜਾਵੇ ਨਾ ਪੈਰ ਤੇ, ਉਹ ਫਿਰ ਈਜ਼ੀ ਉਹ ਹੀਲ ਅਪ ਨਹੀਂ ਹੁੰਦੀ। ਹਾਂ, ਕਿਉਂਕਿ ਉਹ ਸਰਕੂਲੇਸ਼ਨ ਪੂਰਾ ਹੁੰਦਾ ਉੱਥੇ ਹੈ ਨਾ, ਆਕਸੀਜਨ ਪੂਰੀ ਆਉਂਦੀ ਨਹੀਂ ਗੀ। ਸੋ ਉਹਨਾਂ ਨੂੰ ਬੜਾ ਕੇਅਰਫੁਲ ਹੋਣਾ ਚਾਹੀਦਾ ਵੀ ਮੇਰੇ ਕੋਈ ਏਦਾਂ ਸੱਟ ਨਾ ਲੱਗੇ ਜਾਂ ਕੋਈ ਜ਼ਖਮ ਨਾ ਹੋ ਜਾਵੇ, ਕਿਉਂਕਿ ਜੇ ਇੱਕ ਵਾਰੀ ਹੋ ਜਾਂਦਾ ਫਿਰ ਉਹ ਠੀਕ ਹੋਣਾ ਮੁਸ਼ਕਿਲ ਹੋ ਜਾਂਦਾ। ਸੋ ਦੇ ਸ਼ੁੱਡ ਬੀ ਵੈਰੀ ਕੇਅਰਫੁਲ। ਡਾਕਟਰ ਸਾਹਿਬ, ਜਿਹੜੀ ਹੁਣ ਹਾਰਟ ਦੀ ਗੱਲ ਕਰਦੇ ਆ, ਜਦੋਂ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ, ਮੈਂ ਹੁਣ ਹਾਰਟ ਦੀ ਗੱਲ ਕਰਾਂ, ਜੇ ਹਾਰਟ ਦੀ ਕੋਈ ਟਰਬਲ ਹੁੰਦੀ ਹੈ, ਇਹਦਾ ਮੇਨ ਕਾਜ਼ ਕੀ ਹੁੰਦਾ, ਕਿਉਂ ਸਟਾਰਟ ਹੁੰਦੀ ਹੈ? ਕੋਈ ਇਜ਼ ਉਹਦਾ ਖੁਰਾਕ, ਡਾਈਟ ਉੱਪਰ ਹੁੰਦਾ, ਕੀ ਹੁੰਦਾ ਹੈ? ਹਾਂਜੀ, ਸੋ ਤੁਸੀਂ ਇੱਕ ਨਹੀਂ ਕਹਿ ਸਕਦੇ ਭਾਜੀ, ਜਿੱਦਾਂ ਆਪਾਂ ਕਈ ਵਾਰੀ ਪਹਿਲਾਂ ਡਿਸਕਸ ਕਰ ਰਹੇ ਹਾਂ ਨਾ, ਵੀ ਟੈਨਸ਼ਨ ਜਿਹੜਾ ਆ ਉਹ ਸਭ ਤੋਂ ਮਾੜੀ ਚੀਜ਼ ਆ। ਹਾਂ, ਟੈਨਸ਼ਨ ਐਂਡ ਸਟ੍ਰੈਸ ਜਿਹੜਾ ਆ, ਤੇ ਉਹਦੇ ਨਾਲ ਫਿਰ ਤੁਹਾਡੀ ਬੋਡੀ ਵਿੱਚ ਐਡਰੇਨਲਿਨ, ਕੋਰਟੀਸੋਲ ਰਿਲੀਜ਼ ਹੁੰਦਾ ਆ,
ਤੇ ਕਿਤੇ ਨਾ ਕਿਤੇ ਇਨਫਲੇਮੇਸ਼ਨ ਪੈਦਾ ਹੋ ਜਾਂਦੀ ਆ, ਤੇ ਖਾਸ ਕਰਕੇ ਜਿਹੜੀਆਂ ਹਾਰਟ ਦੀਆਂ ਨਾੜੀਆਂ, ਤੇ ਉਹਦੇ ਨਾਲ ਫਿਰ ਜਦੋਂ ਤੁਹਾਡੇ ਡੈਮੇਜ ਹੋ ਜਾਂਦਾ ਫਿਰ ਤੁਹਾਡੀ ਬਾਡੀ ਰਿਸਪੌਂਡ ਕਰਦੀ, ਉੱਥੇ ਕੋਲੈਸਟਰੋਲ ਭੇਜਦੀ ਆ, ਉੱਥੇ ਹੋਰ ਕਈ ਕੈਮੀਕਲਸ ਭੇਜਦੀ ਆ, ਤੇ ਉਹ ਇਨਫਲੇਮੇਸ਼ਨ ਦੇ ਨਾਲ ਫਿਰ ਤੁਹਾਡੇ ਪਲੈਕ ਬਣਨ ਲੱਗ ਪੈਂਦਾ ਹੈ ਨਾੜੀਆਂ ਦੇ ਵਿੱਚ, ਹਾਂਜੀ। ਜਦੋਂ ਪਲੈਕ ਜੰਮਣ ਲੱਗ ਪੈਂਦਾ ਫਿਰ ਉਹ ਨੈਰੋ ਹੋ ਜਾਂਦੀ ਆ, ਉਹਦੇ ਵਿੱਚ ਹੀ ਪੂਰਾ ਖੂਨ ਲੰਘ ਨਹੀਂ ਸਕਦਾ, ਉੱਥੋਂ ਪ੍ਰੋਬਲਮ ਸਾਰੇ ਸ਼ੁਰੂ ਹੋ ਜਾਂਦਾ, ਹਾਂਜੀ। ਸੋ ਇਹ ਟੈਨਸ਼ਨ ਇਜ਼ ਨੰਬਰ 1। ਨੰਬਰ 2 ਡਾਇਟ, ਹਾਂਜੀ। ਜੇ ਤੁਸੀਂ ਹੁਣ ਜ਼ਿਆਦਾ ਫੈਟ ਖਾਈ ਜਾਂਦੇ ਆ ਉਹਦਾ ਨੁਕਸਾਨ ਹੀ ਹੋਣਾ, ਹਾਂਜੀ। ਜ਼ਿਆਦਾ ਸ਼ੂਗਰ ਖਾਈ ਜਾਂਦੇ ਆ ਉਹਦਾ ਕੋਈ ਨਾ ਕੋਈ ਨੁਕਸਾਨ ਹੋਣਾ। ਸੋ ਐਨੀਥਿੰਗ ਇਨ ਐਕਸੈਸ, ਹਾਂਜੀ, ਤੁਹਾਨੂੰ ਕਿਤੇ ਨਾ ਕਿਤੇ ਬਾਡੀ ਵਿੱਚ ਡੈਮੇਜ ਕਰੇਗਾ। ਪਰ ਭਾਜੀ ਕਈ ਦਫਾ ਲੋਕ ਕਹਿਣਗੇ ਅਸੀਂ ਮੈਂ ਡਾਇਟ ਦਾ ਬੜਾ ਖਿਆਲ ਰੱਖਦਾ, ਮੈਂ ਸ਼ੂਗਰ ਇਨਟੇਕ ਨਹੀਂ ਹੈਗੀ, ਹੋਰ ਬੜਾ ਮੈਂ ਕੋਈ ਇੱਦਾਂ ਦੇ ਫਿਜ਼ੀ ਡਰਿੰਕ ਜਾਂ ਕੁਛ ਨਹੀਂ ਲੈਂਦਾ। ਟੈਨਸ਼ਨ ਦਾ ਕਦੀ ਇਨਸਾਨ ਸੋਚਦਾ ਨਹੀਂ ਹੈ। ਹਾਂ, ਉਹ ਨਹੀਂ ਸੋਚਦਾ, ਪਰ ਅਨਫੋਰਚੂਨੇਟਲੀ ਟੈਨਸ਼ਨ ਹੁਣ ਸਾਰਿਆਂ ਨੂੰ ਹੈਗੀ ਅੱਜ ਕੱਲ, ਹਾਂਜੀ। ਹੁਣ ਕਰੋਨਾ ਦੀ ਟੈਨਸ਼ਨ ਹੋਈ ਜਾਂਦੀ ਸਾਰਿਆਂ ਨੂੰ ਹੁਣ, ਹਾਂਜੀ। ਪਰ ਉੱਦਾਂ ਦੇਖੋ ਵਰਕ ਸਟ੍ਰੈਸ ਲੋਕਾਂ ਨੂੰ ਬਹੁਤ ਹੈ ਅੱਜ ਕੱਲ, ਹਾਂਜੀ। ਹਰੇਕ ਇੰਪਲੋਇਰ ਜਿਹੜਾ ਉਹ ਜ਼ਿਆਦਾ ਕੰਮ ਲੈਣਾ ਚਾਹੁੰਦਾ ਹੈ ਹਰੇਕ ਇੰਪਲੋਈ ਤੋਂ, ਤੇ ਸਿਸਟਮ ਇਦਾਂ ਦਾ ਬਣ ਗਿਆ ਵੀ ਤੁਸੀਂ ਕੰਮੇ ਕਰੀ ਜਾਓ, ਬ੍ਰੇਕ ਲਓ ਨਾ। ਤੁਸੀਂ ਇਹ ਗੱਲ ਦੇ ਉੱਪਰ ਆ ਗਏ, ਬੜਾ ਅੱਛਾ ਹੋ ਗਿਆ। ਤੁਸੀਂ ਹਾਰਟ ਤੋਂ ਥੋੜੀ ਪ੍ਰੋਬਲਮ ਤੋਂ ਦੂਰ ਜਾਂਦੇ ਆ। ਅਜੇ ਜਦੋਂ ਅਸੀਂ ਸਟਾਰਟ ਗੱਲ ਕੀਤੀ, ਹੁਣ ਇਹਦੇ ਲੋਕਡਾਊਨ ਕਰਕੇ ਲੋਕੀ ਡਿਪਰੈਸ਼ਨ ਜਾ ਰਹੇ ਨੇ, ਨੌਕਰੀਆਂ ਦਾ, ਇਕਨੋਮੀ ਦਾ ਬੜਾ ਫਰਕ ਪੈ ਰਿਹਾ, ਲੋਕਾਂ ਨੂੰ ਸ਼ਾਪਿੰਗ ਕਰਨ ਦਾ ਦੁੱਖ, ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਟੈਨਸ਼ਨ ਮਾਈਂਡ 'ਚ ਹੈਗੇ ਨੇ। ਹੁਣ ਆਪਾਂ ਕੀ ਬੰਦਾ ਕੀ ਕਰ ਸਕਦਾ ਇਹਦੇ ਵਿੱਚ, ਕਿਸ ਤਰ੍ਹਾਂ ਆਪਣਾ ਮਾਈਂਡ ਟੋਟਲੀ ਸ਼ਟ ਕਰ ਸਕਦਾ ਕਿ ਮੈਂ ਟੈਨਸ਼ਨ 'ਚ ਨਾ ਜਾਵਾਂ? ਹਾਂਜੀ, ਬੜੀ ਮੁਸ਼ਕਲ ਆ ਭਾਜੀ, ਬਹੁਤ ਮੁਸ਼ਕਲ ਆ, ਪਰ ਤੁਸੀਂ ਏਦਾਂ ਪਿਆ ਸਮਝਾਉਣਾ ਪੈਂਦਾ ਨਾ, ਆਪਣੇ ਆਪ ਨੂੰ ਸਮਝਾਉਣਾ ਪੈਂਦਾ, ਆਪਣੇ ਆਪ ਨੂੰ ਡਾਇਵਰਟ ਕਰੋ, ਹਨਾ, ਮਾਈਂਡ ਨੂੰ, ਕਿ ਜਿਹੜੀ ਤੁਸੀਂ ਕੋਈ ਐਕਟੀਵਿਟੀ ਇੰਜੋਏ ਕਰਦੇ ਆ, ਤੁਹਾਡੀ ਖਾਸ ਸ਼ੌਂਕ ਆ, ਤੁਸੀਂ ਉਹ ਐਕਟੀਵਿਟੀ ਕਰੋ, ਤੁਹਾਡਾ ਮਨ ਹੋਰ ਪਾਸੇ ਲੱਗ ਜਾਂਦਾ। ਭਾਜੀ ਬਹੁਤ ਇੰਪੋਰਟੈਂਟ ਹੈ। ਮੈਂ ਸ਼ੁਰੂਆਤ 'ਚ ਕਹਿ ਕੇ ਹਟਿਆ, ਤੁਸੀਂ ਜ਼ਰੂਰੀ ਨਹੀਂ ਮੈਂ ਕਹਿੰਦਾ, ਜੋ ਵੀ ਤੁਹਾਨੂੰ ਸ਼ੌਂਕ ਹੈ ਆਪਣਾ, ਤੁਸੀਂ ਕੋਈ ਬਾਣੀ ਸੁਣਦੇ ਹੋ, ਕੋਈ ਕੀਰਤਨ ਸੁਣਦੇ ਹੋ, ਅਕਾਲ ਚੈਨਲ ਤੇ ਤੁਸੀਂ ਦੇਖਦੇ ਹੋ ਕੋਈ ਪ੍ਰੋਗਰਾਮ ਅੱਛਾ ਹੁੰਦਾ ਨਾ, ਉਹ ਸਿਰਫ ਉਹਦਾ ਮਤਲਬ ਕੀ ਹੁੰਦਾ, ਤੁਹਾਡਾ ਮਾਈਂਡ ਥੋੜੀ ਦੇਰ ਲਈ ਭੁੱਲ ਜਾਂਦਾ ਮੁਸੀਬਤ ਨੂੰ, ਉਧਰ ਲੱਗ ਜਾਂਦਾ ਸਾਰਾ, ਹੋਰ ਪਾਸੇ ਮਨ ਨੂੰ ਲਾਉਣਾ ਪੈਂਦਾ ਹੈ, ਹਾਂਜੀ। ਸੋ ਆਪਣੀ ਕੋਈ ਇੰਜੋਇਮੈਂਟ ਕਰੋ, ਜਿਹੜੀ ਚੀਜ਼ ਤੁਸੀਂ ਇੰਜੋਏ ਕਰਦੇ ਆ ਉਹ ਕੰਮ ਕਰੋ, ਤੇ ਬਾਕੀ ਤੁਸੀਂ ਉੱਥੇ ਧਿਆਨ ਨਾ ਦਿਓ ਜਿਹੜੀ ਚੀਜ਼ ਤੇ ਤੁਹਾਨੂੰ ਜ਼ਿਆਦਾ ਟੈਨਸ਼ਨ ਹੈ। ਪਹਿਲੀ ਗੱਲ, ਐਵਰੀ ਮੰਗਲਵਾਰ 11 ਤੋਂ 12 ਇਹ ਤੁਹਾਡੀ ਬੈਸਟ ਕੰਪਨੀ ਹੈਗੀ ਹੈ। ਸਾਡਾ ਪ੍ਰੋਗਰਾਮ ਦੇਖਿਆ ਕਰੋ, ਤੁਹਾਡਾ ਦਿਲ ਲਾ ਕੇ ਰੱਖਾਂਗੇ, ਅੱਛੀਆਂ ਗੱਲਾਂ ਕਰਾਂਗੇ, ਤੁਹਾਨੂੰ ਹਿੰਮਤ ਦੇਵਾਂਗੇ। ਕੋਸ਼ਿਸ਼ ਆਈ ਹੁੰਦੀ ਹੈ ਭਾਜੀ, ਮੈਡੀਸਨ ਦੇ ਨਾਲੋਂ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆ, ਕੁਝ ਅੱਛੀ ਤਰ੍ਹਾਂ ਗੱਲ ਕਰਦੇ ਆ, ਪੋਲਾਈਟਲੀ ਤੁਹਾਡੀ ਸੇਵਾ ਲਈ ਬੈਠੇ ਆ। ਤਾਂ ਪਲੀਜ਼ ਇਹ ਪ੍ਰੋਗਰਾਮ ਮਿਸ ਨਾ ਕਰਿਆ ਕਰੋ। ਐਟਲੀਸਟ ਜਦੋਂ ਤੁਹਾਡਾ ਪ੍ਰੋਗਰਾਮ ਖਤਮ ਹੋਗਾ, ਤੁਸੀਂ ਫਿਰ ਇਹਦੇ ਬਾਰੇ ਗੱਲਾਂ ਸੁਣ ਕੇ ਆਪਣਾ ਯਾਦ ਕਰਿਓ ਕਿ ਅਸੀਂ ਕੀ ਗੱਲਾਂ ਕੀਤੀਆਂ, ਕੀ ਨਹੀਂ ਕੀਤੀਆਂ, ਉਹਦੇ ਤੇ ਗੌਰ ਕਰੋ। ਬਿਲਕੁਲ ਇੱਕ ਤਰ੍ਹਾਂ ਦੀ ਇੰਟਰੈਕਸ਼ਨ ਹੈਗੀ ਨਾ, ਦੈਟਸ ਰਾਈਟ। ਬਿਲਕੁਲ ਫੇਸ ਟੂ ਫੇਸ ਨਹੀਂ ਹੈਗਾ, ਪਰ ਫਿਰ ਵੀ ਇਸ ਨੈਕਸਟ ਬੈਸਟ ਥਿੰਗ ਹੈ ਨਾ। ਤੇ ਬਾਕੀ ਤੁਸੀਂ ਯੋਗਾ ਕਰ ਸਕਦੇ ਆ, ਮੈਡੀਟੇਸ਼ਨ ਕਰ ਸਕਦੇ ਆ, ਇਹ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਤੁਹਾਡੀ ਬਾਡੀ ਨੂੰ ਤੇ ਮਾਈਂਡ ਨੂੰ ਰਿਲੈਕਸ ਕਰਨ ਲਈ, ਹਾਂਜੀ। ਤੇ ਫਰੈਸ਼ ਏਅਰ ਲਓ, ਬਾਹਰ ਤੁਰ ਫਿਰ ਆਓ, ਤੇ ਦੈਟਸ ਇਟ। ਆਪਣੇ ਫੈਮਿਲੀ ਨਾਲ ਗੱਲਬਾਤ ਕਰੋ, ਤੇ ਇਕੱਲੇ ਬੈਠੇ ਡਿਪਰੈਸ਼ਨ 'ਚ ਨਾ ਜਾਓ। ਇੱਕ ਬੜੀ ਵੱਡੀ ਗੱਲ ਹੈ, ਹੁਣ ਜਦੋਂ ਲਾਕਡਾਊਨ ਦੇ ਵਿੱਚ ਨਾ, ਬੇਸ਼ੱਕ ਇਨਸਾਨ ਨੇ ਬਾਹਰ ਨਹੀਂ ਜਾਣਾ, ਉਹਦੇ ਮਾਈਂਡ 'ਚ ਕਿ ਬਾਹਰ ਜਾਣਾ ਬੰਦ ਹੋ ਗਿਆ, ਉਹਦਾ ਸ਼ਾਇਦ ਨਾ ਵੀ ਜਾਂਦੇ ਹੋਣ, ਕਿਉਂਕਿ ਉਹ ਮਾਈਂਡ 'ਚ ਹੈਗਾ ਕਿ ਅਸੀਂ ਬਾਹਰ ਨਹੀਂ ਜਾਂਦੇ। ਹਾਲੇ ਤੁਹਾਨੂੰ ਉਹਦੀ ਤਾਂ ਵਰੀ ਵੀ ਨਹੀਂ ਹੋਣੀ ਚਾਹੀਦੀ। ਦੈਟਸ ਰਾਈਟ। ਮੈਂ ਕਈ ਦੇਖਿਆ ਬਜ਼ੁਰਗ ਪਿਛਲੀ ਵਾਰੀ ਏਦਾਂ ਹੋਇਆ ਸੀ, ਉਹ ਬਾਹਰ ਹੀ ਨਹੀਂ ਗਏ, ਉਹਨਾਂ ਨੂੰ ਲੱਗਾ ਵੀ ਸਾਨੂੰ ਅਲਾਉਡ ਹੀ ਨਹੀਂ ਹੈਗਾ ਬਾਹਰ, ਪਰ ਅਲਾਉਡ ਹੈਗਾ ਤੁਹਾਨੂੰ ਬਾਹਰ, ਤੁਸੀਂ ਜਾ ਸਕਦੇ, ਐਕਸਰਸਾਈਜ਼ ਕਰ ਸਕਦੇ, ਜਾ ਕੇ ਵਾਕ ਕਰ ਸਕਦੇ ਆ, ਸੈਰ ਜ਼ਰੂਰ ਕਰਨੀ ਚਾਹੀਦੀ ਆ, ਹਾਂਜੀ। ਕਿਉਂਕਿ ਤੁਹਾਡੇ ਮਸਲਸ ਜਿਹੜੇ ਆ ਇਹਨਾਂ ਨੂੰ ਐਕਸਰਸਾਈਜ਼ ਚਾਹੀਦੀ ਹੈ, ਨਹੀਂ ਤਾਂ ਮਸਲਸ ਨੂੰ ਐਕਸਰਸਾਈਜ਼ ਨਹੀਂ ਕਰਦੇ ਹੈਗੇ, ਢਿੱਲੇ ਪੈ ਜਾਂਦੇ ਆ, ਹਾਂਜੀ। ਤੇ ਇਹ ਤੁਹਾਡਾ ਹਾਰਟ ਜਿਹੜਾ, ਇਹ ਵੀ ਐਕਚੁਅਲੀ ਇੱਕ ਮਸਲ ਆ, ਹਾਂਜੀ, ਤੇ ਇਹਨੂੰ ਵੀ ਐਕਸਰਸਾਈਜ਼ ਚਾਹੀਦੀ ਆ। ਡਾਕਟਰ ਜੀ ਮਾਫੀ ਚਾਹਾਂਗਾ, ਟਾਈਮ ਬੜੀ ਫਾਸਟ ਜਾ ਰਿਹਾ, ਅਸੀਂ ਥੋੜੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਲਾ ਕੇ ਫਿਰ ਵਾਪਸ ਅਸੀਂ ਗੱਲਾਂ ਜਾਰੀ ਰੱਖਾਂਗੇ। ਅਗਰ ਤੁਸੀਂ ਕਾਲ ਕਰਨਾ, ਕਾਲ ਕਰੋ ਪਲੀਜ਼, ਕਿਸੇ ਵੀ ਤਰ੍ਹਾਂ ਡਾਕਟਰ ਨਾਲ ਗੱਲ ਕਰਨੀ ਹੈ, ਜਾਂਚ ਕਰਨੀ ਹੈ, ਤੇ ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ। ਸਟੇ ਟਿਊਨਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਡਾਕਟਰ ਰਾਜ ਜੀ ਨਾਲ ਅਸੀਂ ਹਾਰਟ ਬਾਰੇ ਗੱਲ ਕਰਦੇ ਹਾਂ। ਜਦੋਂ ਲਾਸਟ ਵੀ ਥੋੜੀ ਬਹੁਤੀ ਗੱਲ ਕੀਤੀ ਸੀ, ਤੇ ਅਸੀਂ ਕਿਹਾ ਸੀ ਇਸ ਵੀਕ ਵੀ ਜਾਰੀ ਰੱਖਾਂਗੇ। ਡਾਕਟਰ ਸਾਹਿਬ, ਤੁਸੀਂ ਕਾਮ ਰਹਿਣੇ ਦੀ ਗੱਲ ਕੀਤੀ ਹੈ ਨਾ, ਮੈਂ ਹੁਣੀ ਰਿਸਰਚ ਕੀਤਾ ਸੀਗਾ, ਬੜੀ ਇੰਟਰਸਟਿੰਗ ਗੱਲ ਹੈਗੀ ਹੈ। ਔਰਤ ਹੈਜ਼ ਲਿਵਡ ਦ ਲੌਂਗੈਸਟ ਇਨ ਦ ਵਰਲਡ, ਉਹਦੀ ਹਿਸਟਰੀ ਹੈ, ਉਹਦੀ
ਗਿਨੀਜ਼ ਬੁੱਕ ਆਫ ਰਿਕਾਰਡ ਹੈ ਨਾ, ਉਹਦੇ 'ਚ ਨਾਮ ਆਇਆ। ਉਹਦਾ ਜਨਮ ਸੀ 1875 ਵਿੱਚ ਐਂਡ ਸ਼ੀ ਡਾਈਡ ਇਨ 1997। 122 ਸਾਲ ਜੀ ਹੈ, 122 ਸਾਲ 164 ਡੇਜ਼। ਦ ਲੌਂਗੈਸਟ ਲਿਵਿੰਗ ਲੇਡੀ ਸੀਗੀ ਜੋ ਰਿਕਾਰਡ ਵਿੱਚ ਆਇਆ ਗਿਆ ਉਹਦਾ। ਤੇ ਉਹਨੇ ਦੱਸਿਆ ਕਿ ਉਹਦੇ ਦੋ ਰੀਜ਼ਨ, ਬੜੀ ਇੰਟਰਸਟਿੰਗ ਗੱਲ ਹੈਗੀ ਜੋ ਅਸੀਂ ਗੱਲ ਕਰਦੇ ਨਾ, ਉਹਦੇ ਨਾਲ ਹੀ ਢੁਕਦੀ ਹੈ। ਉਹਨੂੰ ਪੁੱਛਿਆ ਕਿ ਤੇਰੀ ਸੀਕ੍ਰੇਟ ਕੀ ਸੀਗੀ, ਤੁਹਾਡੇ ਕਿੱਦਾਂ ਜੀ ਆ? ਕਹਿੰਦੀ ਪਹਿਲਾਂ ਤਾਂ ਮੈਂ, ਤੁਹਾਨੂੰ ਪਤਾ ਇਹ ਫ੍ਰੈਂਚ ਸੀਗੀ, ਬਾਅਦ ਵਿੱਚ ਫ੍ਰੈਂਚ, ਇਹ ਓਲੀਵ ਆਇਲ ਬਹੁਤ ਯੂਜ਼ ਕਰਦੇ ਨੇ। ਮੈਂ ਨਹੀਂ ਕਹਿੰਦਾ ਕਿ ਤੁਸੀਂ ਯੂਜ਼ ਕਰੋ, ਜੋ ਵੀ ਕਰਨਾ ਆਪਣੇ ਡਾਕਟਰ ਨੂੰ ਪੁੱਛ ਕੇ ਕਰਨਾ, ਪਰ ਇਹ ਉਹਦੀ ਲੇਡੀ ਦੀ ਸਟੇਟਮੈਂਟ ਹੈਗੀ ਆ ਕਿ ਉਹਦੀ ਕੁਕਿੰਗ ਵਗੈਰਾ ਓਲੀਵ ਆਇਲ 'ਚ ਹੁੰਦੀ ਸੀਗੀ, ਉਹਦੀ ਡਾਈਟ ਦਾ ਕੰਟਰੋਲ ਸੀਗਾ। ਦੂਸਰੀ ਕਹਿੰਦੀ ਉਹਨੇ ਕਦੀ ਜ਼ਿੰਦਗੀ 'ਚ ਦਿਮਾਗ ਦਿਲ ਨੂੰ ਨਾ ਉਹਨੇ ਗਮ ਨਹੀਂ ਲਾਇਆ। ਉਹਦੇ ਦੋ ਰੀਜ਼ਨ ਹੈ, 122 ਸਾਲ ਉਹਦੀ ਉਮਰ ਸੀਗੀ। ਹਾਂਜੀ, ਸੋ ਇਹ ਪ੍ਰੂਫ ਮਿਲ ਗਿਆ ਆਪਾਂ ਨੂੰ। ਸਮਝ ਨਾ ਉਹਦੀ ਗੱਲ। ਮੈਂ ਸੋਚਿਆ ਮੈਂ ਕਿਤੇ ਦੇਖਿਆ ਸੀਗਾ, ਮੈਂ ਜ਼ਰੂਰ ਦੱਸਾਂਗਾ ਲੋਕਾਂ ਨੂੰ, ਤੁਹਾਡਾ ਸ਼ੇਅਰ ਕਰਦਾ ਪਿਆ। ਇੱਕ ਲੇਡੀ ਸੀਗੀ, ਉਹਦਾ ਵੀ ਵੈਸੇ ਕਿਹਾ ਜਾਂਦਾ ਲੇਡੀ ਜ਼ਿਆਦਾ ਜਿੰਦੀਆਂ ਨੇ ਆਦਮੀਆਂ ਨਾਲੋਂ, ਕਿਉਂਕਿ ਘੱਟ ਫਿਕਰ ਕਰਦੀ ਹੈ। ਦੇਖੋ ਕਹਿੰਦੀ ਮੈਂ ਟੈਨਸ਼ਨ ਨਹੀਂ ਲਿਆ, ਟੈਨਸ਼ਨ ਨਹੀਂ ਲਿਆ। ਉਹਦੀ ਉਮਰ ਬਹੁਤ ਲੰਮੀ ਹੋਈ, ਬਹੁਤ ਕਾਮ ਲਾਈਫ ਕਹਿੰਦੀ ਮੈਂ ਜੀਆ ਆਪਣਾ, ਤੇ ਡਾਈਟ ਦੇ ਨਾਲ ਮੈਂ ਖਿਆਲ ਰੱਖਿਆ। 122 ਸਾਲ ਜੀਣਾ ਭਾਜੀ, ਦਾ ਲੌਂਗੈਸਟ ਲਿਵਿੰਗ ਹਿਊਮਨ ਬੀਇੰਗ ਇਜ਼ ਅ ਲੇਡੀ and she was a French lady। ਆਪਣੀ ਆਦਤ ਹੁੰਦੀ ਭਾਜੀ। ਦੇਖੋ ਕਈ ਹੁੰਦੇ ਆ ਵੀ ਥੋੜਾ ਜਿਹਾ ਟੈਨਸ਼ਨ ਲੈਣ ਨਾਲ, ਕੋਈ ਥੋੜਾ ਜਿਹਾ ਪ੍ਰੋਬਲਮ ਆਉਣ ਨਾਲ ਉਹ ਪੈਨਿਕ ਹੋ ਜਾਂਦੇ ਬਹੁਤ ਜ਼ਿਆਦਾ। ਹਾਂਜੀ, ਕਈਆਂ ਨੂੰ ਕਈ ਸੀਰੀਅਸ ਮੁਸੀਬਤ ਵੀ ਆ ਜਾਂਦੀ, ਉਹ ਫਿਰ ਵੀ ਕਾਮ ਰਹਿੰਦੇ ਆ। ਪਰ ਡਾਕਟਰ ਇੱਕ ਮੈਂ ਬੜੀ ਇਨਕਰੇਜਿੰਗ ਗੱਲ ਕਰਾਂਗਾ ਤੁਹਾਡੇ ਸਾਰਿਆਂ ਦੇ ਨਾਲ। ਜਦੋਂ ਵੀ ਤੁਸੀਂ ਘਰ ਬੈਠੇ 75-80 ਸਾਲ ਦੇ, ਤੁਹਾਨੂੰ ਲੱਗਦਾ ਜੀ ਬਸ ਪਹਿਲਾਂ ਤਾਂ ਪਤਾ ਨਹੀਂ ਟਾਈਮ ਆ ਗਿਆ, ਇਹ ਲੇਡੀ 122 ਸਾਲ ਜੀਆ ਦਾ ਮਤਲਬ ਤੁਹਾਡੇ 40-50 ਸਾਲ ਹੋਰ ਪਏ ਨੇ। ਹਾਂ ਬਿਲਕੁਲ ਹੈ। ਅਗਰ ਤੁਸੀਂ ਸੀਰੀਅਸਲੀ ਸੋਚੋ, ਅਗਰ ਤੁਸੀਂ ਇਹ ਗੱਲਾਂ ਦੇ ਉੱਪਰ ਗੌਰ ਕਰੋ, ਜਿੱਦਾਂ ਜੀ ਡਾਕਟਰ ਜੀ ਦਾ ਮੈਂ ਤੁਹਾਨੂੰ ਕੋਈ ਨਾ ਕੋਈ ਐਗਜ਼ਾਮਪਲ ਦੇਣਾ, ਪਲੀਜ਼ ਪੋਜ਼ਿਟਿਵ ਰਹੋ ਆਪਣੇ ਮਾਈਂਡ ਦੇ ਵਿੱਚ। ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ, ਕੋਈ ਇਹਦੇ 'ਚ ਕੋਈ ਜਾਦੂ ਟੂਣਾ ਨਹੀਂ ਹੁੰਦਾ, ਲੇਕਿਨ ਤੁਸੀਂ ਆਪਣਾ ਡਾਈਟ ਦਾ ਤੇ ਆਪਣਾ ਫਿਕਰ ਬਾਤ ਕਰਕੇ ਨਾ ਤੁਸੀਂ ਜੀ ਸਕਦੇ ਹੋ ਓਨੈਸਟਲੀ। ਹਾਂਜੀ, ਇਹ ਵੀ ਕਹਿੰਦੇ ਕਿ ਮਾਈਂਡ ਸੈਟ ਹੁੰਦਾ ਭਾਜੀ, ਮਾਈਂਡ ਸੈਟ ਹੁੰਦਾ ਸਾਰਾ। ਜੇ ਤੁਸੀਂ ਮੰਨ ਲਿਆ ਮੈਂ ਤਾਂ 80 ਸਾਲ ਤਾਈਂ ਜੀਣਾ ਆ, ਉਹ ਸ਼ੋਰ ਹੈ ਵੀ ਤੁਸੀਂ 80 ਸਾਲ ਦੇ ਨੇ ਮਰ ਜਾਣਾ ਫਿਰ। ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬੜੀ ਇੰਟਰਸਟਿੰਗ ਗੱਲ ਹੈ, ਬੜੀ ਰੀਅਲੀ ਕਹਿੰਦਾ, ਇਹ ਮੈਂ ਹਕੀਕਤ ਹੈਗੀ ਆ। ਕਈ ਲੋਕੀ ਨਾ ਬਿਮਾਰ ਹੁੰਦੇ 75-80 ਸਾਲ ਦੇ ਹੁੰਦੇ ਨਾ, ਤੇ ਬੜਾ ਫਿਕਰ ਚਲੇ ਜਾਂਦੇ ਆ, ਮੈਂ ਪਤਾ ਨਹੀਂ ਬਚਣਾ। ਪਤਾ ਕੀ ਕਹਿੰਦੇ ਨੇ, ਟਰੂ ਗੱਲ ਹੈਗੀ ਹੈ, ਕਹਿੰਦੇ ਮੈਂ ਰਾਤ ਨੂੰ ਅਰਦਾਸ ਕੀਤੀ ਹੈ ਕਿ ਮੈਨੂੰ 4-5 ਸਾਲ ਹੋਰ ਦੇ ਦੇ। ਅੱਛਾ, ਉਹ ਮੰਗਦੇ ਨੇ 4-5 ਸਾਲ, ਉਹਨਾਂ 'ਚ ਹੀ ਮਰ ਜਾਂਦੇ ਨੇ ਫਿਰ। ਕਹਿੰਦੇ ਪਏ ਜਿੱਦਾਂ ਤੁਹਾਡਾ ਮਾਈਂਡ ਹੈ ਨਾ, ਕਿ ਉਹੀ ਕੁਝ ਤੁਹਾਡੀ ਬੋਡੀ ਨਾਲ ਹੋਏਗਾ, ਹੋ ਜਾਂਦਾ ਨਾ, ਕਿਉਂਕਿ ਤੁਸੀਂ ਮਾਈਂਡ ਬਣਾ ਲਿੱਤਾ ਕਿ ਮੈਨੂੰ 4-5 ਸਾਲ ਦੇ ਦੇ ਰੱਬ। ਬਾਜੀ ਜੇ ਦੇਖਿਆ ਜਾਵੇ ਸਾਡੇ ਕੰਮ ਤਾਂ ਮੁੱਕਦੇ ਨਹੀਂ ਕਦੇ ਵੀ, ਹੈ ਕਦੇ ਉਹ ਕਰਨਾ ਪੁੱਤਾਂ ਧੀਆਂ ਦਾ ਕਰਨਾ, ਫਿਰ ਪੋਤੇ ਪੋਤੀਆਂ ਦਾ ਕਰਨਾ ਹੈ, ਮੁੱਕਦਾ ਨਹੀਂ ਕਦੇ ਵੀ, ਹੈ ਫਿਰ ਮੁੱਕਦਾ ਨਹੀਂ ਕੰਮ, ਤਾਂ ਮੁੱਕਣੇ ਨਹੀਂ। 4-5 ਸਾਲ ਐਕਸਟਰਾ ਨਹੀਂ ਮਿਲਦੇ, ਇਹ ਤੁਸੀਂ ਖੁਦ ਹੀ ਵਧਾ ਸਕਦੇ ਹੋ ਆਪਣੇ ਖਾਣ ਪੀਣ ਦੇ ਨਾਲ, ਤੇ ਵਰੀ ਨਾ ਕਰੋ। ਆਪਾਂ ਇੱਕ ਪਹਿਲਾਂ ਕਾਲ ਲੈ ਲੈ ਫਿਰ ਗੱਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਹਾਂਜੀ ਭਾਜੀ, ਮੈਂ ਤਾਂ ਬਹੁਤ ਸਾਲ ਤੋਂ ਬਖਸ਼ੀਸ਼ ਬੋਲਦੀ। ਚੁੱਪ। ਮੈਨੂੰ ਕਹਿੰਦੇ ਚੁੱਪ, ਕੇ ਬੱਚੇ ਨਹੀਂ ਕਹਿੰਦੇ। ਮੈਂ ਤਾਂ ਡਰ ਗਿਆ, ਮੈਂ ਕਿਹਾ ਸ਼ਾਇਦ ਤੁਸੀਂ ਮੈਨੂੰ ਕਹਿੰਦੇ ਕਿ ਚੁੱਪ। ਸੌਰੀ, ਉਹ ਹੈ ਨਾ ਬੋਲੀ ਜਾਂਦੀ ਬੇਬੀ। ਕੋਈ ਨਹੀਂ ਭਾਜੀ, ਜ਼ਰਾ ਉੱਚੀ ਬੋਲੋ, ਤੁਹਾਡੀ ਆਵਾਜ਼ ਬੜੀ ਮੱਧਮ ਆ ਰਹੀ ਹੈ। ਹਾਂਜੀ ਭਾਜੀ, ਮੈਂ ਆਪਣੇ ਵੱਲੋਂ ਉੱਚੀ ਬੋਲਦੀ ਹਾਂ, ਪਰ ਮੇਰੀ ਆਵਾਜ਼ ਥੋੜੀ ਇਦਾਂ ਦੀ ਆ। ਅੱਜ ਬੋਲੋ, ਕੋਈ ਨਹੀਂ ਸੁਣਦੀ ਆ। ਠੀਕ ਹੈ ਡਾਕਟਰ ਸਾਹਿਬ। ਹਾਂਜੀ, ਮੇਰੀਆਂ 2 ਨਾੜਾਂ ਨਾ ਬਲੌਕ ਆ। ਮੈਂ ਉਹ ਹਸਤੇ ਵਿੱਚ ਮੈਨੂੰ ਪ੍ਰੋਬਲਮ ਹੋਈ ਸੀ, ਮੈਂ ਚੈੱਕ ਕਰਾਇਆ। ਮੈਂ ਇਹਦੇ ਬਾਰੇ ਇਹ ਪੁੱਛਣਾ ਚਾਹੁੰਦੀ ਕਿ ਮੈਂ ਜਿਹੜੀ ਐਕਸਰਸਾਈਜ਼ ਕਰਾਂ ਜਿਹਦੇ ਨਾਲ ਮੇਰਾ ਆਪਣਾ ਬਈ ਇਹ ਨਾੜਾਂ ਨੂੰ ਥੋੜੀ ਹੈਲਪ ਹੋਵੇ, ਹਾਰਟ ਨੂੰ। ਹਾਂਜੀ ਭੈਣ ਜੀ, ਐਕਸਰਸਾਈਜ਼ ਤੁਸੀਂ ਯੋਗਾ ਕਰੋ, ਸਭ ਤੋਂ ਵਧੀਆ ਜੀ। ਅੱਛਾ ਜੀ। ਹਾਂਜੀ, ਉਹਦਾ ਨਾ ਤੁਹਾਡੇ ਬੜਾ ਜ਼ੋਰ ਲੱਗਣਾ ਆ, ਨਾ ਤੁਹਾਡਾ ਬੜਾ ਸਾਹ ਚੜਨਾ ਆ, ਪਰ ਬੈਨੀਫਿਟ ਤੁਹਾਨੂੰ ਐਕਸਰਸਾਈਜ਼ ਦੇ ਸਾਰੇ ਮਿਲਣਗੇ। ਤੇ ਦੂਸਰਾ ਵੀ ਆਪਣਾ ਜਿਹੜਾ ਜੇ ਆਪਣਾ ਵੋਕਿੰਗ ਜਾਂਦੇ ਅੱਧਾ ਘੰਟਾ, ਉਹਦੇ ਵਿੱਚ ਮੇਰੇ ਹਾਂਜੀ ਨਾੜਾਂ ਨੂੰ ਹੈਲਪ ਬਿਲਕੁਲ ਜੀ। ਹਾਂਜੀ ਭੈਣ ਜੀ, ਜੈਂਟਲ ਵੋਕਿੰਗ ਜਿਹੜਾ ਹੈ ਨਾ, ਤੁਸੀਂ ਬਾਹਲਾ ਜ਼ੋਰ ਨਹੀਂ ਲਾਉਣਾ ਹੈਗਾ, ਤੇ ਆਸਤੇ ਆਸਤੇ ਤੁਰਨਾ ਆ, ਉਹ ਤੁਹਾਡੇ ਲਈ ਬਹੁਤ ਵਧੀਆ। ਜ਼ਰੂਰ ਤੁਰਿਆ ਕਰੋ। ਹਾਂਜੀ, ਮੈਂ ਦਿਨੇ ਜਿਸ ਵੀਰ ਨੂੰ ਨਹੀਂ ਆਦੀ ਤਾਂ ਦਿਨੇ ਠੀਕ ਹੈ ਨਾ? ਹਾਂਜੀ ਬਿਲਕੁਲ, ਜਦੋਂ ਮਰਜ਼ੀ ਤੁਰੋ। ਕਿੰਨਾ ਤੁਰਨਾ ਚਾਹੀਦਾ ਤੁਹਾਨੂੰ ਲੱਗਦਾ? ਉਹਦਾ ਮੇਰੇ ਕੋਲ ਬਹੁਤ ਟਾਈਮ ਆ। ਹਾਂਜੀ, ਜਿੰਨਾ ਕੁ ਤੋਂ ਸਰੀਰ ਸਹਿ ਸਕਦਾ ਉਨਾ ਕੁ ਤੁਰੋ, ਤੁਸੀਂ ਜ਼ੋਰ ਨਹੀਂ ਬਾਹਲਾ ਲਾਉਣਾ, ਸਟ੍ਰੇਨ ਨਹੀਂ ਕਰਨਾ, ਹਨਾ? ਠੀਕ ਹੈ। ਥੈਂਕ ਯੂ ਭਾਜੀ। ਹਾਂ ਤਾਂ ਨਾ ਬਤਾ ਮੈਂ। ਹਾਂਜੀ
ਅੱਧਾ ਘੰਟਾ ਠੀਕ ਹੈ ਤੁਹਾਡੇ ਲਈ ਭੈਣ ਜੀ, ਹਾਂਜੀ ਅੱਧਾ ਘੰਟਾ ਬਹੁਤ ਹੈ ਤੁਹਾਡੇ ਲਈ। ठीक है भाजी, थैंक यू। थैंक यू भाजी, थैंक यू, Thank थैंक यू, you. बहुत मेहरबानी। इसी तरह फुल प्रोग्राम देखते रहो, प्लीज कॉल करो। किसी तरह का सवाल इंटरेस्टिंग होता हो, लोगों की मदद होंगी है। जे भैन जी अद्धा घंटा वॉक कर सकते, मैं कहना बड़ी ताकत है, अद्धा घंटा वॉक करनी इट्स वेरी गुड, है ना? ਵੈਰੀ ਗੁੱਡ, ਵੈਰੀ है ਗੁੱਡ। अद्धा घंटा ईजी नहीं होंगे। ਦੈਟਸ ਰਾਈਟ। ਨਾਲੇ ਕਹਿੰਦੇ 2 ਨਾੜੀਆਂ ਬਲੌਕ ਹੈ ਉਹਨਾਂ दो नाड़ियां ब्लॉक है, बड़ी वड्डी गल है। देखो मैं तां ही कहना कॉल करो जेडे बाकी तुसी सुनते हो। 2 नाड़ियां ब्लॉक होके भी भैन जी अद्धा घंटा वॉक करने को तैयार हैगे ने। एक बहुत इंपॉर्टेंट गल जो डॉक्टर ने कहा उन्होंने मिस ना करो। ਜਦੋਂ ਤੁਹਾਨੂੰ ਫੀਲ ਹੋ ਰਿਹਾ ਤੁਸੀਂ ਆਪਣੇ ਆਪ ਨੂੰ ਐਗਜ਼ਰਟ ਕਰਦੇ ਨਾ, ਫਿਰ ਤੁਸੀਂ ਸਲੋ ਹੋ ਜਾਣਾ। ਦੈਨ ਡੋਂਟ ਕੀਪ ਵਾਕਿੰਗ। ਕਿ ਦਿਲ ਦੇ ਉੱਪਰ ਹਾਰਟ ਤੇ ਭਾਰ ਨਹੀਂ ਪੈਣਾ ਚਾਹੀਦਾ। ਜਦੋਂ ਤੁਹਾਨੂੰ ਫੀਲ ਹੋ ਰਿਹਾ ਇੱਕਦਮ ਤੁਸੀਂ ਰੁਕ ਜਾਓ, ਜਿੰਨਾ ਕੁ ਤੁਰ ਸਕਦੇ ਹੌਲੀ ਹੌਲੀ, ਪਹਿਲਾਂ 10 ਮਿੰਟ 15 ਮਿੰਟ 20 ਮਿੰਟ, ਫਿਰ ਉਹਦੇ ਨਾਲ ਵਧਾਈ ਜਾਓ। ਹਾਂਜੀ, ਸਟ੍ਰੇਨ ਨਹੀਂ ਕਰਨਾ ਚਾਹੀਦਾ, ਸਟ੍ਰੇਨ ਨਹੀਂ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ। ਹਾਂਜੀ ਹਾਂਜੀ। ਸੋ ਇਹ ਹਾਰਟ ਫੇਲਰ ਦੀਆਂ ਗੱਲਾਂ ਆਪਾਂ ਕਰਦੇ ਸੀ। ਸੋ ਜਦੋਂ ਇੱਕ ਖੂਨ ਦੀਆਂ ਨਾੜੀਆਂ ਜਿਹੜੀਆਂ ਹਾਰਟ ਦੇ ਮਸਲ ਨੂੰ ਸਪਲਾਈ ਕਰਦੀਆਂ ਬਲੌਕ ਹੋ ਜਾਂਦੀਆਂ ਤੇ ਉਹ ਫਿਰ ਸਹੀ ਕੰਮ ਨਹੀਂ ਕਰ ਸਕਦਾ। ਹਾਂਜੀ, ਤੇ ਕਈ ਲੋਕੀ ਹੈਗੇ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਹਾਈ ਰਹਿੰਦਾ ਚਿਰਾਂ ਤੋਂ, ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ। ਹਾਂਜੀ, ਸੋ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਵੀ ਹਾਰਟ ਮਸਲ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ, ਇਸ ਕਰਕੇ ਵੀ ਹਾਰਟ ਫੇਲਿਅਰ ਹੋ ਸਕਦਾ। ਸੋ ਮੈਂ ਹਮੇਸ਼ਾ ਹਰੇਕ ਨੂੰ ਐਡਵਾਈਜ਼ ਕਰਦਾ ਹੁੰਦਾ ਵੀ ਤੁਸੀਂ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਿਆ ਕਰੋ ਐਵਰੀ ਨਾਓ ਐਂਡ ਦੈਨ, ਹਨਾ। ਤੇ ਜੇ ਤੁਸੀਂ ਕਿਤੇ ਨਹੀਂ ਡਾਕਟਰ ਦੇ ਨਹੀਂ ਜਾ ਸਕਦੇ ਤਾਂ ਤੁਸੀਂ ਆਪ ਖੁਦ ਮਸ਼ੀਨ ਖਰੀਦ ਲਓ। ਸਿਰਫ 15 ਪਾਉਂਡ ਦੀ ਆਉਂਦੀ ਹੈ ਅੱਜ ਕੱਲ੍ਹ, ਬਹੁਤ ਸਿੰਪਲ ਮਸ਼ੀਨ ਹੈ ਵਰਤਣ ਨੂੰ। ਅੱਜ ਕੱਲ੍ਹ ਕੋਈ ਡਿਫੀਕਲਟੀ ਨਹੀਂ ਉਹ 'ਚ, ਤੇ ਉਹ ਸਿਰਫ ਉੱਤੇ ਕੱਫ ਲਾ ਕੇ ਤੇ ਉਹ ਬਟਨ ਨਹੀਂ ਦੱਬਣਾ ਹੁੰਦਾ। ਤੇ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਿਆ ਕਰੋ। ਭਾਜੀ ਇੱਕ ਗੱਲ ਹੋਰ ਹੈ, ਜਿੱਦਾਂ ਮੈਂ ਕਹਿੰਦਾ ਜਦੋਂ ਵੀ ਕਿਤੇ ਮਿਲੀ ਦਾ ਕਿਤੇ ਬੰਦਿਆਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ ਹਮੇਸ਼ਾ ਸ਼ੋਅ ਦੀ ਗੱਲਬਾਤ ਕਰਦੇ ਹੁੰਦੇ ਨੇ। ਇਹ ਉਹਨਾਂ ਨੇ ਕਈ ਲੋਕ ਹੁਣ ਬੜਾ ਰਿਸਰਚ ਕਰਨ ਲੱਗ ਗਏ ਨੇ ਕਿ ਉਹਦਾ ਸਾਈਡ ਇਫੈਕਟ ਕੀ ਹੈਗਾ। ਹੁਣ ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਉਹਦਾ ਸਾਈਡ ਇਫੈਕਟ ਹੈਗਾ, ਹਾਂ, ਕਾਫੀ ਫਰਕ ਪੈਂਦਾ, ਸੈਕਸ਼ੁਅਲਿਟੀ ਦੇ ਉੱਪਰ ਫਰਕ ਪੈਂਦਾ ਹਰੇਕ ਉਹਦਾ। ਦਵਾਈ ਦਾ ਕੋਈ ਨਾ ਤੇ ਲੋਕ ਨਾ ਉਹ ਖਾਣੀ ਨਹੀਂ ਲੈਂਦੇ। ਉਹ ਕਹਿੰਦੇ ਡਾਕਟਰ ਨੇ ਮੈਨੂੰ ਦੇਤੀ, ਮੈਂ ਘਰ ਜਾ ਕੇ ਖਾਧੀ ਨਹੀਂ। ਇਜ਼ ਦੈਟ ਰਾਈਟ ਥਿੰਗ ਟੂ ਡੂ ਦੈਟ? ਨਹੀਂ ਭਾਜੀ, ਨਹੀਂ। ਦੇਖੋ ਬੈਨੀਫਿਟ ਟੂ ਰਿਸਕ ਰੇਸ਼ੀਓ ਦੇਖਣਾ ਪੈਂਦਾ ਵੀ ਉਹਦਾ ਖਾਣ ਦਾ ਕਿੰਨਾ ਫਾਇਦਾ ਆ ਤੇ ਖਾਣ ਦਾ ਕਿੰਨਾ ਨੁਕਸਾਨ ਹੈ। ਐਬਸੋਲੂਟਲੀ। ਹੁਣ ਜੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਆ ਤੇ ਉਹਦੇ ਨਾਲ ਤੁਹਾਡਾ ਸਟ੍ਰੋਕ ਹੋ ਸਕਦਾ ਹੈ। ਹਾਂਜੀ, ਰਿਸਕ ਜ਼ਿਆਦਾ ਹੈ ਨਾ। ਹਾਂ, ਰਿਸਕ ਜ਼ਿਆਦਾ ਆ, ਤੁਹਾਡਾ ਹਾਰਟ ਅਟੈਕ ਹੋ ਸਕਦਾ ਹੈ। ਹਾਂਜੀ, ਹਾਰਟ ਫੇਲਿਅਰ ਹੋ ਸਕਦਾ ਹੈ। ਸੋ ਇਸ ਕਰਕੇ ਤੁਹਾਨੂੰ ਟੈਬਲੇਟ ਖਾਣੀ ਚਾਹੀਦੀ ਹੈ। ਜੇ ਤੁਹਾਨੂੰ ਉਹ ਬਹੁਤ ਜ਼ਿਆਦਾ ਉਹਦੇ ਸਾਈਡ ਇਫੈਕਟ ਪੈਂਦੇ ਆ, ਫਿਰ ਤੁਸੀਂ ਡਾਕਟਰ ਨੂੰ ਦੁਬਾਰਾ ਮਿਲੋ ਵੀ ਇਹਦੇ ਮੈਨੂੰ ਜ਼ਿਆਦਾ ਸਾਈਡ ਇਫੈਕਟ ਹੋ ਰਹੇ ਆ। ਉਹ ਤੁਹਾਨੂੰ ਹੋਰ ਬਦਲ ਸਕਦਾ ਦਵਾਈ, ਕਿਉਂਕਿ ਬਲੱਡ ਪ੍ਰੈਸ਼ਰ ਦੀ ਬਹੁਤ ਵਾਈਡ ਰੇਂਜ ਹੈ ਦਵਾਈਆਂ ਦੀ। ਹਾਂਜੀ, ਕਈ ਦਵਾਈਆਂ ਹੋ ਸਕਦਾ ਵੀ ਤੁਹਾਨੂੰ ਇੱਕ ਦੂਸਰੀ ਦਵਾਈ ਜ਼ਿਆਦਾ ਫਿੱਟ ਬੈਠੇ, ਉਹਦੇ ਘੱਟ ਸਾਈਡ ਇਫੈਕਟ ਹੋਣ। ਹਾਂਜੀ, ਸੋ ਤੁਹਾਨੂੰ ਬਦਲ ਕੇ ਦੇ ਸਕਦੇ ਆ। ਬਹੁਤ ਰੇਂਜ ਹੈਗਾ ਵੱਡਾ ਜਿਹੜਾ ਸਿਲੈਕਟ ਕਰ ਸਕਦੇ ਆ। ਦੇਖੋ ਇੱਕ ਪ੍ਰੋਗਰਾਮ ਦੇਖਣ ਦਾ ਸਾਰਿਆਂ ਨੂੰ ਵੱਡਾ ਮੈਂ ਤੁਹਾਨੂੰ ਫਾਇਦਾ ਦੱਸਾਂ। ਪਲੀਜ਼ ਤੁਸੀਂ ਸਾਰੇ ਨਾ ਤੁਸੀਂ ਓਨੈਸਟਲੀ ਆਪਣੇ ਆਪ ਨੂੰ ਪੁੱਛ ਕੇ ਦੇਖਿਓ। ਜਦੋਂ ਵੀ ਤੁਹਾਨੂੰ ਡਾਕਟਰ ਪ੍ਰਸਕ੍ਰਾਈਬ ਕਰਦਾ ਮੈਡੀਕੇਸ਼ਨ, ਤੁਸੀਂ ਕਦੇ ਸਵਾਲ ਜਵਾਬ ਕਰਦੇ ਹੋ? ਡਾਕਟਰ ਭਾਜੀ ਕੋਈ ਨਹੀਂ ਕਰਦਾ। ਨਹੀਂ, ਕੋਈ ਨਹੀਂ ਕਰਦੇ ਹੈਗੇ, ਕੋਈ ਨਹੀਂ ਕਰਦਾ। ਡਾਕਟਰ ਨੂੰ ਪੁੱਛੋ ਮੈਨੂੰ ਇਹ ਕਿਉਂ ਦੇ ਰਿਹਾ, ਇਹਦੇ ਨਾਲ ਕੀ ਫਰਕ ਪਏਗਾ, ਮੈਨੂੰ ਇਹਦਾ ਨੁਕਸਾਨ ਕੀ ਹੋਏਗਾ। ਤੇ ਉਹਦੇ ਨਾਲ ਆਪਾਂ ਪਹਿਲਾਂ ਇੱਕ ਕਾਲ ਲੈ ਲੈਂਦੇ ਹਾਂ, ਫਿਰ ਗੱਲਬਾਤ ਜਾਰੀ ਰੱਖਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ ਕਰਦੇ ਹਾਂ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਤੁਹਾਨੂੰ ਭਰਾ ਮੇਰੇ ਬਲਵਾਈ ਖਾਲਸਾ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਇੱਥੋਂ ਜੋਗਸ਼ਾਹ ਤੋਂ ਬੋਲਦੀ ਹਾਂ। ਭਾਜੀ ਮੇਰੇ ਨਾ ਸ਼ੂਗਰ ਵੀ ਹੈ ਤੇ ਮੈਨੂੰ ਜਿੱਦਾਂ ਬਲੱਡ ਪ੍ਰੈਸ਼ਰ ਦਾ ਕੋਲੈਸਟਰੋਲ ਵੀ ਆ, ਉਹਦੇ ਦਾ ਕਰਕੇ ਤਾਂ ਮੇਰੀਆਂ ਕਿਡਨੀਆਂ ਖਰਾਬ ਹੋ ਗਈਆਂ। ਤੇ ਇੱਕ ਤਾਂ ਰਹਿ ਗਈ 20%, ਇੱਕ ਰਹਿ ਗਈ ਜਿੱਦਾਂ 70 ਤੋਂ ਘੱਟ ਹੈ ਜਿੱਦਾਂ। ਹਾਂਜੀ ਭੈਣ ਜੀ, ਸੋ ਕੀ ਸਵਾਲ ਹੈ ਤੁਹਾਡਾ ਭੈਣ ਜੀ? ਹਾਂਜੀ, ਤੁਹਾਡਾ ਸਵਾਲ ਕੀ ਹੈ ਫਿਰ? ਸਵਾਲ ਮੇਰਾ ਇਹ, ਮੈਂ ਕਿਡਨੀਆਂ ਬਾਰੇ ਪੁੱਛਣਾ ਚਾਹੁੰਦੀ ਹਾਂ। ਨਾਲੇ ਮੈਨੂੰ ਡਾਇਬੀਟਿਸ ਹੈ ਜਿੱਦਾਂ, ਤੇ ਬਲੱਡ ਪ੍ਰੈਸ਼ਰ ਵੀ ਹੈ ਤੇ ਕੋਲੈਸਟਰੋਲ ਵੀ ਹੈ ਮੈਨੂੰ ਜਿੱਦਾਂ। ਹਾਂਜੀ, ਉਹਦਾ ਭੈਣ ਜੀ ਸਭ ਕੁਝ ਕੰਟਰੋਲ ਵਿੱਚ ਹੈਗਾ? ਹਾਂਜੀ, ਉਹ ਹੈਗਾ। ਹੁਣ ਮੈਂ ਚੈੱਕ ਕਰਾਇਆ 2 ਵਾਰੀ, ਕਹਿੰਦੇ ਹੈਗਾ, ਪਰ ਮੇਰੇ ਉਹਨਾਂ ਚਾਵਲ ਦੀ ਚੇਂਜ ਕਰਤੀ ਆ। ਹੁਣ ਜਿੱਦਾਂ ਅੱਗੇ ਮੇਰੇ ਤਾਂ ਹਾਈ ਸੀਗੀ, ਹੁਣ ਘਟਾਤੀ ਹੈ ਜਿੱਦਾਂ ਉਹਨਾਂ ਨੇ। ਹਾਂਜੀ ਹਾਂਜੀ। ਸੋ ਕਈ ਵਾਰੀ ਏਦਾਂ ਜਦੋਂ ਸੀਰੀਅਸ ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ, ਫਿਰ ਕੋਈ ਨਾ ਕੋਈ ਸਰੀਰ ਦੇ ਆਰਗਨ ਤੇ ਬੁਰਾ ਅਸਰ ਹੋ ਜਾਂਦਾ, ਹਨਾ। ਤੇ ਹੁਣ ਹੋ ਸਕਦਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਿਹਾ ਹੋਵੇ ਕਈ ਚਿਰ ਲਈ, ਤੇ ਉਹਦੇ ਨਾਲ ਫਿਰ ਕਿਡਨੀਆਂ ਡੈਮੇਜ ਹੋਣ ਲੱਗ ਪੈਂਦੀਆਂ। ਹਾਂਜੀ, ਡੈਮੇਜ ਹੋ ਗਈਆਂ। ਹਾਂ, ਉਹਦੇ ਨਾਲ ਫਿਰ ਫੰਕਸ਼ਨ ਘਟ ਜਾਂਦਾ ਆ। ਹਾਂਜੀ, ਤੇ ਇਹ ਤਾਂ ਹੁਣ ਤੁਹਾਡੇ ਜੀਪੀ ਮੈਨੇਜ ਕਰਨਗੇ ਜਾਂ ਸਪੈਸ਼ਲਿਸਟ ਮੈਨੇਜ ਕਰਨਗੇ। ਤੁਸੀਂ ਕੁਝ ਕਰ ਸਕਦੇ ਆ ਜਿੱਦਾਂ? ਇਹ ਅਸੀਂ ਕਿਡਨੀ ਨੂੰ ਸਟਿਮੂਲੇਟ ਕਰ ਸਕਦੇ ਹਾਂ ਭੈਣ ਜੀ, ਕਰ ਸਕਦੇ ਹਾਂ, ਪਰ ਇਹਦਾ 100% ਅਸੀਂ ਗਾਰੰਟੀ ਨਹੀਂ ਦੇ ਸਕਦੇ।
ਪਰ ਕੁਝ ਦਵਾਈਆਂ ਹੈਗੀਆਂ ਜਿਹੜੀ ਕਿਡਨੀਜ਼ ਨੂੰ ਸਪੋਰਟ ਕਰਦੀਆਂ, ਨੈਚੁਰਲ ਦਵਾਈਆਂ। ਹਾਂਜੀ, ਸੋ ਤੁਸੀਂ ਟਰਾਈ ਕਰ ਸਕਦੇ ਆ ਤੇ ਹੋ ਸਕਦਾ ਕਿਡਨੀ ਦਾ ਫੰਕਸ਼ਨ ਥੋੜਾ ਜਿਹਾ ਇਨਕਰੀਜ਼ ਹੋ ਜਾਵੇ। ਹਾਂਜੀ ਚਲੋ ਠੀਕ ਆ। ਹਾਂਜੀ, ਪਰ ਤੁਸੀਂ ਕਿੱਥੇ ਰਹਿੰਦੇ ਹੋ ਉਹਦਾ? ਤਾਂ ਜੀ ਉਹਦੀ ਫਿਕਰ ਨਾ ਕਰੋ, ਚਲੋ ਕਾਲ ਮਿਲ ਗਿਆ ਔਰ ਡਾਕਟਰ ਜੀ ਨੂੰ ਦਿੱਤਾ ਜਾਏਗਾ, ਤੁਸੀਂ ਫਿਰ ਖੁੱਲ ਕੇ ਨਾ ਟੈਲੀਫੋਨ ਤੇ ਗੱਲ ਕਰ ਲਿਓ, ਫਿਰ ਤੁਹਾਨੂੰ ਸਮਝਾ ਦੇਣਗੇ। ਓਕੇ ਜੀ, ਥੈਂਕ ਯੂ ਜੀ। ਮੈਨੂੰ ਲੱਗਦਾ ਕਾਲ ਚਲੇ ਗਿਆ। ਭੈਣ ਜੀ ਤੁਹਾਡਾ ਟੈਲੀਫੋਨ ਹੈਗਾ, ਮੈਂ ਹੁਣੇ ਦੱਸ ਕੇ ਹਟਿਆ, ਡਾਕਟਰ ਜੀ ਨੂੰ ਕਾਲ ਮਿਲ ਜਾਏਗਾ ਤੇ ਇਹ ਤੁਹਾਨੂੰ ਕਾਲ ਕਰਨਗੇ। ਮੈਂ ਹਮੇਸ਼ਾ ਵੀ ਕਹਿਣਾ ਨਾ, ਪਤਾ ਨਹੀਂ ਕਿੰਨਾ ਟਾਈਮ ਲੱਗੇਗਾ, ਤੁਹਾਨੂੰ ਕਾਲ ਕਰਨਗੇ ਤੇ ਤੁਸੀਂ ਖੁੱਲ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ। ਡਾਕਟਰ ਜੀ ਅਸੀਂ ਮੈਂ ਬਹੁਤ ਅੱਛਾ ਹੋਇਆ, ਦੇਖੋ ਮੈਂ ਹਮੇਸ਼ਾ ਕਹਿੰਦਾ ਕਾਲ ਕਰੋ, ਉਹਦੇ ਨਾਲ ਬੜਾ ਫਰਕ ਪੈਂਦਾ, ਤਾਂ ਕਿ ਜੋ ਵੀ ਮੁੱਦੇ ਤੇ ਵੀ ਗੱਲ ਹੋ ਜਾਂਦੀ ਹੈ, ਕਿਸੇ ਹੋਰਾਂ ਦੀ ਮਦਦ ਹੋ ਜਾਂਦੀ ਹੈ। ਅਸੀਂ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਸੀਗੇ, ਲੋਕੀ ਇਗਨੋਰ ਕਰ ਰਹੇ ਨੇ। ਹੁਣ ਬਲੱਡ ਪ੍ਰੈਸ਼ਰ ਹਾਈ ਰਹਿਣ ਨਾਲ ਉਹਨੇ ਗੋਲੀ ਨਹੀਂ ਖਾਦੀ, ਮੇਰੇ ਜਿਹੜੇ ਉਹ ਗੱਲਾਂ ਕਰਦੇ ਸੀ ਲੋਕ, ਉਹ ਹੁਣ ਥੋੜੀ ਦੇਰ ਉਹਨੂੰ ਡਿਲੇ ਕਰੀ ਜਾਣ, ਉਹਦਾ ਤਾਂ ਫਿਰ ਕਿਡਨੀ ਤੇ ਫਰਕ ਪਏਗਾ, ਕਿਡਨੀ ਤੇ ਫਰਕ ਪਏਗਾ। ਹਾਂਜੀ ਦੈਟਸ ਰਾਈਟ। ਆਈ ਹੋਪ ਤੁਸੀਂ ਮੇਰਾ ਪ੍ਰੋਗਰਾਮ ਦੇਖਦੇ ਹੋ। ਪਲੀਜ਼ ਕਈ ਦਫਾ ਅਸੀਂ ਬੈਠ ਕੇ ਗੱਲਾਂ ਆਰਗੂਮੈਂਟ ਡਿਸਕਸ਼ਨ ਹੁੰਦੀ ਹੈ, ਤੁਸੀਂ ਨਾ ਪਲੀਜ਼ ਹਰ ਚੀਜ਼ ਨੂੰ ਆਪਣੀ ਡਿਸਾਈਡ ਨਾ ਕਰੋ, ਜ਼ਰਾ ਰਿਸਰਚ ਕਰਿਆ ਕਰੋ, ਸਲਾਹ ਲਿਆ ਕਰੋ ਡਾਕਟਰ ਦੀ ਆਪਣੀ, ਪੱਕਾ 100% ਮੈਨੂੰ ਖਾਣੀ ਚਾਹੀਦੀ ਕਿ ਨਹੀਂ ਚਾਹੀਦੀ। ਸੋ ਜੇ ਤਾਂ ਮਾਈਲਡ ਬਲੱਡ ਪ੍ਰੈਸ਼ਰ ਤੁਹਾਨੂੰ ਹੈਗਾ, ਥੋੜਾ ਜਿਹਾ ਹਾਈ ਆ, ਤੇ ਉਹਦਾ ਕੋਈ ਨਹੀਂ ਹੈਗਾ। ਹਾਂਜੀ, ਦੈਟਸ ਨਾਟ ਦੈਟ ਮਚ ਟੂ ਵਰੀ ਅਬਾਊਟ। ਪਰ ਜੇ ਤੁਹਾਡਾ ਜ਼ਿਆਦਾ ਹਾਈ ਆ ਤਾਂ ਉਹ ਕੰਟਰੋਲ ਕਰਨਾ ਚਾਹੀਦਾ ਹੈ। ਹਾਂਜੀ, ਕਿਉਂਕਿ ਜਿੱਦਾਂ ਆਪਾਂ ਕਹਿੰਦੇ ਹਾਂ ਤੁਹਾਡੇ ਸਟ੍ਰੋਕ ਹੋ ਸਕਦਾ ਹੈ, ਹਾਂਜੀ ਹਾਰਟ ਅਟੈਕ ਹੋ ਸਕਦਾ ਹੈ, ਜਾਂ ਤੁਹਾਡੀ ਕਿਡਨੀਜ਼ ਡੈਮੇਜ ਹੋ ਸਕਦੀਆਂ। ਸੋ ਹੁਣੇ ਭੈਣ ਜੀ ਦਾ ਇਦਾਂ ਹੀ ਹੋਇਆ ਵੀ ਇਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਰਿਹਾ ਕਈ ਚਿਰ, ਇਹਨਾਂ ਨੂੰ ਪਤਾ ਨਹੀਂ ਲੱਗਾ। ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਭਾਜੀ, ਤਾਂ ਉਹਨਾਂ ਨੂੰ ਕੋਈ ਖਾਸ ਸਾਈਨ ਸਿੰਪਟਮਸ ਨਹੀਂ ਆਉਂਦੇ, ਕਿਤੇ ਮਾੜਾ ਮੋਟਾ ਸਿਰ ਦੁਖਣਾ, ਉਹਨੂੰ ਕਿ ਚਲੋ ਉਹਦੇ ਸਿਰ ਦੁਖਿਆ ਹੋਊਗਾ, ਪੈਰਾਸੀਟਾਮੋਲ ਖਾ ਲਓ, ਤੇ ਪਤਾ ਨਹੀਂ ਲੱਗਦਾ ਸਾਇਲੈਂਟ ਡਿਜ਼ੀਜ਼ ਆ ਇਹ ਬਹੁਤ ਲੋਕਾਂ ਲਈ। ਹਾਂਜੀ, ਤੇ ਉਹ ਕਈ ਚਿਰ ਦਾ ਬਲੱਡ ਪ੍ਰੈਸ਼ਰ ਹਾਈ ਰਹਿਣ ਨਾਲ ਤੇ ਕੋਈ ਨਾ ਕੋਈ ਆਰਗਨ ਡੈਮੇਜ ਹੋ ਜਾਂਦਾ। ਜੀ ਇਹ ਜਿਹੜਾ ਹੁਣ ਕਿਡਨੀ ਇਹਨਾਂ ਦੀ ਡੈਮੇਜ ਹੋਈ ਆ, ਆਪਾਂ ਥੋੜਾ ਇਹਦੇ ਤੇ ਵੀ ਮੁੱਦੇ ਤੇ ਗੱਲ ਕਰ ਲੈਂਦੇ ਆ। ਇਹ ਬਲੱਡ ਪ੍ਰੈਸ਼ਰ ਕਰਕੇ ਡਾਇਰੈਕਟਲੀ ਹੋਈ ਹੈ ਕਿ ਉਹ ਕੋਈ ਮੈਡੀਸਿਨ ਖਾਦੀ ਹੈ ਉਹਦੇ ਨਾਲ ਸਾਈਡ ਇਫੈਕਟ ਹੋਇਆ? ਨਹੀਂ, ਹੋ ਸਕਦਾ ਮੋਸਟਲੀ ਪੇ ਡਾਇਰੈਕਟ ਹੋਇਆ ਹੋਵੇ, ਡਾਇਰੈਕਟ ਹੋਇਆ ਹੋਵੇ, ਕਿਉਂਕਿ ਇਹਨਾਂ ਨੂੰ ਹੋਰ ਕਈ ਪ੍ਰੋਬਲਮ, ਹੈਲਥ ਪ੍ਰੋਬਲਮ ਹੈਗੇ ਆ। ਸੋ ਉਹਦੇ ਨਾਲ ਇਹਨਾਂ ਦਾ ਬਲੱਡ ਪ੍ਰੈਸ਼ਰ ਵੀ ਹਾਈ ਰਿਹਾ, ਤੇ ਉਹ ਮੇਰਾ ਖਿਆਲ ਵਜ੍ਹਾ ਇਹਨਾਂ ਦੀ ਇਹੀ ਆ ਕਿ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਨਾਲ ਤੇ ਇਹਨਾਂ ਦੀ ਕਿਡਨੀ ਡੈਮੇਜ ਹੋ ਗਈ ਆ। ਤੇ ਕਈ ਦਵਾਈਆਂ ਦੇ ਵੀ ਸਾਈਡ ਇਫੈਕਟ ਹੈਗੇ ਜਿਹੜੇ ਕਿਡਨੀ ਨੂੰ ਡੈਮੇਜ ਕਰਦੇ ਆ, ਉਹ ਇਦਾਂ ਕੋਈ ਸ਼ੱਕ ਨਹੀਂ ਹੈਗੀ। ਤੇ ਖਾਸ ਕਰਕੇ ਇੱਕ ਦਵਾਈ ਰੈਮੀਪ੍ਰਿਲ ਵਰਤਦੇ ਆ, ਉਹ ਬਲੱਡ ਪ੍ਰੈਸ਼ਰ ਲਈ ਵੀ ਦਿੰਦੇ ਆ ਤੇ ਹਾਰਟ ਫੇਲਿਅਰ ਲਈ ਵੀ ਦਿੰਦੇ ਆ ਰੈਮੀਪ੍ਰਿਲ। ਪਰ ਅਨਫੋਰਚੂਨੇਟਲੀ ਉਹ ਕਿਡਨੀ ਤੇ ਕਈ ਵਾਰੀ ਬੈਡ ਇਫੈਕਟ ਕਰ ਜਾਂਦੀ ਹੈ। ਖੁਦ ਮੈਂ ਦੇਖਿਆ ਵੀ ਉਹਨੇ ਇੱਕ ਪੇਸ਼ੈਂਟ ਨੂੰ ਹਾਰਟ ਅਟੈਕ ਹੋਇਆ ਸੀ, ਉਹਨੂੰ ਰੈਮੀਪ੍ਰਿਲ ਤੇ ਇੱਕਦਮ ਲਾ ਦਿੰਦੇ ਆ, ਤੇ ਉਹ ਅਨਫੋਰਚੂਨੇਟਲੀ ਉਹਦਾ ਬੜਾ ਹਾਈ ਡੋਜ਼ ਕਰ ਦਿੰਦੇ, ਥੋੜੇ ਦਿਨਾਂ 'ਚ ਹਾਈ ਡੋਜ਼ ਦੇਣ ਲੱਗ ਪੈਂਦੇ ਆ। ਤੇ ਹੁਣ ਬੋਡੀ ਯੂਜ਼ ਤੋਂ ਨਹੀਂ ਹੁੰਦੀ ਹੈਗੀ ਇੰਨੀ ਹਾਈ ਡੋਜ਼ ਕੈਮੀਕਲ ਨੂੰ, ਹਨਾ। ਐਸਪੈਸ਼ਲੀ ਜਦੋਂ ਉਮਰ ਤੁਹਾਡੀ ਵੱਧ ਜਾਂਦੀ ਹੈ ਨਾ, ਸਿਆਣਿਆਂ ਦੀ, ਉਹ ਸਿਆਣੇ ਜਿਹੜੇ ਉਹ ਬਹੁਤ ਹਾਈ ਡੋਜ਼ ਟੋਲਰੇਟ ਨਹੀਂ ਕਰਦੇ ਇੱਕਦਮ। ਹਾਂਜੀ, ਤੇ ਪਤਾ ਨਹੀਂ ਇਹਨਾਂ ਦਾ ਹੁਣ ਪ੍ਰੋਟੋਕਾਲ ਇਦਾਂ ਦਾ ਬਣਾਇਆ ਪਏ, ਉਹ ਇੱਕ ਹਫ਼ਤੇ ਦੇ ਵਿੱਚ ਅੰਦਰ 2.5 ਮਿਲੀਗ੍ਰਾਮ ਤੋਂ 10 ਮਿਲੀਗ੍ਰਾਮ ਤੇ ਲੈ ਜਾਂਦੇ ਆ। ਤੇ ਉਹ ਮੈਂ ਦੇਖਿਆ ਪਏ ਪੇਸ਼ੈਂਟ, ਉਹਨਾਂ ਦੇ ਕਿਡਨੀਆਂ ਤੇ ਡੈਮੇਜ ਕਰ ਦਿੱਤੀਆਂ ਰੈਮੀਪ੍ਰਿਲ ਨੇ, ਤੇ ਉਹਨਾਂ ਦੇ ਪਾਣੀ ਰੁਕਣ ਲੱਗ ਪਿਆ ਫੇਫੜਿਆਂ ਵਿੱਚ। ਡਾਕਟਰ ਜੀ ਗੱਲ ਹੈਗੀ ਆ, ਆਪਾਂ ਲੋਕਾਂ ਨੂੰ ਵਰੀ ਨਹੀਂ ਕਰਾਉਣਾ ਕਿ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਚੈੱਕ ਕਰੋ, ਇਹ ਕਰੋ, ਉਹ ਕਰੋ। ਡਾਕਟਰ ਸਾਹਿਬ ਜੇ ਮੈਂ ਟੈਲ ਮੀ ਇਫ ਆਮ ਰਾਈਟ, ਪਹਿਲਾਂ ਤੇ ਤੁਹਾਡੀ ਬੋਡੀ ਤੁਹਾਨੂੰ ਦੱਸਦੀ ਹੈ ਕਿ ਕੁਝ ਠੀਕ ਨਹੀਂ ਹੈ, ਫਿਰ ਜੇ ਤੁਸੀਂ ਖਾਮ ਰੋਜ਼ ਹੀ ਚੈੱਕ ਕਰਨ ਬੈਠ ਗਏ, 2 ਦਿਨ ਬਾਅਦ ਤੁਸੀਂ ਮਸ਼ੀਨ ਲਾ ਕੇ ਬੈਠ ਗਏ, ਸ਼ੂਗਰ ਟੈਸਟ ਕਰਨ ਲੱਗ ਗਏ, ਉਹ ਤਾਂ ਫਿਰ ਟੈਨਸ਼ਨ ਹੋ ਗਈ ਨਾ, ਉਹ ਟੈਨਸ਼ਨ ਹੋ ਜਾਂਦੀ ਹੈ। ਸੋ ਅਨਫੋਰਚੂਨੇਟਲੀ ਕਈ ਵਿਚਾਰੇ ਹੈਗੇ ਆ, ਉਹਨਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ, ਐਂਜ਼ਾਇਟੀ ਹੋ ਜਾਂਦੀ ਹੈ। ਹਾਂਜੀ, ਤੇ ਉਹ ਉਦਾਂ ਹੀ ਡਰ ਵਿੱਚ ਆ ਕੇ ਹਨਾ ਰੋਜ਼ ਹੀ ਚੈੱਕ ਕਰਦੇ ਰਹਿੰਦੇ। ਕਈ ਵਾਰ ਨਹੀਂ ਹੋਣਾ ਚਾਹੀਦਾ ਨਾ, ਚੀਜ਼ ਇੱਕ ਜਗ੍ਹਾ ਤੇ ਕਹਿੰਦੇ ਕਰੋ, ਇੱਕ ਜਗ੍ਹਾ ਤੇ ਕਹਿੰਦੇ ਨਹੀਂ ਕਹਿੰਦੇ। ਤੁਸੀਂ ਆਪਣਾ ਸੋਚੋ, ਐਸ ਲੌਂਗ ਤੁਸੀਂ ਕਰਨਾ, ਤੇ ਉਹਦੇ ਨਾਲ ਪ੍ਰੈਸ਼ਰ ਨਾ ਲਓ ਦਿਮਾਗ ਦੇ ਉੱਪਰ। ਉਹ ਮੈਨੂੰ 2 ਦਿਨ ਹੋ ਗਏ ਮੈਂ ਬਲੱਡ ਪ੍ਰੈਸ਼ਰ ਨਹੀਂ ਚੈੱਕ ਕੀਤਾ। ਤੁਹਾਨੂੰ ਬਲੱਡ ਪ੍ਰੈਸ਼ਰ ਹੋਵੇ, ਤੁਹਾਨੂੰ ਸ਼ੂਗਰ ਹੋਵੇ, ਉਹਦੇ ਸਾਈਨ ਹੁੰਦੇ ਨੇ। ਆਪਾਂ ਗੱਲ ਜਾਰੀ ਰੱਖਦੇ, ਪਹਿਲੇ ਇੱਕ ਹੋਰ ਕਾਲ ਲੈਣੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਕਰਦੇ ਹੋ। ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਹਾਂਜੀ, ਮੈਂ ਮਨਜੀਤ ਬੋਲਦੀ ਹਾਂ ਕਵੰਟਰੀ ਤੋਂ। ਹਾਂਜੀ, ਸਵਾਗਤ ਹੈ ਮਨਜੀਤ ਕੌਰ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਡਾਕਟਰ ਜੀ, ਮੈਂ ਨਾ ਜਿੱਦਾਂ ਮੇਰੇ ਸਟਮਕ ਦੇ ਵਿੱਚ ਜਿੱਦਾਂ ਕਾਫੀ ਗੈਸ ਜਾਂ ਫੁੱਲਿਆ ਰਹਿੰਦਾ ਆ, ਐਸਿਡਿਟੀ ਹੋ ਗਈ, ਗੈਸ ਹੋ ਗਈ, ਜਿੱਦਾਂ ਮੇਰੇ ਹੁਣ ਜੋੜਾਂ 'ਚ ਤੇ ਨੈਕ 'ਚ, ਮੋਢਿਆਂ 'ਚ ਦਰਦਾਂ ਸ਼ੁਰੂ ਹੋਈਆਂ ਆ, ਵੱਧਦੀਆਂ ਜਾਂਦੀਆਂ ਆ ਹੁਣ ਹੌਲੀ ਹੌਲੀ। ਹਾਂਜੀ ਭੈਣ ਜੀ, ਤੇ ਜਿੱਦਾਂ ਇੱਕ ਮੇਰੇ ਪ੍ਰੋਬਲਮ ਮੇਰੇ ਮੂੰਹ ਦੇ ਵਿੱਚ ਮੇਰੀ ਜਲਨ ਬਹੁਤ ਹੁੰਦੀ ਆ ਜੀਭ ਦੇ ਉੱਪਰ। ਹਾਂਜੀ ਭੈਣ ਜੀ, ਉਹਦਾ ਕੋਈ ਇਲਾਜ ਹੈ? ਹਾਂਜੀ, ਸੋ ਭੈਣ ਜੀ ਤੁਹਾਡੇ ਐਸਿਡ ਜ਼ਿਆਦਾ ਬਣ ਰਹੀ ਆ ਪੇਟ ਵਿੱਚ। ਹਾਂਜੀ, ਐਸਿਡਿਟੀ ਹੈ ਨਾ, ਤੇਜ਼ਾਬ ਜਿਹਨੂੰ ਕਹਿੰਦੇ ਆਪਾਂ।
ਹਾਂਜੀ ਉਹ ਤੁਹਾਡੇ ਮਿਹਦੇ ਦੇ ਵਿੱਚ ਜ਼ਿਆਦਾ ਬਣ ਰਹੀ ਆ ਹਾਂਜੀ ਤੇ ਇਹਦਾ ਫਿਰ ਹੋ ਜਾਂਦਾ ਰੀਫਲਕਸ ਕਹਿੰਦੇ ਇਹਨੂੰ, ਵੀ ਉੱਤੇ ਨੂੰ ਮੁੜ ਕੇ ਆਉਂਦੀ ਰਹਿੰਦੀ ਆ ਉਹ ਐਸਿਡ, ਤੇ ਇਹਦੇ ਨਾਲ ਤੁਹਾਡੇ ਮੂੰਹ ਵਿੱਚ ਜਲਣ ਵੀ ਹੋਣ ਲੱਗ ਪੈਂਦੀ ਆ, ਤੇ ਤੁਹਾਡਾ ਗਲਾ ਵੀ ਦੁਖ ਸਕਦਾ ਇਹਦੇ ਨਾਲ, ਤੇ ਜੀਭ ਤੇ ਏਦਾਂ ਜੰਮਿਆ ਵੀ ਚਿੱਟਾ ਚਿੱਟਾ ਵੀ ਕਈ ਵਾਰੀ ਹੋ ਜਾਂਦਾ ਹੈ। ਜਿੱਦਾਂ ਮੇਰੇ ਜੀਭ ਤੇ ਵੀ ਹੁੰਦਾ ਤਾਂ ਦਰਦ ਹੁੰਦਾ ਆ, ਫਿਰ ਮੇਰੇ ਅੰਗਾਂ ਵਗੈਰਾ ਜਿੱਦਾਂ ਆਪਣੇ ਗੱਲਾਂ ਕਹਿੰਦੇ ਪਟੜੀਆਂ ਕਹਿੰਦੇ ਇੱਧਰ ਉੱਧਰ ਪੇਨ ਹਾਂਜੀ ਹੁੰਦਾ ਹੀ ਰਹਿੰਦਾ ਆ। ਹਾਂਜੀ ਭੈਣ ਜੀ, ਸੋ ਪਹਿਲੀ ਗੱਲ ਇਹ ਆ ਵੀ ਤੁਸੀਂ ਆਪਣੀ ਡਾਈਟ ਥੋੜੀ ਜਿਹੀ ਐਡਜਸਟ ਕਰੋ, ਹਾਂਜੀ ਤੇ ਜਿਹੜੇ ਤੁੜਕੇ ਉਹ ਤੁਸੀਂ ਬੰਦ ਕਰ ਦਿਓ, ਤੁੜਕੇ ਲਾਉਣੇ। ਹਾਂਜੀ ਹਾਂਜੀ ਹਾਂ, ਤੁਸੀਂ ਬਿਲਕੁਲ ਬਲੈਂਡ ਫੂਡ ਖਾਓ, ਜਿੱਦਾਂ ਸਬਜ਼ੀਆਂ ਨੂੰ ਸਟੀਮ ਕਰਕੇ ਖਾਓ, ਅੱਛਾ ਜੀ ਤੇ ਇਹਦੇ ਨਾਲ ਤੁਹਾਡਾ ਥੋੜੀ ਹੈਲਪ ਹੋਊਗੀ, ਐਸਿਡ ਘਟ ਜਾਊਗੀ। ਹਾਂਜੀ ਹਾਂਜੀ ਮੈਂ ਅੱਗੇ ਡਾਈਟ ਤਾਂ ਕੀਤਾ ਸੀ ਹੈ ਨਾ, ਮੈਂ ਹੋਰ ਇੱਕ ਡਾਕਟਰ ਤੋਂ ਪੁੱਛ ਕੇ ਉਹਨਾਂ ਨੇ ਮੈਨੂੰ ਡਾਕਟਰ ਕਿਹਾ ਸੀ ਵੀ ਕੁਛ ਨਹੀਂ ਖਾਣਾ, ਮੈਂ 6 ਵੀਕਾਂ ਦਾ ਡਾਈਟ ਵੀ ਸੀ, 1 ਵੀਕਾਂ ਕਰਦੀ ਰਹੀ, ਕੁਛ ਨਹੀਂ ਏਦਾਂ ਖਾਧਾ ਹਾਂਜੀ ਤੇ ਕੋਈ ਫਰਕ ਹੀ ਨਹੀਂ ਪਿਆ। ਅੱਛਾ ਜੀ, ਹਾਂ ਚਲੋ ਫਿਰ ਇਹ ਤੁਹਾਡਾ ਫਿਰ ਹੋਰ ਕੋਈ ਪ੍ਰੋਬਲਮ ਹੋਊਗਾ ਫਿਰ ਉਹਦਾ ਫਿਰ ਦਵਾਈ ਦੇ ਸਕਦੇ ਇਹਦੇ ਲਈ, ਜੇ ਡਾਈਟ ਨਾਲ ਨਹੀਂ ਕੰਟਰੋਲ ਹੁੰਦਾ ਤੇ ਫਿਰ ਤੁਹਾਨੂੰ ਕਾਲ ਕਰਾਂਗੇ ਭੈਣ ਜੀ, ਐਡਵਾਈਸ ਕਰਾਂਗੇ ਵੀ ਹੋਰ। ਭੈਣ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ, ਤੁਹਾਨੂੰ ਕਾਲ ਕਰਾਂਗੇ ਡਾਕਟਰ ਜੀ, ਤੁਹਾਨੂੰ ਐਡਵਾਈਸ ਕਰਾਂਗੇ, ਤੁਹਾਡਾ ਡਾਈਟ ਪਲਾਨ ਵਗੈਰਾ ਜੋ ਕੋਈ ਮੈਡੀਕੇਸ਼ਨ ਹੋਗੀ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਹਾਂ ਡਾਕਟਰ ਜੀ। ਹਾਂਜੀ ਸੋ ਆਪਾਂ ਕਹਿ ਰਹੇ ਸੀ ਵੀ ਬਲੱਡ ਪ੍ਰੈਸ਼ਰ ਜਿਹੜਾ ਦੁਬਾਰਾ ਕਿੰਨੀ ਵਾਰੀ ਚੈੱਕ ਕਰਨਾ ਚਾਹੀਦਾ ਹੈ ਨਾ, ਤੇ ਜਿੱਦਾਂ ਤੁਸੀਂ ਕਹਿੰਦੇ ਪਏ ਲੋਕੀ ਐਵੇਂ ਘਬਰਾ ਕੇ ਫਿਰ ਉਹ ਐਂਗਜ਼ਾਇਟੀ ਹੋ ਜਾਂਦੀ ਉਹਨਾਂ ਨੂੰ, ਫਿਰ ਉਹ ਹਰ ਰੋਜ਼ ਚੈੱਕ ਕਰਦੇ ਰਹਿੰਦੇ ਆ। ਬਿਲਕੁਲ ਬਿਲਕੁਲ। ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਿੱਚ ਤਕਰੀਬਨ ਹਾਈ ਆਉਣ ਲੱਗ ਪੈਂਦਾ ਹੈ। ਹਾਂਜੀ ਵਰੀ ਦੇ ਨਾਲ ਵਰੀ ਦੇ ਨਾਲ। ਦੈਟਸ ਰਾਈਟ। ਸੋ ਇਹ ਵੀ ਗਲਤ ਗੱਲ ਹੈ, ਵੀ ਤੁਸੀਂ ਫਿਕਰ ਕਰੀ ਜਾਓ ਵਾਰ-ਵਾਰ ਚੈੱਕ ਕਰੀ ਜਾਓ। ਤੇ ਕਈ ਲੋਕਾਂ ਦਾ ਇਦਾਂ ਹੁੰਦਾ ਜਦੋਂ ਉਹ ਜੀਪੀ ਕੋਲ ਵੀ ਜਾਂਦੇ ਹਨ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਆਉਂਦਾ ਭਾਜੀ, ਜਦੋਂ ਘਰ ਆਪ ਚੈੱਕ ਕਰਦੇ ਆ ਸਹੀ ਹੁੰਦਾ ਹੈ। ਉਹਨੂੰ ਵਾਈਟ ਕਾਲਰ ਸਿੰਡਰੋਮ ਕਹਿੰਦੇ ਆ। ਹਾਂਜੀ ਕਰਕੇ ਜਾਣ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਟੈਨਸ਼ਨ ਹੋ ਜਾਂਦਾ ਥੋੜਾ ਜਿਹਾ ਉਹਨਾਂ ਨੂੰ, ਨੈਚੁਰਲੀ। ਹਾਂਜੀ ਟੈਨਸ਼ਨ ਨਾਲ ਇੱਕਦਮ ਤੁਹਾਡਾ ਬਲੱਡ ਪ੍ਰੈਸ਼ਰ ਚੇਂਜ ਹੁੰਦਾ ਹੈ, ਇਟ ਚੇਂਜਸ ਸੋ ਕੁਇਕਲੀ ਹੈ ਨਾ, ਸਕਿੰਟਾਂ ਵਿੱਚ ਬਲੱਡ ਪ੍ਰੈਸ਼ਰ ਤੁਹਾਡਾ ਅਪ ਹੋ ਸਕਦਾ ਹੈ। ਭਾਜੀ ਇਹ ਤਾਂ ਮੈਂ ਹਮੇਸ਼ਾ ਗੱਲ ਕਰਦਾ ਹਾਂ, ਤੁਸੀਂ ਡਾਕਟਰ ਦੇ ਜਾਂਦੇ ਹੋ, ਕਈ ਦਫਾ ਤੁਸੀਂ ਲੇਟ ਹੁੰਦੇ ਹੋ, ਫਟਾਫਟ ਘਰੋਂ ਨਿਕਲਦੇ ਹੋ, ਵਾਈਫ ਨੂੰ ਕਹਿੰਦੇ ਮੈਂ ਜਾਵਾਂ ਝਗੜਾ ਕਰਕੇ ਨਿਕਲਦੇ ਹੋ, ਰਸਤੇ ਝਗੜਾ ਹੋ ਜਾਂਦਾ ਹੈ, ਤੁਸੀਂ ਟਾਈਮ ਸੇਵ ਕਰਨ ਲਈ ਫਾਸਟ ਕਾਰ ਚਲਾਉਂਦੇ ਹੋ, ਫਿਰ ਹਫੜਾ ਦਫੜੀ ਤੁਸੀਂ ਉਹਦੇ ਆਫਿਸ ਵੜਦੇ ਜਾਂਦਾ ਹੀ ਮੈਂ ਜਾਵਾਂ ਅੰਦਰ ਤੇ ਉਹ ਤੇ ਫਿਰ ਹਾਈ ਆਉਣਾ ਹੀ ਆਉਣਾ ਹੈ। ਹਾਂਜੀ ਸੋ ਬਹੁਤ ਲੋਕਾਂ ਨਾਲ ਇਦਾਂ ਹੁੰਦੀ ਆ, ਫਿਰ ਜਦੋਂ ਜੀਪੀ ਚੈੱਕ ਕਰਦਾ ਉਹ ਕਹਿੰਦੇ ਨਹੀਂ ਤੇਰਾ ਤਾਂ ਬਲੱਡ ਪ੍ਰੈਸ਼ਰ ਬਹੁਤ ਹਾਈ ਆ, ਉਹ ਇੱਕ ਗੋਲੀ ਲਿਖ ਦਿੰਦਾ ਆ। ਹਾਂਜੀ ਨੈਕਸਟ ਟਾਈਮ ਤੁਸੀਂ ਜਾਂਦੇ ਆ ਉਹ ਫਿਰ ਉਹੀ ਗੱਲ ਹੁੰਦੀ ਆ, ਲੈ ਬਲੱਡ ਪ੍ਰੈਸ਼ਰ ਤੇਰੇ ਥੱਲੇ ਨਹੀਂ ਆਇਆ, ਇੱਕ ਹੋਰ ਗੋਲੀ ਨਾਲ ਜੋੜ ਦਿੰਦਾ ਹੈ। ਇਹ ਵੀ ਟਰੂ ਗੱਲ ਹੈ। ਮੇਰਾ ਫਰੈਂਡ ਸੀ ਕੋਈ ਉਹਨੇ ਨਾ ਹਫੜਾ ਦਫੜੀ ਚ ਪਹੁੰਚਿਆ, ਬੜੇ ਗੁੱਸੇ ਚ ਕਰੋ ਪਹਿਲਾਂ ਲੜਾਈ ਕਰਕੇ ਨਿਕਲਿਆ, ਤੇ ਉਹਦਾ ਇੰਨਾ ਹਾਈ ਸੀਗਾ, ਡਾਕਟਰ ਕਹਿੰਦਾ ਤੂੰ ਇੱਥੇ ਪਹੁੰਚਿਆ ਕਿੱਦਾਂ, ਕਹਿੰਦਾ ਉਹਨੂੰ ਉੱਤੇ ਲੰਮਾ ਪਾਤਾ ਦੇ ਤੇਰੇ ਦੀ ਮਸ਼ੀਨਾਂ ਲਾ ਕੇ, ਉਹ ਭਾਜੀ ਸੱਚੀ ਮੁੱਚੀ ਬਿਮਾਰ ਹੋ ਗਿਆ ਬਾਅਦ ਦੇ ਵਿੱਚੋਂ। ਦੈਟਸ ਰਾਈਟ। ਇੱਦਾਂ ਕਈ ਕੇਸ ਇਦਾਂ ਦੇ ਦੇਖੇ ਆ, ਤੇ ਅਸੀਂ ਜਦੋਂ ਆਪ ਉਹਨਾਂ ਨੂੰ ਚੈੱਕ ਕਰੀਦਾ ਉਹਨਾਂ ਬਲੱਡ ਪ੍ਰੈਸ਼ਰ ਠੀਕ ਹੁੰਦਾ ਆ, ਉਹ ਕਹਿੰਦੇ ਜਦ ਮੈਂ ਆਪਣੇ ਜੀਪੀ ਕੋਲ ਜਾਂਦਾ ਤਾਂ ਉਹ ਹਾਈ ਹੁੰਦਾ, ਇਦਾਂ ਕਿੱਦਾਂ ਹੋ ਸਕਦਾ। ਤੇ ਫਿਰ ਮੈਂ ਕਿ ਦੇਖ ਸਵਾਲ ਹੈ ਮਸ਼ੀਨ, ਘਰ ਆਪ ਜਦ ਤੂੰ ਰਿਲੈਕਸ ਹੁੰਦਾ ਨਾ ਆਪ ਚੈੱਕ ਕਰਕੇ ਲਿਖੀ ਜਾਇਆ ਕਰ, ਉਹ ਫਿਰ ਲਿਜਾ ਕੇ ਆਪਣੇ ਜੀਪੀ ਨੂੰ ਦਿਖਾਈ, ਰਾਈਟ, ਫਿਰ ਉਹ ਜੀਪੀ ਮੰਨਿਆ ਪਈ ਇਹਦਾ ਬਲੱਡ ਪ੍ਰੈਸ਼ਰ ਤਾਂ ਸਹੀ ਆ। ਪਰ ਭਾਜੀ ਇੰਪੋਰਟੈਂਟ ਗੱਲ ਹੈ, ਜਿੰਨੇ ਵੀ ਤੁਸੀਂ ਜਾਂਦੇ ਹੋ ਬਲੱਡ ਟੈਸਟ ਕਰਨ ਨੂੰ ਨਾ, ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਨ ਨੂੰ, ਤੁਸੀਂ ਐਟਲੀਸਟ ਅੱਧਾ ਘੰਟਾ ਅਪਾਇੰਟਮੈਂਟ ਤੋਂ ਪਹਿਲਾਂ ਜਾਓ। ਮੈਂ ਡਾਕਟਰ ਵੱਲੋਂ ਨਹੀਂ, ਮੈਂ ਆਪਣੇ ਵੱਲੋਂ ਐਡਵਾਈਸ ਕਰ ਰਿਹਾ, ਸਿੰਪਲ ਐਡਵਾਈਸ ਹੈ, ਇਹਦੇ 'ਚ ਕੋਈ ਖਤਰਾ ਨਹੀਂ ਹੈਗਾ। ਤੁਸੀਂ ਉੱਥੇ ਬੈਠੇ 15-20 ਮਿੰਟ ਅੱਧਾ ਘੰਟਾ ਬੈਠੋ ਤਾਂ ਕਿ ਤੁਹਾਡਾ ਸਾਰਾ ਨਾਰਮਲ ਹੋ ਜਾਏ, ਤੁਹਾਡਾ ਬਰੀਥਿੰਗ ਦਾ ਸਿਸਟਮ, ਤੁਹਾਡੇ ਹਾਰਟ ਬੀਟ ਵੀ ਠੀਕ ਹੋ ਜਾਏ, ਸਾਰਾ ਕੁਝ ਠੀਕ ਹੋ ਜਾਏ। ਤੁਸੀਂ ਚੈੱਕ ਕਰਾਓ, ਤੁਸੀਂ ਦੇਖੋਗੇ ਦੈਟ ਇਜ਼ ਦਾ ਰਾਈਟ ਤੁਹਾਡੀ ਰੀਡਿੰਗ ਹੁੰਦੀ ਹੈ। ਅਗਰ ਤੁਸੀਂ ਦੌੜੇ ਭੱਜੇ ਜਾਂਦੇ ਹੋ, ਕਾਰ ਚੋਂ ਨਿਕਲੇ ਦੌੜੇ ਹੋ ਫਟਾਫਟ ਅਪਾਇੰਟਮੈਂਟ ਤੇ ਉੱਥੇ ਹਾਈ ਹੋਣਾ ਹੀ ਹੋਣਾ। ਦੱਸ ਰਾਈਟ। ਤੁਸੀਂ ਏਦਾਂ ਵੀ ਕਰਕੇ ਦੇਖੋ, ਦੇਖੋ ਤੁਹਾਨੂੰ ਪਤਾ ਲੱਗੇਗਾ ਕਿੰਨਾ ਫਰਕ ਹੈ। ਹਾਂਜੀ ਨਾਲੇ ਉਹ ਮਸ਼ੀਨ ਜਿਹੜੀ ਸਿਰਫ 15 ਪਾਉਂਡ ਦੀ ਆ ਜਾਂਦੀ, ਸਿੰਪਲ ਜੀ ਮਸ਼ੀਨ, ਉਹ ਤੁਸੀਂ ਘਰ ਰੱਖੋ, ਹਾਂਜੀ ਜਦੋਂ ਮਰਜ਼ੀ ਚੈੱਕ ਕਰ ਲਓ, ਪਰ ਇਦਾਂ ਨਾ ਹੋਵੇ ਵੀ ਤੁਸੀਂ ਹਰ ਰੋਜ਼ ਹੀ ਚੈੱਕ ਕਰੀ ਜਾਓ, ਆਪਣੇ ਆਪ ਨੂੰ ਪ੍ਰੈਸ਼ਰ ਚਾੜੀ ਜਾਓ। ਹਾਂਜੀ ਤੇ ਬਸ ਦੱਸੇ ਰਿਲੈਕਸ ਹੀ ਹੋ ਕੇ ਕਰਨਾ। ਤੇ ਹੁਣ ਨੋਰਮਲੀ ਕਹਿੰਦੇ ਹੁੰਦੇ ਵੀ 3 ਰੀਡਿੰਗਸ ਲਓ, ਹਾਂਜੀ 3 ਦੀ ਐਵਰੇਜ ਕੱਢ ਲਓ, ਉਹ ਤੁਹਾਡੀ ਸਹੀ ਹੋਊਗੀ। ਕਿਉਂਕਿ ਬਲੱਡ ਪ੍ਰੈਸ਼ਰ ਤਾਂ ਹਰ ਵੇਲੇ ਚੇਂਜ ਹੁੰਦਾ ਹੀ ਰਹਿੰਦਾ ਹੈ, ਮਿੰਟਾਂ 'ਚ ਚੇਂਜ ਹੁੰਦਾ ਜਾਂਦਾ ਹੈ, ਐਗਜ਼ੈਕਟਲੀ ਸੇਮ ਤਾਂ ਕਦੇ ਵੀ ਹੁੰਦਾ ਹੀ ਨਹੀਂਗਾ। ਹਾਂਜੀ ਤੁਹਾਡੀ ਬਾਡੀ ਇੰਨੀ ਕੰਪਲਿਕੇਟਡ ਚੀਜ਼ ਆ, ਉਹ ਬਲੱਡ ਪ੍ਰੈਸ਼ਰ ਥੋੜਾ ਬਹੁਤ ਅਪ ਐਂਡ ਡਾਊਨ ਹੁੰਦਾ ਹੀ ਰਹਿੰਦਾ। ਜਦੋਂ ਅਸੀਂ ਡਾਕਟਰ ਰਾਜ ਤੇ ਮੈਂ ਗੱਲਾਂ ਕਰਦੇ ਨਾ ਕੋਈ ਇਦਾਂ ਦੀ ਗੱਲ ਲੱਗਦੀ ਹੈ, ਦਿਲ ਨੂੰ ਛੂ ਜਾਂਦੀ ਹੈ ਓਨੈਸਟਲੀ।
ਫਿਰ ਮੈਂ ਉਹ ਵੀ ਤੁਹਾਨੂੰ ਆਣ ਕੇ ਦੱਸਦਾ ਜਦੋਂ ਸਾਡੇ ਕਿਤੇ ਯਾਰਾਂ ਦੋਸਤਾਂ 'ਚ ਗੱਲ ਹੁੰਦੀ ਹੈ। ਤੁਸੀਂ ਲਾਸਟ ਟਾਈਮ ਗੱਲ ਕੀਤੀ ਸੀ ਭਾਜੀ ਜਦੋਂ ਐਨੀਮਲ ਉੱਪਰ ਟੈਸਟ ਕਰਦੇ ਨੇ ਬਿਫੋਰ ਮੈਡੀਸਨ ਜਿਹੜੇ ਫਾਰਮਾਸਿਊਟੀਕਲ ਬਾਹਰ ਕੱਢਦੇ ਨੇ। ਹੁਣ ਇੱਕ ਮੈਡੀਸਨ ਉਸ ਜਾਨਵਰ ਤੇ ਕੀਤੀ ਜਿਹੜਾ ਵੈਜੀਟੇਰੀਅਨ ਹੈਗਾ, ਇੱਕ ਹੋਵੇ ਜਿਹੜਾ ਮੀਟ ਖਾਣ ਵਾਲਾ ਹੋਵੇ, ਭਾਜੀ ਉਹ ਤਾਂ ਫਰਕ ਹੋਣਾ ਹੀ ਹੋਣਾ ਉਹਦਾ। ਕਿੰਨਾ ਫਰਕ ਹੈ ਉਹਦਾ? ਹੈ ਉਹ ਲੋਕਾਂ ਨੂੰ ਗੱਲ ਬਹੁਤ ਅੱਛੀ ਲੱਗੀ, ਉਹ ਗੱਲ ਦੀ ਬਹੁਤ ਸੈਂਸੀਬਲ ਲੱਗੀ। ਤੁਸੀਂ ਉਹਨੂੰ ਜਿਹੜਾ ਜਿਹਦਾ ਰੈਬਿਟ ਹੋਇਆ ਉਹਦੇ ਤੇ ਤੁਸੀਂ ਕੋਈ ਏਦਾਂ ਦੇ ਪ੍ਰੋਡਕਟ ਯੂਜ਼ ਕਰਦੇ ਹੋ ਤਾਂ ਹੈ ਵੈਜੀਟੇਰੀਅਨ, ਬਿਲਕੁਲ ਗਲਤ ਰਿਜ਼ਲਟ ਆਉਣਾ ਹੀ ਆ, ਆਣਾ ਹੀ ਗਲਤ ਉਹਦਾ। ਫਿਰ ਲੋਕ ਇੱਕ ਨਾ ਪਲੀਜ਼ ਜਿੰਨੇ ਵੀ ਤੁਸੀਂ ਸਾਰੇ ਹੈਗੇ ਹੋ, ਅਸੀਂ ਕਿਸੇ ਨੂੰ ਕੰਡੈਮ ਨਹੀਂ ਕਰਦੇ, ਪਰ ਤੁਸੀਂ ਕਹਿੰਦੇ ਫਾਰਮਾਸਿਊਟੀਕਲ ਕੰਪਨੀਆਂ ਪਾਗਲ ਥੋੜੋ ਹੈ। ਇਹ ਪਾਗਲ ਨਹੀਂ ਹੁੰਦਾ, ਇਹ ਬੇਵਕੂਫੀ ਬਣਾਉਂਦੇ ਨੇ ਕਿ ਉਹਨਾਂ ਨੇ ਮਾਰਕੀਟ ਚ ਆਉਣਾ ਹੁੰਦਾ, ਉਹਨਾਂ ਨੇ ਹੈ ਉਹਦਾ ਨੁਕਸਾਨ ਥੋੜਾ ਬਹੁਤਾ ਹੁੰਦਾ ਤੇ ਉਹਨਾਂ ਦੇ ਮਾਰਕੀਟ ਚ ਵੱਧ ਜਾਂਦਾ। ਚਲੋ ਐਟਲੀਸਟ ਉਹਦੇ ਨਾਲ ਡੈਥ ਨਹੀਂ ਹੁੰਦੀ ਏਦਾਂ ਦੀ ਚੀਜ਼ਾਂ ਦੇ ਨਾਲ। ਤੇ ਇੱਕ ਗੱਲ ਹੋਰ ਹੈਗੀ, ਮੈਂ ਤੁਹਾਨੂੰ ਦੱਸ ਦਵਾਂ, ਉਹਨਾਂ ਨੇ ਡਾਕਟਰ ਜੀ ਇਹਨਾਂ ਨੇ ਬਲੱਡ ਪ੍ਰੈਸ਼ਰ ਦੀ ਰੀਡਿੰਗ ਵੀ ਚੇਂਜ ਕੀਤੀ ਸੀਗੀ ਫਾਰਮਾਸਿਊਟੀਕਲ ਦੇ ਵਧਾਉਣ ਲਈ। ਪਹਿਲਾਂ ਹੁਣ ਜਿਹੜਾ ਰਾਈਟ ਹੈ ਉਹਦਾ ਕੀ ਹੋਣਾ ਚਾਹੀਦਾ, ਜਿਹੜਾ ਸਹੀ ਹੋਣਾ ਚਾਹੀਦਾ ਭਾਜੀ ਓਵਰ 60 ਦਾ, ਓਵਰ 60 ਸਾਲ ਤੋਂ ਉੱਪਰ। ਮੈਂ ਦੱਸਦਾ ਤੁਹਾਨੂੰ 40 ਸਾਲ ਪਹਿਲਾਂ ਉਹ ਕਹਿੰਦੇ ਸੀ ਜੇ ਹਾਇਰ ਰੀਡਿੰਗ ਜਿਹੜਾ 160 ਤੋਂ ਉੱਤੇ ਜਾਂਦਾ ਆ ਫੇਰ ਤੁਹਾਨੂੰ ਦਵਾਈ ਸ਼ੁਰੂ ਕਰਨੀ ਚਾਹੀਦੀ ਆ। ਅੱਛਾ ਹੁਣ ਹੈਗਾ 140 ਤੋਂ ਉੱਤੇ ਜੇ ਹੋਵੇ ਤਾਂ ਦਵਾਈ ਸ਼ੁਰੂ ਕਰਨੀ ਚਾਹੀਦੀ। ਉਹੀ ਗੱਲ ਹੋ ਗਈ ਨਾ, ਕਿੰਨਾ ਚੇਂਜ ਹੋ ਗਿਆ। ਇਹ ਚੇਂਜ ਕਿਹਨੇ ਕੀਤਾ ਆ? ਇਹ ਜਿਹੜੀਆਂ ਕਿ ਬਣਾਉਣੀਆਂ ਦਵਾਈਆਂ ਉਹੀ ਰეკਮੈਂਡੇਸ਼ਨ ਕਰਦੀਆਂ, ਉਹਨਾਂ ਦੇ ਸਾਇੰਟਿਸਟ ਜਿਹੜੇ ਆ ਉਹ ਕਮੇਟੀਆਂ ਤੇ ਬੈਠਦੇ ਆ ਤੇ ਉਹੀ ਐਡਵਾਈਜ਼ ਕਰਦੇ ਆ ਗਵਰਨਮੈਂਟ ਨੂੰ। ਹਾਂਜੀ, ਸੋ ਕੀ ਸਹੀ ਹੈ ਕਈ ਗਲਤ ਹੈ, ਹੁਣ ਕੀ ਕਹਿ ਸਕਦੇ। ਪਰ ਉਹਦਾ ਹੁਣ ਜੋ ਹੈ 60 ਸਾਲ ਤੋਂ ਉੱਪਰ ਬੰਦੇ ਨੂੰ ਉਹਨੂੰ ਕੀ ਉਹਦੀ ਰੀਡਿੰਗ ਕੀ ਹੋਣੀ ਚਾਹੀਦੀ ਹੈ? ਰੀਡਿੰਗ ਉਹਦੀ ਅਬਾਊਟ 140 ਦੇ ਦੁਆਲੇ ਹੋਣੀ ਚਾਹੀਦੀ ਹੈ। 140 ਦੇ, ਦੈਟਸ ਰਾਈਟ। ਜੇ ਥੋੜੀ ਜਿਹੀ ਉਹਦੇ ਨਾਲ ਜ਼ਿਆਦਾ ਆ ਫਿਕਰ ਕਰਨ ਦੀ ਲੋੜ ਨਹੀਂ। ਅੱਛਾ ਹਾਂਜੀ, ਜੇ ਥੋੜੀ ਜਿਹੀ ਉਹਨੂੰ ਘੱਟ ਆ ਕੋਈ ਫਿਕਰ ਕਰਨ ਦੀ ਲੋੜ ਨਹੀਂ। ਅੱਛਾ, ਹੁਣ ਤੁਸੀਂ ਥੋੜੀ ਜਿਹੀ ਕਹਿੰਦੇ ਹੋ, ਥੋੜੀ ਜਿਹੀ ਕਿੰਨੀ ਕੁ ਹੋਣੀ? ਹਾਂ, ਸੋ ਅਪ ਟੂ 150 ਮੇਰਾ ਆਪਣਾ ਪੁਆਇੰਟ ਆਫ ਵਿਊ ਆ, ਵੀ ਮੈਂ ਹੋਰ ਕਿਸੇ ਲਈ ਨਹੀਂ ਕਹਿ ਸਕਦਾ। 140 to 50 ਹਾਂ, 140 to 150 ਹੋਵੇ, ਉਹ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ। ਹਾਂਜੀ, ਜੇ ਤੁਹਾਡਾ ਰੈਗੂਲਰਲੀ ਚਲੀ ਜਾਂਦਾ 180 ਤਾਈਂ 200 ਤਾਈਂ, ਫਿਰ ਤੁਹਾਨੂੰ ਫਿਕਰ ਕਰਨਾ ਚਾਹੀਦਾ, ਉਹਦੇ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ। ਪਰ ਜੋ ਰੈਗੂਲਰਲੀ 150 ਦਾ ਰਹਿੰਦਾ ਰਹੇ ਤੇ ਉਹ ਵੀ ਚੈੱਕ ਕਰਨਾ ਚਾਹੀਦਾ। ਉਹ ਐਕਸੈਪਟੇਬਲ ਹੈਗਾ ਜੀ, ਐਕਸੈਪਟੇਬਲ। ਹਾਂਜੀ, ਕਿਉਂਕਿ ਭਾਜੀ ਦੇਖੋ ਇਹ ਜਿਹੜੇ ਰੀਡਿੰਗ ਦਾ ਐਵਰੇਜ ਕੱਢੀ ਨਹੀਂ 140 ਹੈ ਨਾ, ਇਹ ਕੀ ਕਰਦੇ, ਦੇਖੋ 1000 ਬੰਦਾ ਹੈ, ਉਹਨਾਂ ਦੇ ਟੈਸਟ ਕਰੋ ਬਲੱਡ ਪ੍ਰੈਸ਼ਰ ਕਿੰਨਾ ਹੈ। ਹਾਂਜੀ, ਕਿਸੇ ਦਾ 200 ਹੋਊਗਾ, ਕਿਸੇ ਦਾ 180 ਹੋਊਗਾ, ਹਾਂਜੀ, ਕਿਸੇ ਦਾ 120 ਹੋਊਗਾ, 110 ਹੋਊਗਾ, ਸਾਰਿਆਂ ਦੇ ਡਿਫਰੈਂਟ ਹੋਣੇ ਹੈ ਨਾ। ਸੋ ਇਹ ਕੀ ਕਰਦੇ, ਇੱਕ ਲਾਈਨ ਡਰੋ ਕਰ ਦਿੰਦੇ ਆ ਵੀ ਇਹ ਐਵਰੇਜ ਆ। ਜਿਹੜਾ ਐਵਰੇਜ ਆ ਉਹ ਫਿਰ ਕਹਿੰਦੇ ਸਾਰਿਆਂ ਲਈ ਇੰਨਾ ਹੋਣਾ ਚਾਹੀਦਾ ਹੈ, ਉਹ ਵੀ ਬਿਲਕੁਲ ਗਲਤ ਆ। ਕਰਕੇ ਕਿਸੇ ਲਈ ਨੈਚੁਰਲੀ ਥੋੜਾ ਜਿਹਾ ਹਾਈ ਹੁੰਦਾ ਹੈ, ਕਿਸੇ ਦਾ ਨੈਚੁਰਲੀ ਲੋ ਹੁੰਦਾ ਹੈ, ਉਹਨਾਂ ਲਈ ਉਹ ਠੀਕ ਆ। ਹਾਂਜੀ, ਸੋ ਜੇ ਕਿਸੇ ਦਾ 150 ਆ, ਇਹਦਾ ਮਤਲਬ ਜ਼ਰੂਰੀ ਤਾਂ ਨਹੀਂ ਪਈ ਉਹਨੂੰ ਹਾਈ ਬਲੱਡ ਪ੍ਰੈਸ਼ਰ ਹੈ। ਜੀ ਇਹ 'ਚ ਗੱਲ ਵਾਪਸ ਆ ਗਈ ਕਾਮ ਰਹਿਣ ਦੀ। ਅਗਰ ਤੁਸੀਂ ਦੋ ਨੋਰਮਲ ਇਨਸਾਨ ਲਵੋ, ਇੱਕ ਬਿਲਕੁਲ ਕਾਮ ਰਹਿੰਦਾ ਹੈ, ਉਹਦਾ ਲੋ ਹੋਏਗਾ। ਉਸੇ ਏਜ ਦਾ ਇੱਕ ਹੋਰ ਬੰਦਾ ਹੋਵੇ ਜਿਹੜਾ ਬਹੁਤ ਹੀ ਐਕਟਿਵ ਰਹਿੰਦਾ, ਉਹਦਾ ਦਿਮਾਗ ਚੱਲਦਾ ਰਹਿੰਦਾ ਹੈ, ਉਹਦਾ ਹਾਈ ਹੋਏਗਾ ਆਟੋਮੈਟਿਕਲੀ। ਆਟੋਮੈਟਿਕਲੀ ਹੈਗਾ। ਇਹਦਾ ਮਤਲਬ ਥੋੜ੍ਹਾ ਕਿ ਉਹ ਬਿਮਾਰੀ ਤੋਂ ਸਫਰ ਕਰ ਰਿਹਾ, ਲੇਕਿਨ ਕਿਉਂਕਿ ਉਹਦਾ ਲਾਈਫ ਸਟਾਈਲ ਏਦਾਂ ਦਾ ਹੋ ਚੁੱਕਾ ਹੋਇਆ। ਹਾਂਜੀ, ਕਈਆਂ ਦਾ ਨੈਚੁਰਲੀ ਭਾਈ ਥੋੜਾ ਜਿਹਾ ਹਾਈ ਹੁੰਦਾ ਪਹਿਲਾਂ ਤੋਂ ਹੀ, ਉਹਨਾਂ ਦੀ ਬਾਡੀ ਇਸ ਤਰ੍ਹਾਂ ਦੀ ਆ ਵੀ ਉਹਨਾਂ ਲਈ ਉਹ ਨਾਰਮਲ ਆ। ਥੋੜਾ ਜਿਹੜਾ ਗੁੱਸੇ ਵਾਲਾ ਬੰਦਾ ਹੋਵੇ, ਜ਼ਰੂਰੀ ਨਹੀਂ ਗੁੱਸੇ ਵਾਲਾ ਭਾਜੀ। ਕਈ ਨੈਚੁਰਲੀ ਉਹਨਾਂ ਦੀ ਫਿਜ਼ੀਕ ਏਦਾਂ ਦੀ ਆ, ਉਹਨਾਂ ਦੀ ਬਾਡੀ ਮੈਟਾਬੋਲਿਜ਼ਮ ਏਦਾਂ ਦਾ ਵੀ ਉਹਨਾਂ ਦੇ ਨੈਚੁਰਲੀ 150 160 ਉਹਨਾਂ ਲਈ ਨਾਰਮਲ ਆ। ਹਾਂਜੀ, ਜ਼ਰੂਰੀ ਨਹੀਂ ਹੈਗਾ ਵੀ ਉਹਨਾਂ ਨੂੰ ਕੋਈ ਇਹਦਾ ਬੁਰਾ ਇਫੈਕਟ ਪੈ ਰਿਹਾ। ਭਾਜੀ 2 ਮਿੰਟ ਰਹਿੰਦੇ ਨੇ, ਮੇਰੇ ਦਿਮਾਗ 'ਚ ਉਹਨੇ ਗੱਲ ਆਈ ਹੈ। ਇਨਸਾਨ ਦੀ ਫਿਤਰਤ ਹੈਗੀ ਹੈ, ਕਈ ਬੰਦਾ ਬਿਲਕੁਲ ਕਾਮ ਹੁੰਦਾ ਹੈ, ਉਹੀ ਬੰਦਾ ਇੱਕ ਦੂਸਰਾ ਐਕਸਾਈਟਡ ਹੁੰਦਾ, ਉਹਨੂੰ ਹੱਥ ਲਾਓ ਤੇ ਉਹਦੇ ਨੱਕ ਤੇ ਗੁੱਸਾ ਹੁੰਦਾ। ਇਹ ਕਿਉਂ ਹੁੰਦਾ ਏਦਾਂ ਬੰਦੇ ਨੂੰ? ਇਹਦੇ 'ਚ ਕੀ ਕਮੀ ਹੈ? ਮੁੱਦਾ ਦੱਸੋ, ਜਾਂ ਕੀ ਉਹਦੇ ਜ਼ਿਆਦੇ ਉਹਦੇ ਜਿਸਮ ਵਿੱਚ? ਨਹੀਂ, ਕਮੀ ਤਾਂ ਨਹੀਂ ਭਾਜੀ, ਇਹ ਆਪਣੀ ਆਪਣੀ ਆਦਤ ਆ ਹਨਾ। ਨਹੀਂ, ਪਰ ਕਿਉਂ ਪੈਂਦੀ ਹੈ ਏਦਾਂ? ਵਾਈ ਡਸ ਦੈਟ ਹੈਪਨ? ਐਵਰੀਬਾਡੀ ਇਜ਼ ਡਿਫਰੈਂਟ। ਹਾਂਜੀ, ਆਪਣੀ ਆਪਣੀ ਪਰਸਨੈਲਿਟੀ ਹਰੇਕ। ਸਾਰੇ ਇੱਕੋ ਜਿਹੇ ਨਹੀਂ ਬਣਾਤੇ ਰੱਬ ਨੇ। ਇਹ ਤਾਂ ਰੱਬ ਨੂੰ ਪੁੱਛੋ, ਜਾਂ ਰੱਬ ਨੂੰ ਪੁੱਛੋ ਜਾਂ ਇੰਡੀਵਿਜੂਅਲ ਨੂੰ ਪੁੱਛੋ, ਹਨਾ। ਇਹ ਤੁਹਾਡੀ ਨਹੀਂ, ਪਰ ਡਾਕਟਰ ਜੀ ਦੇਖੋ ਗੱਲ ਦਿਮਾਗ ਵਾਲੀ ਹੈ, ਬੜੀ ਸੋਚਣ ਵਾਲੀ ਗੱਲ ਹੈ। ਕਈ ਬੜੇ ਨੇ ਕਾਮ ਹੁੰਦੇ, ਤੁਸੀਂ ਕੁਝ ਵੀ ਕਹਿ ਦਿਓ, ਬੜੇ ਕਾਮਲੀ ਉਹਨੂੰ ਨਾ ਡੀਲ ਕਰਦੇ ਨੇ। ਕਈਆਂ ਨੂੰ ਤਾਂ ਏਦਾਂ ਹੁੰਦਾ ਕਿ ਤੁਸੀਂ ਤੇਲ ਦੇ ਉੱਪਰ ਅੱਗ ਲਾ ਦਿੱਤੀ, ਏਦਾਂ ਹੋ ਜਾਂਦਾ। ਦੈਟਸ ਰਾਈਟ। ਕਈਆਂ ਨੂੰ ਬਹੁਤ ਜਲਦੀ ਗੁੱਸਾ ਚੜਦਾ ਆ, ਪਰ ਉਹਦੀ ਕੋਈ ਵਜ੍ਹਾ ਹੁੰਦੀ ਭਾਜੀ, ਪਹਿਲਾਂ ਉਹਨਾਂ ਦੇ ਕੋਈ ਹੋਰ ਪ੍ਰੋਬਲਮ ਹੁੰਦਾ ਆ, ਹਨਾ। ਪ੍ਰੋਬਲਮ ਤੋਂ ਦੁਖੀ ਹੁੰਦੇ, ਕਿਸੇ ਪ੍ਰੋਬਲਮ ਤੋਂ, ਪਰ ਹੁਣ ਮਾੜੀ ਮੋਟੀ ਕਿਸੇ ਨਾਲ ਗੱਲ ਹੋ ਜਾਂਦੀ, ਉਹ ਉੱਤੇ ਗੁੱਸਾ ਕੱਢ ਦਿੰਦੇ ਆ, ਹਨਾ। ਤੇ
ਹੈਗਾ ਵੀ ਜਿਹੜਾ ਤੁਹਾਡਾ ਪ੍ਰੋਬਲਮ ਹੈ ਤੁਸੀਂ ਉਹਦਾ ਹੱਲ ਲੱਭੋ। ਕਿਸੇ ਸੈਂਟਰ ਨੇ ਪੁੱਛਿਆ ਕਿ ਐਂਗਰ ਕੀ ਚੀਜ਼ ਹੈਗੀ, ਕਹਿੰਦਾ ਐਂਗਰ ਇੱਕ ਜ਼ਹਿਰ ਹੈਗਾ। ਜਦੋਂ ਤੁਹਾਡੀ ਬੋਡੀ 'ਚ ਐਂਗਰ ਚਲੇ ਗਿਆ ਉਹ ਜ਼ਹਿਰ ਹੀ ਲੈ ਲਈ ਤੁਸੀਂ ਅੰਦਰ। ਇੱਕ ਤਰ੍ਹਾਂ ਦੀ ਜ਼ਹਿਰ ਹੀ ਹੈ। ਜ਼ਹਿਰ ਹੀ ਹੈ ਨਾ, ਉਹਨੇ ਬੜਾ ਅੱਛੀ ਤਰ੍ਹਾਂ ਕੋਈ ਬੜਾ ਪ੍ਰੋਫੈਸਰ ਸੀ ਉਹਨੇ ਡਿਸਕ੍ਰਾਈਬ ਕੀਤਾ ਸੀ। ਉਸ ਤਰ੍ਹਾਂ ਦੇ ਹੌਰੀਬਲ ਜਿਹੇ ਕੈਮੀਕਲਸ ਤੁਹਾਡੇ ਬੋਡੀ ਵਿੱਚ ਰਿਲੀਜ਼ ਹੁੰਦੇ, ਤੁਹਾਡੇ ਆਰਗਨਸ ਤੇ ਇਫੈਕਟ ਪੈਂਦਾ, ਲਿਵਰ ਤੇ ਇਫੈਕਟ ਪੈਂਦਾ, ਤੁਹਾਡੇ ਸਟਮਕ ਤੇ ਇਫੈਕਟ ਪੈਂਦਾ, ਹਾਰਟ ਤੇ ਇਫੈਕਟ ਪੈਂਦਾ। ਸੋ ਉਹ ਜਿਹੜੇ ਕੈਮੀਕਲਸ ਰਿਲੀਜ਼ ਤੁਹਾਡੀ ਬੋਡੀ ਕਰਦੀ ਉਹ ਡੈਮੇਜ ਕਰਦੇ ਬੋਡੀ ਨੂੰ। ਭਾਜੀ ਥੈਂਕ ਯੂ ਸੋ ਮਚ, ਟਾਈਮ ਬੜੀ ਫਾਸਟ ਚੱਲ ਗਿਆ। ਉਮੀਦ ਰੱਖਦਾ ਤੁਹਾਨੂੰ ਸ਼ੋਅ ਅੱਛਾ ਲੱਗਿਆ ਹੋਵੇਗਾ। ਮੈਂ ਹਮੇਸ਼ਾ ਕਹਿੰਦਾ ਕਿ ਪਲੀਜ਼ ਆਪਣੀ ਫੀਡਬੈਕ ਦਿਆ ਕਰੋ, ਤੁਹਾਨੂੰ ਸ਼ੋਅ ਕਿੱਦਾਂ ਦਾ ਲੱਗਦਾ ਹੈ, ਕਿਹੜੇ ਟੌਪਿਕ ਤੇ ਅਸੀਂ ਗੱਲ ਕਰੀਏ। ਅਸੀਂ ਰਾਜੂ ਨੂੰ ਰਿਕੁਐਸਟ ਕਰਾਂਗੇ ਤੇ ਉਹਦਾ ਦਾ ਟੌਪਿਕ ਲੈ ਕੇ ਆਵਾਂਗੇ ਨੈਕਸਟ ਵੀਕ ਸੇਮ ਟਾਈਮ, ਫਿਰ ਤੁਹਾਡਾ ਮੁਲਾਕਾਤ ਹੋਏਗੀ। ਤੇ ਇਸੇ ਤਰ੍ਹਾਂ ਤੁਸੀਂ ਅਕਾਲ ਚੈਨਲ ਨੂੰ ਸਪੋਰਟ ਕਰਦੇ ਰਹੋ। ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।